चलो जी, सो महकदीप का जो सवाल है देखो वो है कि इलैक्ट्रिक फील्ड नाले तो असीं कहने इलैक्ट्रिक फील्ड उस डायरैक्शन च हुंदा है जिस डायरैक्शन च फोर्स लगता है। तो जो असीं किसी नैगेटिव चार्ज को किसी इलैक्ट्रिक फील्ड च रखते हैं तो असीं उन्होंने इलैक्ट्रिक फील्ड के ओपोजिट फोर्स लवान लग जाते हैं भी ऐदा क्यों करते हैं। सो सब तो पहली गल जे सब तो पहला समझो डेफिनेशन जी है डिफाइन किवें कीता आपां। डेफिनेशन ऑफ इलैक्ट्रिक फील्ड की है। इलैक्ट्रिक फील्ड ਨੂੰ ਐਜ਼ ਅ ਵੈਕਟਰ ਸਮਝ ਕੇ ਚਲੋ ਇੱਥੇ ਮੰਨ ਕੇ ਚਲੋ ਪੂਰੀ ਤਰ੍ਹਾਂ। ਵੈਸੇ ਤਾਂ ਆਪਾਂ ਕਈ ਵਾਰ ਮੈਗਨੀਟਿਊਡ ਦੀ ਗੱਲ ਕਰ ਰਹੇ ਹੁੰਦੇ ਪਰ ਇਹਦੇ ਵਿੱਚ ਡਾਇਰੈਕਸ਼ਨ ਬੜੀ ਇੰਪੋਰਟੈਂਟ ਹੈ। ਡੈਫੀਨੇਸ਼ਨ ਕੀ ਹੈ ਤਾਂ ਜਦੋਂ ਮੈਂ ਇੱਥੇ ਮੈਗਦੀਪ ਆਪਣਾ ਮਾਈਕ ਔਨ ਕਰ ਲਾ ਹੁਣ ਔਨ ਨਹੀਂ ਰੱਖੀ ਮੇਰੇ ਨਾਲ ਗੱਲ ਕਰਨੀ ਹੈ ਤੂੰ। ਮੰਨ ਲਓ ਆ ਪੋਜ਼ਿਟਿਵ ਚਾਰਜ ਜਿਹੜਾ ਹੈਗਾ ਮੈਂ ਇੱਥੇ ਲਿਆ ਇਹ ਪੋਜ਼ਿਟਿਵ ਚਾਰਜ ਕੀ ਹੈ ਸੋਰਸ ਚਾਰਜ ਆ। ਹਾਂਜੀ ਸਰ। ਠੀਕ ਆ ਮੈਗਦੀਪ। ਹਾਂਜੀ ਸਰ। ਇਹ ਸੋਰਸ ਚਾਰਜ ਆ। ਸੋਰਸ मतलब ਜਿਹਦੇ ਕਰਕੇ ਇਲੈਕਟ੍ਰਿਕ ਫੀਲਡ ਪੈਦਾ ਹੋਇਆ। ਹੁਣ ਇਹਦੇ ਕਰਕੇ ਇਲੈਕਟ੍ਰਿਕ ਫੀਲਡ ਪੈਦਾ ਹੋਇਆ ਮੰਨ ਲਓ ਮੈਂ ਆਹ ਵਾਲੇ ਪੁਆਇੰਟ ਤੇ ਚੈੱਕ ਕਰਨਾ ਚਾਹਨਾ ਵਾਂ ਆਹ ਪੁਆਇੰਟ ਤੇ ਕਿ ਇਸ ਪੁਆਇੰਟ ਤੇ ਇਲੈਕਟ੍ਰਿਕ ਫੀਲਡ ਕਿੰਨਾ ਆ। ਠੀਕ ਆ ਗੱਲ। ਹਾਂਜੀ ਸਰ। ਚੈੱਕ ਕਰਾਂ ਕਿਵੇਂ ਚੈੱਕ ਕਰਨ ਦੇ ਲਈ ਮੈਨੂੰ ਉੱਥੇ ਰੱਖਣਾ ਪਏਗਾ ਕੋਈ ਟੈਸਟ ਚਾਰਜ ਰੱਖ ਕੇ ਦੇਖਣਾ ਪੈਣਾ ਵੀ ਇਹਨੂੰ ਕਿੰਨਾ ਫੋਰਸ ਲੱਗ ਰਿਹਾ ਹਨਾ। ਹਾਂਜੀ ਸਰ। ਟੈਸਟ ਚਾਰਜ ਬਹੁਤ ਨਿੱਕਾ ਜਿਹਾ ਰੱਖਦੇ ਆ ਆਪਾਂ ਪਰ ਆਪਾਂ ਫਿਰ ਦੇਖਦੇ ਆ ਕਿ ਕਿਸੇ ਯੂਨਿਟ ਚਾਰਜ ਨੂੰ ਕਿੰਨਾ ਫੋਰਸ ਲੱਗੇਗਾ ਹਨਾ। ਹਾਂਜੀ। ਇੱਥੇ ਨਾ ਇੱਕ ਬਹੁਤ ਮੁੱਖ ਗੱਲ ਹੈਗੀ ਇਹ ਗੱਲ ਦਾ ਧਿਆਨ ਰੱਖੀ ਜਿਹੜਾ ਟੈਸਟ ਚਾਰਜ ਆ ਨਾ ਜਿਹੜਾ ਰੱਖ ਕੇ ਆਪਾਂ ਇਲੈਕਟ੍ਰਿਕ ਫੀਲਡ ਦੀ ਡੈਫੀਨੇਸ਼ਨ ਦੇਖਦੇ ਆ ਟੈਸਟ ਚਾਰਜ ਹਮੇਸ਼ਾ ਕੀ ਹੁੰਦਾ ਪੋਜ਼ਿਟਿਵ। ਪੋਜ਼ਿਟਿਵ। ਇਹ ਬੜੀ ਇੰਪੋਰਟੈਂਟ ਗੱਲ ਆ ਤੇਰੇ ਸਵਾਲ ਦਾ ਜਵਾਬ ਇਹਦੇ ਵਿੱਚ ਪਿਆ ਵਾ। ਸਿਰ ਕੁਐਸਚਨ ਚ 네ਗੇਟਿਵ ਚਾਰਜ ਦਿੱਤਾ ਹੋਇਆ ਸਰ ਟੈਸਟ। ਨਹੀਂ ਭਾਈ ਇਹ ਨਹੀਂ ਹੋ ਸਕਦਾ ਕਿਤੇ ਵੀ ਨਹੀਂ ਹੋ ਸਕਦਾ। ਕੁਐਸਚਨ ਦਿੱਤਾ ਹੈ ਸਰ 네ਗੇਟਿਵ ਇੱਕ 네ਗੇਟਿਵ ਚਾਰਜ ਹੈ ਉਹਨੂੰ ਬਚਾ ਦਿੱਤਾ ਰਿਹਾ ਨਹੀਂ ਧਰਿਆ ਨਾ ਤੂੰ ਤਾਰ ਮੇਰੀ ਗੱਲ ਸੁਣ ਤੇ ਚਾਰਜ ਤਾਂ ਕੋਈ ਹੈਗੇ 네ਗੇਟਿਵ ਰੱਖ ਸਕਦਾ ਨਾ ਪਰ ਥਿਓਰੈਟਿਕਲੀ ਇਲੈਕਟ੍ਰਿਕ ਫੀਲਡ ਨੂੰ ਡਿਫਾਈਨ ਕਰਨ ਦੇ ਵਾਸਤੇ ਚਾਹੇ ਮੈਂ ਇਸ ਪੁਆਇੰਟ ਤੇ ਲਿਆ ਕੇ 네ਗੇਟਿਵ ਚਾਰਜ ਵੀ ਧਰਾਂਗਾ ਹੁਣੇ ਤੇਰੇ ਸਾਹਮਣੇ ਧਰਾਂਗਾ ਮੈਂ ਖੜ ਜਾ ਪਰ ਇਲੈਕਟ੍ਰਿਕ ਫੀਲਡ ਨੂੰ ਡਿਫਾਈਨ ਕਰਨ ਲਈ ਜਿਹੜਾ ਫੋਰਸ ਮੈਂ ਗੱਲ ਕਰ ਰਿਹਾ ਉਹ ਹੁੰਦਾ ਇਟ ਇਜ਼ ਦਾ ਫੋਰਸ ਐਂਡ ਡਿਫਾਈਨ ਕਿਵੇਂ ਦਾ ਫੋਰਸ experienced by unit positive test charge। ਇਹ ਡਿਫਾਈਨ ਕੀਤਾ ਨਾ ਇਹਨੂੰ ਇਲੈਕਟ੍ਰਿਕ ਫੀਲਡ ਦੀ ਡੈਫੀਨੇਸ਼ਨ ਹੈ ਨਾ ਇਹ। ਹਾਂਜੀ ਸਰ। ਮੈਂ ਇੱਥੇ ਟੈਸਟ ਚਾਰਜ ਰੱਖਿਆ ਥੋੜੀ ਆ ਮੈਂ ਇਹ ਇਮੇਜਿਨ ਕਰਕੇ ਦੇਖਦਾ ਹਾਂ ਕਿ ਜੇ ਇੱਥੇ ਟੈਸਟ ਚਾਰਜ ਰੱਖਾਂ ਤਾਂ ਕਿੰਨਾ ਫੋਰਸ ਉਹਨੂੰ ਲੱਗੇਗਾ ਤੇ ਜਿੰਨਾ ਵੀ ਫੋਰਸ ਤੇ ਜਿਹੜੀ ਵੀ ਡਾਇਰੈਕਸ਼ਨ 'ਚ ਲੱਗੇਗਾ ਆਹ ਵਾਲੇ ਫੋਰਸ ਦੇ ਨਾਲ ਡਿਫਾਈਨ ਹੋਏਗਾ ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ ਵੀ ਤੇ ਮੈਗਨੀਟਿਊਡ ਵੀ ਹਨਾ। ਹਾਂਜੀ। तो जे मैं इधर टेस्ट चार्ज रखांगा तो मैंने दस जी किधर ਨੂੰ ਫੋਰਸ ਲੱਗੇਗਾ ਉਹਨੂੰ ਸਰ ਇਹ ਤਾਂ ਟੈਸਟ ਚਾਰਜ ਦੇ ਵੱਲ ਨੂੰ ਲੱਗੂ ਸਰ ਫੋਰਸ ਇਧਰ ਨੂੰ ਲੱਗੂਗਾ ਕਿ ਨਹੀਂ। ਹਾਂਜੀ ਹਾਂਜੀ ਸਰ ਇਧਰ ਵੱਲ ਨੂੰ ਕਿਉਂ ਕਿਉਂਕਿ ਇੱਥੇ ਮੈਂ ਇਮੇਜਿਨ ਕਰਕੇ ਦੇਖ ਰਿਹਾ ਵਾਂ ਕਿ ਮੈਂ ਟੈਸਟ ਚਾਰਜ ਜਿਹੜਾ ਰੱਖਣਾ ਉਹ ਤਾਂ ਪੋਜ਼ਿਟਿਵ ਹੀ ਰੱਖਣਾ ਸੋਰਸ ਜਿਹੜਾ ਮਰਜ਼ੀ ਹੋਵੇ। ਠੀਕ ਆ ਆ ਜਿਹੜੀ ਡਾਇਰੈਕਸ਼ਨ ਬਣਾਈ ਇਹ ਕੀ ਦੀ ਡਾਇਰੈਕਸ਼ਨ ਆ ਇਲੈਕਟ੍ਰਿਕ ਫੀਲਡ ਦੀ। ਹੁਣ ਕਿਉਂਕਿ ਟੈਸਟ ਚਾਰਜ ਵੀ ਪੋਜ਼ਿਟਿਵ ਹੀ ਹੁੰਦਾ ਆ ਹਨਾ। ਹਾਂਜੀ ਪੋਜ਼ਿਟਿਵ ਟੈਸਟ ਚਾਰਜ ਤੇ ਮੈਂ ਇੱਥੇ ਮੰਨ ਲਾ ਪੋਜ਼ਿਟਿਵ ਚਾਰਜ ਲਿਆ ਕੇ ਰੱਖਦਾ ਕੋਈ ਪਲੱਸ ਕਿਊ ਚਾਰਜ ਹੈਗਾ ਇੱਕ ਠੀਕ ਹੈ ਇਹਨੂੰ ਲਿਆ ਕੇ ਮੈਂ ਇੱਥੇ ਰੱਖ ਦਵਾਂ ਲਓ ਜੀ ਰੱਖਤਾ ਠੀਕ ਹੈ। ਹਾਂਜੀ ਤੇ ਕਿਉਂਕਿ ਟੈਸਟ ਚਾਰਜ ਵੀ ਪੋਜ਼ਿਟਿਵ ਸੀਗਾ ਹੁਣ ਇਸ ਕਿਊ ਚਾਰਜ ਨੂੰ ਵੈਸੇ ਤੂੰ ਆਪ ਸੋਚ ਕੇ ਦੇਖ ਇਹਨੂੰ ਇਲੈਕਟ੍ਰਿਕ ਫੀਲਡ ਨੂੰ ਭੁੱਲ ਜਾ ਇੱਕ ਵਾਰ ਸੋਚ ਕੇ ਦੇਖਾ ਪਲੱਸ ਕਿਊ ਸੋਰਸ ਚਾਰਜ ਤੇ ਪਲੱਸ ਕਿਊ ਚਾਰਜ ਜਿਹੜਾ ਮੈਂ ਹੁਣ ਰੱਖਿਆ ਰੈੱਡ ਵਾਲਾ ਤੇ ਬਲੈਕ ਵਾਲਾ ਇਹ ਜਿਹੜਾ ਫੋਰਸ ਲੱਗੇਗਾ ਇਲੈਕਟ੍ਰਿਕ ਫੀਲਡ ਵਾਲੀ ਜਗ੍ਹਾ ਤੇ ਜਿੱਥੇ ਮੈਂ ਇਲੈਕਟ੍ਰਿਕ ਫੀਲਡ ਸ਼ੋ ਕੀਤਾ ਉਹ ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ 'ਚ ਲੱਗੇਗਾ ਕਿ ਨਹੀਂ ਮੈਨੂੰ ਦੱਸ। ਹਾਂਜੀ ਸਰ ਸੇਮ ਡਾਇਰੈਕਸ਼ਨ ਸੇਮ ਹੋਊ ਨਾ ਕਿਉਂਕਿ ਤੁਹਾਡਾ ਟੈਸਟ ਚਾਰਜ ਵੀ ਪੋਜ਼ਿਟਿਵ ਹੁੰਦਾ ਹੈ ਤੇ ਤੁਸੀਂ ਰੱਖਿਆ ਵੀ ਪੋਜ਼ਿਟਿਵ ਚਾਰਜ ਹੈ ਤਾਂ ਆਬਵੀਅਸਲੀ ਸੇਮ ਡਾਇਰੈਕਸ਼ਨ 'ਚ ਤਾਂ ਲੱਗੇਗਾ ਫੋਰਸ। ਹਾਂਜੀ ਹਾਂਜੀ ਸਰ ਪਰ ਫੋਰਸ ਲੱਗੇਗਾ ਕਿੰਨਾ ਇਹ ਬੜੀ ਇੰਪੋਰਟੈਂਟ ਗੱਲ ਆ। ਮੈਂ ਇਹ ਕਹਿ ਰਿਹਾ ਕਿ ਜੇ ਯੂਨਿਟ ਪੋਜ਼ਿਟਿਵ ਟੈਸਟ ਚਾਰਜ ਤੇ ਫੋਰਸ ਲੱਗਦਾ ਆ ਇੰਨਾ ਜੋ ਕਿ ਇਲੈਕਟ੍ਰਿਕ ਫੀਲਡ ਦੀ ਡੈਫੀਨੇਸ਼ਨ ਆ ਤਾਂ ਪਲੱਸ ਕਿਊ ਚਾਰਜ ਉੱਥੇ ਰੱਖਿਆ ਤਾਂ ਇੱਥੇ ਫੋਰਸ ਕਿੰਨਾ ਲੱਗੇਗਾ ਇੰਨਾ ਕਿਊ ਸਮਝ ਲੱਗੀ ਗੱਲ। ਹਾਂਜੀ ਸਰ ਹੁਣ ਜੇ ਮੈਂ ਇਸ ਦੂਰੀ ਨੂੰ r ਕਹਿ ਦਵਾਂ ਤਾਂ ਤੂੰ ਮੈਨੂੰ ਇਹ ਦੱਸ ਵੀ ਇਲੈਕਟ੍ਰਿਕ ਫੀਲਡ ਦਾ ਜੇ ਮੈਂ ਮੈਗਨੀਟਿਊਡ ਦੱਸਾਂ ਫੋਰਸ ਦਾ ਇਹ ਤਾਂ q * e ਹੋ ਗਿਆ। ਇਲੈਕਟ੍ਰਿਕ ਫੀਲਡ ਦੱਸ ਹੁਣ ਇਸ q ਚਾਰਜ ਦੇ ਕਰਕੇ ਇੱਥੇ ਕਿੰਨਾ ਆ ਇੰਨਾ ਨਹੀਂ ਆ ਹੁਣੇ ਆਪਾਂ ਕੀਤਾ ਜਾਂ k q/r²। ਹਾਂਜੀ ਸਰ ਤਾਂ ਇਹ ਤਾਂ ਕੂਲਮ ਲਾਈਨ ਹੀ ਬਣ ਗਿਆ ਦੇਖਾ ਦੇ ਆਹ ਤਾਂ ਹਾਂਜੀ
ਤਾਂ ਬੇਸਿਕਲੀ ਅਸੀਂ ਫੋਰਸ ਤੋਂ ਉਸੇ ਦੀ ਗੱਲ ਕਰ ਰਹੇ ਹਾਂ, ਪਰ ਉਹਨੂੰ ਇਲੈਕਟ੍ਰਿਕ ਫੀਲਡ ਦੀ ਟਰਮਸ ਦੇ ਵਿੱਚ ਗੱਲ ਕਰ ਰਹੇ ਹਾਂ। ਪਹਿਲਾਂ ਇੰਨੀ ਗੱਲ ਦੱਸ, ਤੈਨੂੰ ਸਮਝ ਲੱਗ ਗਈ? ਹਾਂਜੀ ਸਰ। ਹੁਣ ਇੱਕ ਵਾਰ ਦੁਬਾਰਾ ਦੇਖ ਕਿ ਮੈਂ ਕਹਿ ਰਿਹਾ ਕਿ ਇਲੈਕਟ੍ਰਿਕ ਫੀਲਡ ਡਿਫਾਈਨ ਕਰਨ ਦੇ ਲਈ ਮੈਂ ਵਰਤਿਆ ਬਲੈਕ ਕਲਰ ਦਾ ਲਿਖਿਆ ਨਾ ਪੋਜ਼ਿਟਿਵ ਚਾਰਜ, ਪੋਜ਼ਿਟਿਵ ਟੈਸਟ ਚਾਰਜ ਮੈਂ ਅੰਡਰਲਾਈਨ ਕੀਤਾ ਇੱਥੇ ਦੇਖ। ਤਾਂ ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ ਤਾਂ ਉਹੀ ਰਹਿਣੀ ਹੈ ਜਿਹੜੀ ਹੈ, ਠੀਕ ਹੈ। ਠੀਕ ਹੈ। ਪਰ ਮੈਂ ਇਸ ਵਾਰ ਕੀ ਕਰ ਰਿਹਾ, ਮੈਂ ਕਹਿ ਰਿਹਾ ਮੈਂ ਨੈਗੇਟਿਵ ਚਾਰਜ ਜਿਹੜਾ ਲੈ ਕੇ ਆਇਆ ਮੈਂ ਕਿਤੋਂ ਲਿਆ ਕੇ ਇੱਥੇ ਰੱਖਣਾ ਮੈਂ, ਠੀਕ ਆ। ਹਾਂਜੀ ਸਰ। ਜਦੋਂ ਮੈਂ ਨੈਗੇਟਿਵ ਚਾਰਜ ਨੂੰ ਇੱਥੇ ਰੱਖਾਂਗਾ ਮਾਈਨਸ ਕਿਊ ਨੂੰ, ਤੂੰ ਵੈਸੇ ਹੀ ਸੋਚ ਕੇ ਦੱਸ ਵੀ ਇੱਥੇ ਕਿੱਧਰ ਨੂੰ ਫੋਰਸ ਲੱਗਣਾ ਚਾਹੀਦਾ ਇਹਨੂੰ। ਹੁਣ ਤਾਂ ਸਰ ਕਿਊ ਦੇ ਮਤਲਬ ਇਨਵਰਡ ਨੂੰ ਲੱਗਣਾ ਚਾਹੀਦਾ। ਹਾਂ ਉਹ ਲੱਗਣਾ ਚਾਹੀਦਾ, ਉਧਰ ਲੱਗੇਗਾ ਤੇ ਉਹ ਇਲੈਕਟ੍ਰਿਕ ਫੀਲਡ ਦੇ ਆਪੋਜ਼ਿਟ ਨਹੀਂ ਹੋ ਗਿਆ ਆਪਣੇ ਆਪ ਹੀ। ਹਾਂਜੀ ਸਰ। ਹੁਣ ਜੇ ਇਹਨੂੰ ਸੋਚਿਆ ਜਾਵੇ ਤਾਂ ਇੱਧਰ ਦੇਖ, ਯੂਨਿਟ ਪੋਜ਼ਿਟਿਵ ਚਾਰਜ ਨੂੰ ਫੋਰਸ ਲੱਗਦਾ ਇੰਨਾ, ਤੇ ਮਾਈਨਸ ਕਿਊ ਚਾਰਜ ਨੂੰ ਫੋਰਸ ਲੱਗੇਗਾ ਮਾਈਨਸ ਕਿਊ ਇਨਟੂ ਈ। ਹਾਂਜੀ ਸਰ। ਹੁਣ ਜੇ ਮਾਈਨਸ ਕਿਊ ਇਨਟੂ ਈ ਹੋ ਗਿਆ ਤਾਂ ਤੂੰ ਆਪ ਸੋਚ ਕੇ ਦੇਖ ਵੀ ਆ ਕੁਆਂਟੀਟੀ ਇਲੈਕਟ੍ਰਿਕ ਫੀਲਡ ਦੇ ਆਪੋਜ਼ਿਟ ਨਹੀਂ ਹੋਗੀ, ਨੈਗੇਟਿਵ ਆਫ दैट ਇਲੈਕਟ੍ਰਿਕ ਫੀਲਡ। ਹਾਂਜੀ ਸਰ। ਆਏਗਾ ਤੁਹਾਨੂੰ। ਹਾਂਜੀ ਹਾਂਜੀ। ਇੱਧਰ ਦੇਖ, ਮੰਨ ਲਾ ਆ a ਵੈਕਟਰ ਆ ਤੇ ਜੇ -2a ਵੈਕਟਰ ਹੋਵੇ ਤਾਂ ਇੱਧਰ ਨੂੰ ਨਹੀਂ ਹੋਗਾ -2a ਵੈਕਟਰ। ਹਾਂਜੀ ਸਰ। ਤੇ ਫਿਰ ਉਹੀ ਤਾਂ ਗੱਲ ਹੋਈ ਆ, q ਟਾਈਮਸ e, ਪਰ ਹੁਣ ਪਿੱਛੇ ਨੂੰ ਹੋ ਜਾਊਗਾ। ਹੁਣ ਇਹਨੂੰ ਜਿਹੜਾ ਫੋਰਸ ਲੱਗੂਗਾ ਉਹ ਫੋਰਸ ਇਲੈਕਟ੍ਰਿਕ ਫੀਲਡ ਦੇ ਆਪੋਜ਼ਿਟ ਲੱਗੂਗਾ -q ਇਨਟੂ e। ਤੇ ਵੈਸੇ ਵੀ ਇਹ ਤੈਨੂੰ ਪਤਾ ਹੀ ਹੈ ਕਿ ਇਹ ਅਟਰੈਕਟਿਵ ਹੀ ਹੋਣਾ ਚਾਹੀਦਾ ਸੀ। ਹਾਂਜੀ। ਸਮਝ ਲੱਗੀ ਗੱਲ ਕਿ ਨਹੀਂ ਦੱਸ? ਹਾਂਜੀ ਸਰ। ਤੇ ਸਰ ਜੇ ਕਿਊ ਚਾਰਜ, ਸਰ ਇਹ ਕਿਊ ਚਾਰਜ ਵੀ ਨੈਗੇਟਿਵ ਹੋਵੇ, ਮੇਰੀ ਗੱਲ ਸੁਣਨਾ, ਉਹਨੂੰ ਛੱਡ, ਚਾਰਜ ਵੀ ਨੈਗੇਟਿਵ ਹੋਵੇ। ਉਹ ਤੇ ਮੈਂ ਆ ਰਿਹਾ, ਤੂੰ ਮੈਂ ਆਹ ਵਾਲੀ ਗੱਲ ਸਮਝ ਲੱਗੀ ਤੈਨੂੰ? ਹਾਂਜੀ ਸਰ। ਇਸ ਤੋਂ ਤੈਨੂੰ ਹੁਣੇ ਹਲੇ ਤੱਕ ਤਾਂ ਤੇਰੇ ਸਾਹਮਣੇ ਇਹੀ ਗੱਲ ਆਈ ਹੈ ਨਾ ਕਿ ਜੇ ਤਾਂ ਤੁਸੀਂ ਇੱਥੇ ਪੋਜ਼ਿਟਿਵ ਚਾਰਜ ਰੱਖੋਗੇ ਤਾਂ ਉਹਨੂੰ ਤਾਂ ਇਲੈਕਟ੍ਰਿਕ ਫੀਲਡ ਦੀ ਦਿਸ਼ਾ ਵਿੱਚ ਹੀ ਫੋਰਸ ਲੱਗੂਗਾ q ਇਨਟੂ e। ਹਾਂਜੀ ਸਰ। ਜੇ ਤੁਸੀਂ ਇੱਥੇ ਲਿਆ ਕੇ ਨੈਗੇਟਿਵ ਚਾਰਜ ਰੱਖੋਗੇ ਉਹਨੂੰ ਇਲੈਕਟ੍ਰਿਕ ਫੀਲਡ ਦੇ ਉਲਟ ਦਿਸ਼ਾ 'ਚ ਫੋਰਸ ਲੱਗੂਗਾ q ਇਨਟੂ e। ਹਾਂਜੀ ਸਰ। ਮਾਈਨਸ ਕਿਊ ਈ, ਜੇ ਇਕੱਲਾ ਮੈਗਨੀਟਿਊਡ ਕਹੋ ਤਾਂ ਕਿਊ ਹੀ ਕਹੋਗੇ, ਪਰ ਉਹ ਹਾਂਜੀ। ਮਾਈਨਸ ਕਿਊ ਹੀ ਕਹਿ ਦੋ ਕਿਉਂਕਿ ਮਾਈਨਸ ਦੇ ਕਰਕੇ ਡਾਇਰੈਕਸ਼ਨ ਵੀ ਦਿਸ ਰਹੀ ਹੈ। ਕਲੀਅਰ ਹੋਈ ਗੱਲ ਕਿ ਨਹੀਂ ਦੱਸ? ਹੁਣ ਫੇਰ ਆਨੇ ਗੱਲ, ਮੈਂ ਕਿਹਾ ਸੋਰਸ ਤਾਂ ਕੁਝ ਵੀ ਹੋ ਸਕਦਾ ਨਾ, ਤੇ ਜੇ ਸੋਰਸ ਚਾਰਜ ਹੀ ਤੁਹਾਡਾ ਮੰਨ ਲਓ ਨੈਗੇਟਿਵ ਆ, ਸੋਰਸ ਚਾਰਜ ਹੈ ਨਾ, ਠੀਕ ਹੈ ਗੱਲ। ਓਕੇ। ਇਹਦੇ ਕਰਕੇ ਇਸ ਡਾਇਰੈਕਸ਼ਨ, ਇਸ ਜਗ੍ਹਾ ਤੇ ਮੈਂ ਇਲੈਕਟ੍ਰਿਕ ਫੀਲਡ ਪਹਿਲਾਂ ਮੈਂ ਮੈਂਸ਼ਨ ਕਰ ਦਵਾਂ, ਉਹ ਮੇਰੇ ਲਈ ਬਹੁਤ ਜ਼ਰੂਰੀ ਹੈ ਪਹਿਲਾਂ ਮੈਂਸ਼ਨ ਕਰਨਾ। ਤੇ ਇਹਦੇ ਕਰਕੇ ਇਲੈਕਟ੍ਰਿਕ ਫੀਲਡ ਦੀ ਡੈਫੀਨੇਸ਼ਨ ਕੀ ਕਹਿੰਦੀ ਹੈ? ਫੋਰਸ ਐਕਸਪੀਰੀਅੰਸ ਬਾਈ ਯੂਨਿਟ ਪੋਜ਼ਿਟਿਵ ਟੈਸਟ ਚਾਰਜ ਹੀ ਰੱਖਣਾ ਆ। ਸੋ ਇੱਥੇ ਮੈਂ ਜੇ ਯੂਨਿਟ ਪੋਜ਼ਿਟਿਵ ਟੈਸਟ ਚਾਰਜ ਰੱਖ ਕੇ ਦੇਖਾਂ ਤਾਂ ਉਹਨੂੰ ਫੋਰਸ ਕਿੱਧਰ ਲੱਗੂਗਾ ਦੱਸ ਹੁਣ? ਸਰ ਆਹ ਕਿਊ ਦੇ ਥੱਲੇ ਨੂੰ ਸਰ, ਮਾਈਨਸ ਕਿਊ ਦੇ ਆ ਨਜ਼ਦੀਕ। ਆਪਣੀ ਫਿਰ ਡਾਇਰੈਕਸ਼ਨ ਆਫ ਇਲੈਕਟ੍ਰਿਕ ਫੀਲਡ ਹੋਗੀ ਨਾ। ਹਾਂਜੀ ਸਰ। ਕਿਉਂਕਿ ਉਹ ਇੱਥੇ ਮੈਂ ਪੋਜ਼ਿਟਿਵ ਟੈਸਟ ਚਾਰਜ ਹੀ ਰੱਖ ਕੇ ਚੈੱਕ ਕਰਨਾ ਸੀ, ਕਰ ਲਿਆ ਤੇ ਮੈਂ ਉਹਨੂੰ ਦਿਖਾਇਆ ਨਹੀਂ, ਐਵੇਂ ਗੰਦ ਪੈਣਾ ਸੀ ਡਾਇਗਰਾਮ 'ਚ। ਹਾਂਜੀ। ਆਪਾਂ ਕੀ ਕੀਤਾ, ਹੁਣ ਮੈਂ ਕਹਿ ਰਿਹਾ, ਹੁਣ ਮੈਂ ਇਸ ਪੁਆਇੰਟ ਤੇ ਜਿੱਥੇ ਇਲੈਕਟ੍ਰਿਕ ਫੀਲਡ E ਹੈਗਾ ਆ, ਇੱਥੇ ਮੈਂ ਬਾਹਰੋਂ ਦੀ ਲੈ ਕੇ ਆਣਾ ਇੱਕ ਪਲੱਸ ਕਿਊ ਚਾਰਜ ਤੇ ਲਿਆ ਕੇ ਇੱਥੇ ਰੱਖ ਦਿੰਦਾ ਪਲੱਸ ਕਿਊ ਚਾਰਜ। ਹੁਣ ਇਹਨੂੰ ਫੋਰਸ ਲੱਗੂਗਾ? ਹਾਂਜੀ। ਤੂੰ ਦੱਸ ਫੋਰਸ ਕਿੱਧਰ ਨੂੰ ਲੱਗੂਗਾ? ਸਰ ਉਲਟ ਡਾਇਰੈਕਸ਼ਨ ਸਰ ਇਹਦੀ। ਉਲਟ ਡਾਇਰੈਕਸ਼ਨ 'ਚ ਕਿਵੇਂ? ਜਿਹੜਾ E ਹੈਗਾ, E ਦੀ ਡਾਇਰੈਕਸ਼ਨ ਤੂੰ ਆ ਦੱਸ, ਆਪ ਸੋਰਸ ਚਾਰਜ ਇਹਨੂੰ ਅਟਰੈਕਟ ਕਰ ਰਿਹਾ ਕਿ ਰਿਪੈਲ ਕਰ ਰਿਹਾ ਦੱਸ? ਅਟਰੈਕਟ ਸਰ। ਤੇ ਫਿਰ ਇੱਧਰ ਨੂੰ ਲੱਗੂਗਾ। ਹਾਂਜੀ ਸਰ, ਇਹ ਤਾਂ ਇੱਧਰ ਨੂੰ ਹੋ ਗਈ। ਹਾਂ ਤਾਂ ਫਿਰ ਇੱਧਰ ਨੂੰ ਲੱਗਿਆ ਤਾਂ ਇਹਦਾ ਕੀ ਮਤਲਬ ਬਣਿਆ ਵੀ ਪਲੱਸ ਕਿਊ ਚਾਰਜ ਜੋ ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ 'ਚ ਫੋਰਸ ਲੱਗਿਆ q ਇਨਟੂ e। ਹਾਂਜੀ ਸਰ। ਸਮਝ ਲੱਗੀ ਗੱਲ? ਹਾਂਜੀ ਹਾਂਜੀ। ਤੇ ਜੇ ਮੈਂ ਇੱਥੇ ਇਹਨੂੰ ਨਾ ਰੱਖਦਾ ਤੇ ਇਹਦੀ ਬਜਾਏ ਮੈਂ ਨੈਗੇਟਿਵ ਚਾਰਜ ਰੱਖ ਦਿੰਦਾ, ਨੈਗੇਟਿਵ ਚਾਰਜ ਇੱਥੋਂ ਲਿਆ ਕੇ ਇੱਥੇ ਰੱਖਤਾ ਮਾਈਨਸ ਕਿਊ, ਤਾਂ ਹੁਣ ਇਹਨੇ ਕੀ ਕਰਨਾ? ਰਿਪੈਲ ਕਰਨਾ ਸੀ ਕਿ ਨਹੀਂ? ਹਾਂਜੀ ਸਰ। ਆ ਹੋਣਾ ਸੀ ਕਿ ਨਹੀਂ ਫੋਰਸ? ਹਾਂਜੀ ਸਰ। ਤੇ ਹੁਣ ਦੱਸ ਕਿ ਫੋਰਸ ਇਲੈਕਟ੍ਰਿਕ ਫੀਲਡ ਦੇ ਆਪੋਜ਼ਿਟ ਲੱਗਿਆ ਕਿ ਨਹੀਂ ਲੱਗਿਆ? ਹਾਂਜੀ ਸਰ। ਬਣ ਗਈ ਗੱਲ ਕਿ ਨਹੀਂ? ਹਾਂ ਹਾਂ। ਮਤਲਬ ਇਹ ਇਲੈਕਟ੍ਰਿਕ ਫੀਲਡ ਜਿਹੜੇ ਮਰਜ਼ੀ ਪਾਸੇ ਨੂੰ ਹੋਵੇ, ਜਿਸ ਪੁਆਇੰਟ ਤੇ ਤੁਸੀਂ ਇਲੈਕਟ੍ਰਿਕ ਫੀਲਡ ਦੇਖ ਲਿਆ E, ਜੇ ਉੱਥੇ ਤੁਸੀਂ ਕੋਈ ਪੋਜ਼ਿਟਿਵ ਚਾਰਜ ਰੱਖਦੇ ਹੋ ਤਾਂ ਉਹਨੂੰ ਇਲੈਕਟ੍ਰਿਕ ਫੀਲਡ ਦੀ ਦਿਸ਼ਾ ਵਿੱਚ ਹੀ ਫੋਰਸ ਲੱਗੇਗਾ। ਜੇ ਤੁਸੀਂ ਕੋਈ ਨੈਗੇਟਿਵ ਚਾਰਜ ਰੱਖ ਦਿੰਦੇ ਹੋ ਉੱਥੇ ਲਿਆ ਕੇ ਤਾਂ ਉਹਨੂੰ ਇਲੈਕਟ੍ਰਿਕ ਫੀਲਡ ਦੇ ਆਪੋਜ਼ਿਟ ਡਾਇਰੈਕਸ਼ਨ 'ਚ ਫੋਰਸ ਲੱਗੇਗਾ। ਕਲੀਅਰ ਹੋਈ ਗੱਲ? ਹਾਂਜੀ ਸਰ। ਹੁਣ ਤਾਂ ਨਹੀਂ ਕੋਈ ਕਨਫਿਊਜ਼ਨ? ਨਹੀਂ। ਕਿਉਂਕਿ ਇਲੈਕਟ੍ਰਿਕ ਫੀਲਡ ਨੂੰ ਡਿਫਾਈਨ ਕਰਦੇ ਹੋਏ ਕਿਹਾ ਸੀ ਯੂਨਿਟ ਪੋਜ਼ਿਟਿਵ ਟੈਸਟ ਚਾਰਜ ਨੂੰ ਫੋਰਸ ਲੱਗੂਗਾ। ਇਹ ਨਹੀਂ ਕਿ ਜਿਹੜਾ ਮਰਜ਼ੀ ਚਾਰਜ ਰੱਖੀਓ ਉਹਨੂੰ ਜਿਹੜਾ ਵੀ ਫੋਰਸ ਲੱਗੂ ਉਹੀ ਇਲੈਕਟ੍ਰਿਕ ਫੀਲਡ ਹੋਗਾ। ਨੋ, ਇਲੈਕਟ੍ਰਿਕ ਫੀਲਡ ਦੀ ਡੈਫੀਨੇਸ਼ਨ ਹੈਗੀ ਆ ਦ ਫੋਰਸ ਐਕਸਪੀਰੀਅੰਸਡ ਬਾਈ ਯੂਨਿਟ ਪੋਜ਼ਿਟਿਵ ਟੈਸਟ ਚਾਰਜ। ਪਰ ਜ਼ਰੂਰੀ ਨਹੀਂ ਕਿ ਤੁਸੀਂ ਇੱਥੇ ਪੋਜ਼ਿਟਿਵ ਟੈਸਟ ਚਾਰਜ ਰੱਖਣਾ ਹੈ। ਤੁਸੀਂ ਤਾਂ ਕੋਈ ਆਈ ਮੀਨ ਪੋਜ਼ਿਟਿਵ ਚਾਰਜ ਰੱਖੋਗੇ, ਤੁਸੀਂ ਜੇ ਨੈਗੇਟਿਵ ਰੱਖੋਗੇ ਤਾਂ ਉਹਨੂੰ ਤਾਂ ਉਹਦੇ ਉਲਟਾ ਲੱਗਣਾ ਹੀ ਆ ਫਿਰ। ਕਲੀਅਰ ਹੈ ਗੱਲ?
ਹਾਂਜੀ ਸਰ। तो हुण मैनूं एक गल दा जवाब दे तूं, यस सर। जे मान ला किसी जगह ते मैं यूनीफॉर्म इलैक्ट्रिक फील्ड ऐ शो कीता, हालांकि मैं तुहानूं होर भी इलैक्ट्रिक फील्ड लाइनस विच होर डिटेल नाल दसूंगा। मान ला आ एक इलैक्ट्रिक फील्ड दा रीजन आ, इस जगह ते इत्थे इलैक्ट्रिक फील्ड है, ठीक आ, ते इलैक्ट्रिक ਹਾਂਜੀ फील्ड किहड़ी दिशा च हैगा तेरे सामने दिख रहा, ठीक आ। आ रीजन ਦੇ ਵਿੱਚ ਇਲੈਕਟ੍ਰਿਕ ਫੀਲਡ ਆ ਤੇ ਇਲੈਕਟ੍ਰਿਕ ਫੀਲਡ ਜਿਹੜੀ ਡਾਇਰੈਕਸ਼ਨ 'ਚ ਹੈਗਾ ਆ ਉਹ ਮੈਂ ਤੁਹਾਨੂੰ ਦਿਖਾਈ ਰਿਹਾ, ਆ ਹੈਗੀ ਡਾਇਰੈਕਸ਼ਨ ਉਹਦੀ। ਕਲੀਅਰ ਆ ਗੱਲ? ਹਾਂਜੀ ਸਰ। ਹਾਂਜੀ ਸਰ। ਮੈਂ ਤੈਨੂੰ ਜਸਟ ਇਹ ਪੁੱਛ ਰਿਹਾ ਕਿ ਮੰਨ ਲਾ ਜਿਵੇਂ ਇੱਥੇ ਲਿਆ ਕੇ ਵੈਸੇ ਹੀ ਵਿੱਚ ਛੱਡ ਦਵਾਂ ਇੱਕ ਚਾਰਜ ਪੋਜ਼ਿਟਿਵ ਚਾਰਜ ਪਲੱਸ Q, ਇਲੈਕਟ੍ਰਿਕ ਫੀਲਡ ਇੱਥੇ ਹੈਗਾ, ਉਹ ਇਲੈਕਟ੍ਰਿਕ ਫੀਲਡ ਕਿਹਦੇ ਕਰਕੇ ਆ, ਸੋਰਸ ਮੈਂ ਤੁਹਾਨੂੰ ਦਿਖਾ ਨਹੀਂ ਰਿਹਾ, ਕੀ ਪਤਾ ਸੋਰਸ ਇੱਥੇ ਕਿਤੇ ਪਿਆ ਹੋਵੇ, ਉਹਦੇ ਕਰਕੇ ਇਲੈਕਟ੍ਰਿਕ ਫੀਲਡ ਪੈਦਾ ਹੋ ਰਿਹਾ ਹੋਣਾ। ਹਾਂਜੀ ਸਰ। ਸੋਰਸ ਇੱਥੇ ਪਿਆ ਹੋਣਾ ਜਾਂ ਇੱਥੇ ਪਿਆ ਹੋਣਾ, ਮੈਂ ਇਸ ਗੱਲ ਦੀ ਟੈਨਸ਼ਨ ਨਹੀਂ ਲੈਂਦਾ। ਮੈਂ ਕਿਹਾ ਰੀਜਨ 'ਚ ਇਲੈਕਟ੍ਰਿਕ ਫੀਲਡ ਹੈਗਾ ਬਸ E, ਉਹ ਮੈਨੂੰ ਪਤਾ ਹੈ ਕਿ E ਆ ਤੇ ਇਸ ਦਿਸ਼ਾ 'ਚ, ਤਾਂ ਇਸ ਪਲੱਸ Q ਚਾਰਜ ਨੂੰ ਕਿੱਧਰ ਨੂੰ ਫੋਰਸ ਲੱਗੂਗਾ? ਸਰ ਉਹੀ ਡਾਇਰੈਕਸ਼ਨ ਚ। ਇਹੀ ਡਾਇਰੈਕਸ਼ਨ 'ਚ ਲੱਗੂਗਾ ਨਾ, ਇੱਧਰ ਨੂੰ ਹੀ ਲੱਗੂਗਾ ਨਾ। ਹਾਂਜੀ ਸਰ। ਇੱਧਰ ਹੀ ਲੱਗੂਗਾ ਤੇ ਕਿੰਨਾ ਲੱਗੂਗਾ? QE। QE। ਤੇ ਜੇ ਮੈਂ ਇਸੇ ਜਗ੍ਹਾ ਤੇ ਲਿਆ ਕੇ ਇੱਥੇ ਕਿਤੇ ਨੈਗੇਟਿਵ ਚਾਰਜ -Q ਰੱਖ ਦਵਾਂ ਤਾਂ ਉਹਨੂੰ ਕਿੱਧਰ ਫੋਰਸ ਲੱਗੂਗਾ? ਆਪੋਜ਼ਿਟ ਡਾਇਰੈਕਸ਼ਨ ਚ। ਆਪੋਜ਼ਿਟ ਡਾਇਰੈਕਸ਼ਨ ਲੱਗੂਗਾ। -QE ਕਹਿ ਦੇਵਾਂਗੇ ਵੈਕਟੋਰੀਅਲ, ਨਹੀਂ ਤਾਂ ਮੈਗਨੀਟਿਊਡ 'ਚ ਤਾਂ QE ਲੱਗੂਗਾ। ਹਾਂਜੀ ਸਰ ਸੇਮ। ਹੁਣ ਗੱਲ ਕਲੀਅਰ ਹੋ ਗਈ? ਹਾਂਜੀ ਸਰ। ਚਲੋ ਜੀ, ਦੂਸਰੀ ਗੱਲ ਹੈਗੀ ਆ ਜੀ ਜਸ਼ਨਜੋਤ ਵਾਲੀ ਜਿਹੜੀ ਗੱਲ ਹੈ ਨਾ, ਉਹ ਜ਼ਿਆਦਾ ਇੰਪੋਰਟੈਂਟ ਹੈ, ਉਹ ਮੈਂ ਅੱਜ ਦੇ ਲੈਕਚਰ ਦਾ ਹਿੱਸਾ ਵੀ ਹੈ, ਇਸ ਲਈ ਉਹਨੂੰ ਮੈਂ ਡਿਟੇਲ 'ਚ ਬਾਅਦ ਸ਼ੁਰੂ ਕਰਦਾ। ਇੱਕ ਵਾਰ ਮੈਂ ਹਿਮਾਨੀ ਦੇ ਕੁਐਸਚਨ ਨੂੰ ਐਡਰੈਸ ਕਰ ਲਾਂ ਥੋੜਾ ਜਿਹਾ, 1 ਕੂਲਮ ਨੂੰ ਡਿਫਾਈਨ ਕਰਨ ਦਾ ਤਰੀਕਾ। 1 ਕੂਲਮ ਨੂੰ ਡਿਫਾਈਨ ਕਰਨ ਦਾ ਜਿਹੜਾ ਕਰੰਟ ਐਂਡ ਟਾਈਮ ਵਾਲਾ ਮੈਥਡ ਸੀਗਾ, ਉਹ ਸੀਗਾ ਕਿ ਆਪਾਂ ਅੱਛਾ ਜਿਵੇਂ ਦੇਖੋ ਤੁਸੀਂ 1 ਨਿਊਟਨ ਨੂੰ ਕਿਵੇਂ ਡਿਫਾਈਨ ਕਰਦੇ ਹੋ, ਪਹਿਲਾਂ ਆਪਾਂ ਇਹ ਦੇਖੀ ਥੋੜਾ ਜਿਹਾ ਰਫਲੀ। ਦੇਖੋ ਹਿਮਾਨੀ ਮਾਈਕ ਔਨ ਕਰ ਲੈਣਾ ਉਹਨੂੰ। Yes. ਫੋਰਸ ਜਿਹੜਾ ਹੁੰਦਾ ਹੈ ਇਕੁਅਲ ਟੂ ਕਿੰਨਾ, ਮਾਸ ਇਨਟੂ ਐਕਸਲਰੇਸ਼ਨ। Yes. ਜੇ ਮੈਂ ਫੋਰਸ ਦੀ ਐਸਆਈ ਯੂਨਿਟ 1 ਨਿਊਟਨ ਡਿਫਾਈਨ ਕਰਨੀ ਹੈ ਤਾਂ ਮੈਨੂੰ ਇੱਧਰ ਵੀ ਸਾਰਾ ਕੁਝ 1 ਕਰ ਲਈਏ, 1 ਕਿਲੋਗ੍ਰਾਮ ਕਰ ਦਈਏ Yes. ਤੇ ਇਹਨੂੰ 1 ਮੀਟਰ ਪ੍ਰਤੀ ਸੈਕਿੰਡ ਸਕੁਅਰ ਕਰ ਦਈਏ, ਹਾਂਜੀ। ਤਾਂ ਆਪਾਂ ਕੀ ਕਹਿੰਦੇ ਆ 1 ਨਿਊਟਨ? ਆਪਾਂ ਕਹਿੰਦੇ ਆ force is said to be 1 newton if it produces an acceleration of 1 meter per second square in a body of mass 1 kilogram। ਸਮਝ ਲੱਗੀ ਗੱਲ? ਹਾਂਜੀ ਸਰ। ਹੁਣ ਦੇਖੋ ਮੈਂ ਤੁਹਾਨੂੰ ਇਹ 'ਚ ਕਰਕੇ ਇੱਕ ਹੋਰ ਚੀਜ਼ ਦਿਖਾਣਾ। ਜੇ ਮੈਂ ਕਹਿ ਦੇਵਾਂ ਡਿਫਾਈਨ ਤੁਸੀਂ ਇਦਾਂ ਹੀ ਕਰਨਾ ਹੈ, ਤੁਸੀਂ ਇਹ ਪੰਗੇ ਨਹੀਂ ਲੈਣੇ ਜਿਹੜੇ ਪੰਗੇ ਮੈਂ ਹੁਣ ਲੈਣ ਜਾ ਰਿਹਾ। ਤੁਸੀਂ ਮੰਨ ਲਓ ਅੱਧਾ ਕਿਲੋ ਦੀ ਬੋਡੀ ਲੈ ਲਓ ਤੇ ਉਹਨੂੰ 2 ਮੀਟਰ ਪ੍ਰਤੀ ਸੈਕਿੰਡ ਸਕੁਅਰ ਦੀ ਐਕਸਲਰੇਸ਼ਨ ਦੇ ਦਿਓ, ਤੇ ਤਾਂ ਵੀ ਤੁਹਾਡਾ ਫੋਰਸ ਤਾਂ 1 ਨਿਊਟਨ ਹੀ ਬਣੇਗਾ ਕਿ ਨਹੀਂ? Yes sir। तो मैं इन्हों डिफाइन करता 1 न्यूटन कैन बी डिफाइंड एज द फोर्स that will produce an acceleration of 2 मीटर प्रति सेकंड स्क्वायर in a body of mass आधा किलो। ਹਾਂਜੀ। ठीक है गल? ਹਾਂਜੀ ਸਰ। ਜਿਵੇਂ ਮਰਜ਼ੀ ਮੈਂ ਘੁਮਾਈ ਜਾਵਾਂ ਨੂੰ, ਏਡੀ ਕਿੱਡੀ ਗੱਲ ਆ। 1 ਨਿਊਟਨ ਬਣਾਉਣਾ ਸੀ ਬਣਾਤਾ, ਪਰ ਤੁਸੀਂ ਇਹੀ ਕਰਨਾ ਆ, ਇਹ ਜਿਹੇ ਪੰਗੇ ਨਹੀਂ ਲੈਣੇ ਜਿਹੇ ਮੈਂ ਲੈ ਰਿਹਾ, ਠੀਕ ਹੈ ਨਾ? ਡੋਂਟ ਟਰਾਈ ਦਿਸ ਐਟ ਹੋਮ। ਮੰਨ ਲਾ 1/3 kg ਕਰ ਦਵਾਂ ਤੇ ਇਹਦੇ ਚ ਕਿੰਨੀ ਐਕਸਲਰੇਸ਼ਨ ਪੈਦਾ ਕਰਨੀ ਪੈਣੀ ਹੈ? 3 ਮੀਟਰ ਪ੍ਰਤੀ ਸੈਕਿੰਡ। ਸਿੰਪਲ ਜੀ ਗੱਲ ਆ, ਤੁਸੀਂ ਫੋਰਸ ਤਾਂ ਉਨਾ ਹੀ ਲਾਣਾ ਆ। 1 ਕਿਲੋ ਨੂੰ ਇੰਨੀ ਐਕਸਲਰੇਸ਼ਨ ਦਿੰਦਾ, ਅੱਧਾ ਕਿਲੋ ਨੂੰ ਫਿਰ ਜ਼ਿਆਦਾ ਦੇ ਦਿੰਦਾ ਨਾ। ਹਾਂਜੀ। ਜਿੰਨੀ ਤੁਸੀਂ ਫੋਰਸ ਉਨਾ ਹੀ ਲਾ ਰਹੇ ਹੋ, ਜੇ ਤੁਸੀਂ ਬੋਡੀ ਦਾ ਮਾਸ ਘਟਾਈ ਜਾਂਦੇ ਹੋ ਤਾਂ ਐਕਸਲਰੇਸ਼ਨ ਜ਼ਿਆਦਾ ਪ੍ਰੋਡਿਊਸ ਹੋਊਗੀ ਨਾ। ਯੈਸ ਸਰ। ਇੱਟ ਚੱਕ ਕੇ ਅੱਧੀ ਮਾਰਨੀ ਹੋਵੇ ਕਿਸੇ ਨੂੰ, ਵੈਸੇ ਕਿਸੇ ਨੂੰ ਮਾਰਿਓ ਨਾ, ਜੇ ਤੇ ਅੱਧਾ ਛੋਟਾ ਜਿਹਾ ਵੱਟਾ ਸਿੱਟਣਾ ਹੋਵੇ ਤਾਂ ਤੁਹਾਨੂੰ ਐਕਸਲਰੇਸ਼ਨ ਤੁਸੀਂ ਜ਼ਿਆਦਾ ਪ੍ਰੋਡਿਊਸ ਕਰ ਪਾ ਰਹੇ ਨਾ ਉਨਾ ਹੀ ਫੋਰਸ ਨਾਲ। ਹਾਂਜੀ। ਜਿੱਦਾਂ ਇਹ ਹਿਸਾਬ ਆ, 1 ਨਿਊਟਨ ਨੂੰ ਡਿਫਾਈਨ ਕਰਤਾ ਆਪਾਂ, ਏਡੀ ਕਿੱਡੀ ਗੱਲ ਆ। ਹੁਣ ਜੇ ਇਸੇ ਤਰ੍ਹਾਂ ਮੰਨ ਲਓ ਮੈਂ ਡਿਫਾਈਨ ਕਰਨਾ ਹੋਵੇ 1 ਜਾਊਲ ਨੂੰ, ਜਾਊਲ ਕਿਹਦੀ ਯੂਨਿਟ ਹੈ? ਐਨਰਜੀ। ਜਾਂ ਵਰਕ ਜਾਂ એનર્ਜੀ ਨਾ, ਤਾਂ ਵਰਕ ਦੇ ਹਿਸਾਬ ਨਾਲ ਡਿਫਾਈਨ ਕਰਨਾ। ਵਰਕ ਇਜ਼ ਫੋਰਸ ਇਨਟੂ ਡਿਸਪਲੇਸਮੈਂਟ। ਮਨ ਕੇ ਚੱਲ ਰਿਹਾ ਮੈਂ ਫੋਰਸ ਡਿਸਪਲੇਸਮੈਂਟ ਦੀ ਡਾਇਰੈਕਸ਼ਨ ਚ F.S cos 0, ਉਹ ਸਾਰਾ ਸਿਆਪਾ ਨਹੀਂ ਹੈਗਾ ਇੱਥੇ, ਠੀਕ ਹੈ? ਚਲੋ ਹੁਣ ਜੇ ਮੈਂ ਵਰਕ ਨੂੰ 1 ਜਾਊਲ ਮੰਨਣਾ ਚਾਹਾਂ ਜਾਂ ਲੈਣਾ ਚਾਹਾਂ ਤਾਂ ਉਹਦੇ ਲਈ ਫੋਰਸ ਕਿੰਨਾ ਹੋਣਾ ਚਾਹੀਦਾ ਹੈ? 1 ਨਿਊਟਨ। ਡਿਸਪਲੇਸਮੈਂਟ 1 ਮੀਟਰ। ਸੋ ਮੈਂ ਕਹਾਂਗਾ 1 ਜਾਊਲ ਯਾਨੀ ਜਿਹੜਾ ਵਰਕ ਡਨ ਹੁੰਦਾ ਹੈ ਉਹ 1 ਜਾਊਲ ਉਦੋਂ ਹੁੰਦਾ ਆ ਜਦੋਂ 1 ਨਿਊਟਨ ਫੋਰਸ ਲਗਾ ਕੇ ਤੁਸੀਂ ਕਿਸੇ ਬੋਡੀ ਨੂੰ 1 ਮੀਟਰ ਦੀ ਦੂਰੀ ਤੱਕ ਡਿਸਪਲੇਸ ਕਰ ਦਿੰਦੇ ਹੋ। ਹਾਂਜੀ। ਜਾਂ ਫਿਰ ਹੁਣ ਇਹਨੂੰ ਹੋਰ ਪੰਗਾ ਲੈ ਸਕਦਾ ਕੋਈ ਹਿਮਾਨੀ? ਹਾਂਜੀ ਸਰ। ਜੇ 2 ਨਿਊਟਨ ਫੋਰਸ ਲਾ ਦੇਵਾਂ ਤੇ ਅੱਧਾ ਮੀਟਰ ਵੀ ਲੈ ਜਾਵਾਂ ਖਿੱਚ ਕੇ ਬੋਡੀ ਨੂੰ ਡਿਸਪਲੇਸ ਕਰ ਦੇਵਾਂ, ਤਾਂ ਵੀ ਤਾਂ 1 ਜਾਊਲ ਫੋਰਸ ਹੋਇਆ, 1 ਜਾਊਲ ਵਰਕ ਡਨ ਹੋਇਆ ਨਾ। ਹਾਂਜੀ ਸਰ।
तो डिफाइन मैं इदा भी कर सकता, पर जिवें ही किसी टीचर ने चेक करने लगना स्कूल वाले ने, उन्हें कहना ले दो ओला हद होगी ये पागल है, उन्हें नाल ही कट देना। समझ लगी गल? ये हाँ पुट्ठा जी सीधा ही सर। सोच रहे हैं आप वैसे, पर यहाँ पे पर गल बिल्कुल सही है, बिल्कुल करैक्ट है। 1 न्यूटन ਨੂੰ डिफाइन करना और ਜਿਹੜਾ मैं बॉक्स 'ਚ ਬਣਾਇਆ ਤੁਸੀਂ ਉਹ ਉਦਾਂ ਹੀ डिफाइन ਕਰਦੇ ਹੋ, ਤੇ 1 ਜੂਲ ਵਾਲਾ ਵੀ ਇਦਾਂ डिफाइन ਕਰਦੇ ਹੋ, ਤੇ ਇਹ ਬੜੇ ਆਰਾਮ ਨਾਲ डिफाइन ਹੋ ਜਾਂਦੇ ਨੇ ਇਸ ਤਰ੍ਹਾਂ, ਕਿਉਂਕਿ ਇਹ 'ਚ ਕੋਈ ਵੀ ਪ੍ਰੋਪੋਰਸ਼ਨੈਲਿਟੀ ਕਾਂਸਟੈਂਟ ਕੋਈ ਇਦਾਂ ਦੀ ਕੋਈ ਚੀਜ਼ ਹੈ ਨਹੀਂ ਵਿੱਚ। ਕੁਆਂਟੀਟੀਜ਼ ਨੇ, ਕੁਆਂਟੀਟੀ ਨੂੰ 1 1 1 1 ਰੱਖੋ, 1 1 1 1 ਕਰ ਦੋ ਸਾਰਾ ਕੁਝ। ਮੈਗਦੀਪ ਤੈਨੂੰ ਗੱਲ ਸਮਝ ਲੱਗ ਰਹੀ ਹੈ? हाँ जी सर। ਜਸ਼ਨਜੋਤ, ਬਲਜੀਤ, हाँ जी सर, लग हाँ रही जी सर। ਪ੍ਰੀਤ, ਤਨਵੀਰ, ਬਿਲਕੁਲ ਯਾਨੀ ਕਿ ਸਮਝ ਕੇ ਚੱਲੋ ਤਾਂ ਐਡਾ ਵੱਡਾ ਮਸਲਾ ਹੈ ਨਹੀਂ ਇਹ ਫਿਜ਼ਿਕਸ ਵਗੈਰਾ, ਐਡਾ ਕੋਈ ਵੀ ਜਿਹੜੀਆਂ ਆਮ ਗੱਲਾਂ ਹੁੰਦੀਆਂ ਨੇ ਆਮ ਤੁਸੀਂ ਕਿਸੇ ਪਿੰਡ ਦੇ ਕਿਸੇ ਬਾਬੇ ਨੂੰ ਸਮਝਾਓ, ਉਹਨੂੰ ਵੀ ਸਮਝ ਲੱਗੇ ਨਹੀਂ ਗੱਲਾਂ। ਬਜ਼ੁਰਗ ਨੂੰ ਕਿਸੇ ਨੇ ਕੋਈ ਨਾ ਵੀ ਪੜ੍ਹੀ ਹੋਵੇ ਬਹੁਤੀ ਫਿਜ਼ਿਕਸ, ਮਾੜਾ ਮੋਟਾ ਹਿਸਾਬ ਕਿਤਾਬ ਵੀ ਕਰਨਾ ਹੁੰਦਾ ਹੋ ਜਿਹਨੂੰ, ਉਹ ਵੀ ਕਰ ਲੂਗਾ, ਐਡੀ ਗੱਲ ਕਿੰਨੀ ਹੈ। ਚਲੋ ਜੀ, ਡਿਫਾਈਨ 1 ਕੂਲਮ। 1 ਕੂਲਮ ਡਿਫਾਈਨ ਕਰਨ ਲਈ ਅੱਛਾ ਫੋਰਸ ਦਾ ਨਿਊਟਨ ਡਿਫਾਈਨ ਕਰਨਾ ਸੀ, ਤਾਂ ਮੈਨੂੰ ਫੋਰਸ ਦਾ ਕੋਈ ਐਕਸਪ੍ਰੈਸ਼ਨ ਲਿਖਣਾ ਪਿਆ ਨਾ ਪਹਿਲਾਂ ਹਿਮਾਨੀ। हाँ जी ਜਦੋਂ ਮੈਂ 1 ਜੂਲ ਡਿਫਾइन करना है तो वर्क ਦਾ ਐਕਸਪ੍ਰੈਸ਼ਨ ਲਿਖ ਕੇ ਸੋਚਣਾ ਪਿਆ ਨਾ, ਠੀਕ ਹੈ। यस सर। ਤੇ ਜੇ ਹੁਣ ਮੈਂ 1 ਕੂਲਮ ਡਿਫਾइन ਕਰਨਾ ਹੈ ਤਾਂ ਮੈਨੂੰ ਚਾਰਜ ਦਾ ਕੋਈ ਐਕਸਪ੍ਰੈਸ਼ਨ ਲੈ ਕੇ ਸੋਚਣਾ ਪਊਗਾ ਨਾ। हाँ जी ਤਾਂ ਇੱਕ ਤਾਂ ਮੈਂ ਇਲੈਕਟ੍ਰਿਕ ਕਰੰਟ ਵਾਲਾ ਐਕਸਪ੍ਰੈਸ਼ਨ ਲੈ ਸਕਦਾ ਹਾਂ ਕਿ ਚਾਰਜ ਬਟਾ ਟਾਈਮ ਹੈ ਨਾ, ਹਾਲਾਂਕਿ ਆਪਾਂ ਨੂੰ ਹੋਰ ਇੰਪਰੂਵ ਲਿਖ ਸਕਦੇ ਹਾਂ, ਤਾਂ ਮੈਂ ਵੈਸੇ ਲਿਖਦਾ ਟੋਟਲ ਚਾਰਜ ਪਾਸਿੰਗ ਓਵਰ ਟੋਟਲ ਟਾਈਮ ਟੇਕਨ, ਇੱਥੇ ਟੀ ਇਨਸਟੈਂਟ ਨਹੀਂ ਹੈ, ਇਹ ਟਾਈਮ ਇੰਟਰਵਲ ਹੈ। ਤੇ Q ਜਿਹੜਾ ਹੋਊਗਾ ਕਰੰਟ ਇਨਟੂ ਟਾਈਮ, ਤੇ ਕਰੰਟ ਨੂੰ ਅਸੀਂ 1 ਐਂਪੀਅਰ ਕਹਿ ਦਿੰਦੇ ਆ, ਤੇ ਟਾਈਮ ਨੂੰ 1 ਸੈਕਿੰਡ ਕਹਿ ਦਿੰਦੇ ਆ। ਵੀ ਜੇ ਕਿਸੇ ਤਾਰ 'ਚ 1 ਐਂਪੀਅਰ ਕਰੰਟ ਜਾ ਰਿਹਾ ਵਾਟ ਐਵਰ ਕਿਸੇ ਵੀ ਤਰ੍ਹਾਂ, ਜੇ ਕਰੰਟ ਦੀ ਰੀਡਿੰਗ 1 ਐਂਪੀਅਰ ਹੈ, 1 ਸੈਕਿੰਡ 'ਚ ਜਿੰਨਾ ਚਾਰਜ ਫਲੋ ਕਰ ਜਾਏਗਾ ਉਹਨੂੰ ਹੀ ਕੀ ਕਵਾਂਗੇ 1 ਕੂਲਮ। ਕਲੀਅਰ ਹੈ ਗੱਲ? हाँ जी ਤੇ ਜੇ ਅੱਧਾ ਐਂਪੀਅਰ ਵੀ ਤਾਂ ਹੋ ਸਕਦਾ ਨਾ ਕਰੰਟ, हाँ जी सर। ਤੇ ਅੱਧਾ ਐਂਪੀਅਰ ਕਰੰਟ ਹੋਏ ਤਾਂ ਕਿੰਨਾ ਟਾਈਮ ਲੱਗੂਗਾ ਉਹਨੂੰ 1 ਕੂਲਮ ਚਾਰਜ ਨੂੰ ਪਾਸ ਹੋਣ 'ਚ? 2 सेकंड। ਫਿਰ ਵੀ ਤਾਂ 1 ਕੂਲਮ ਹੀ ਚਾਰਜ ਪਾਸ ਹੋਊਗਾ ਨਾ। हाँ जी ਪਰ ਇਦਾਂ ਨਹੀਂ ਕਰਨਾ, ਇਦਾਂ ਫਿਰ ਆਪਾਂ ਪਾਗਲ ਘੋਸ਼ਿਤ ਹੋ ਜਾਾਂਗੇ। ਠੀਕ ਆ, ਆਪਾਂ हाँ ਇਦਾਂ जी ਡਿਫਾਈਨ ਕਰਦੇ ਹਾਂ। ਪਰ ਮੈਂ ਕਹਿ ਰਿਹਾ ਕਿ ਚਾਰਜ ਇੱਥੇ ਹੀ ਥੋੜੀ ਆਉਂਦਾ ਆ, ਚਾਰਜ ਦਾ ਐਕਸਪ੍ਰੈਸ਼ਨ ਤਾਂ ਆ ਵੀ ਹੈ, ਦੇਖੋ ਹੁਣ ਸਾਰੇ ਨੇ ਬੜੀ ਵਧੀਆ ਡੈਫੀਨੇਸ਼ਨ ਇਹ ਬਣਦੀ ਹੈ, F = K Q1 Q2 ਬਟਾ R²। ਇਹ ਵੀ ਤਾਂ ਇਹਦੇ ਵਿੱਚ ਵੀ ਤਾਂ ਚਾਰਜ ਆ ਰਿਹਾ ਨਾ। हाँ जी ਹੁਣ ਮੈਂ ਇਹ ਕਹਿ ਰਿਹਾ ਕਿ ਇਹਨੂੰ ਮੈਂ ਚਾਰਜ ਨੂੰ 1 ਕੂਲਮ ਬਣਾਉਣਾ ਹੈ, 1 ਕੂਲਮ ਲੈ ਕੇ ਚੱਲਣਾ, ਤੇ ਜੇ ਅਗਰ ਚਾਰਜ 1 ਕੂਲਮ ਦਾ ਆਏਗਾ, ਤੁਸੀਂ ਐ ਕਰੋ ਚਾਰਜ ਜਿਹੜਾ Q1 ਤੇ Q2 ਹੈਗਾ ਨਾ, ਪਹਿਲਾਂ ਤਾਂ ਇਹਨਾਂ ਦੋਨਾਂ ਨੂੰ ਤੁਸੀਂ ਕੋਈ ਸੇਮ ਚਾਰਜ Q ਮੰਨ ਲਓ, ਜਸਟ ਇੱਕ ਵਾਰ ਤੁਸੀਂ Q ਮੰਨ ਲਓ, ਕਿਉਂਕਿ ਦੋਨੋਂ ਚਾਰਜ ਤੁਸੀਂ ਇੱਕ ਚਾਰਜ ਡਿਫਾਈਨ ਕਰਨਾ ਨਾ, Q ਦੋਨੋਂ ਬਰਾਬਰ ਬਰਾਬਰ ਲੈ ਕੇ ਡਿਫਾਈਨ ਕਰਨੇ ਆ, ਤੇ ਇਹ ਹੋਏਗਾ ਫਿਰ Q ਤੇ Q² ਹੋ ਜਾਏਗਾ, ਤੇ ਡਿਸਟੈਂਸ ਕਿੰਨਾ ਮੰਨ ਲਈਏ 1 ਮੀਟਰ ਲੈ ਲਈਏ, ਇਹਦਾ ਵਿੱਚ ਨਾ ਸਿਆਪਾ ਪਵੇ ਕੋਈ ਬਹੁਤਾ, हाँ जी सर। ਤੇ 1 ਦਾ ਸਕੁਅਰ ਹੋ ਜਾਏਗਾ 1 ਮੀਟਰ ਦਾ ਸਕੁਅਰ। ਤੇ K ਦੀ ਵੈਲਿਊ ਕਿੰਨੀ ਹੁੰਦੀ ਹੈ ਹਿਮਾਨੀ? 9 ਹੁੰਦੀ ਹੈ, ਤੇ ਹੁਣ ਇੱਥੇ ਤਾਂ ਇਹ 1 ਵਾਲੀ ਗੱਲ ਬਣ ਨਹੀਂ ਰਹੀ, ਨਹੀਂ ਬਣ ਰਹੀ ਨਾ, यस सर। ਕਿਉਂਕਿ Q ਨੂੰ ਤਾਂ ਮੈਂ Q1 Q2 ਨੂੰ Q ਮੰਨ ਲਿਆ, ਪਰ 1 ਵਾਲੀ ਗੱਲ ਇੱਥੇ ਤਾਂ ਜਿਵੇਂ ਬੜੇ ਸੌਖੀ ਬਣੀ ਜਾ ਰਹੀ ਸੀ, ਇੱਥੇ ਵੀ ਬਣ ਗਈ ਸੀ, ਇੱਥੇ ਵੀ ਬਣ ਗਈ ਸੀ। ਇੱਥੇ ਕੀ ਹੋ ਰਿਹਾ, ਐ ਕਰੋ ਜੇ ਤੁਸੀਂ ਫੋਰਸ ਨੂੰ ਇੰਨਾ ਲੈ ਲਓ, ਫੋਰਸ ਦੀ ਵੈਲਿਊ ਆ ਪੁੱਟ ਕਰ ਦੋ ਤਾਂ ਬਣ ਜੂਗੀ। हाँ जी फिर क्या होगा, सारा कुछ कर करा के Q² = 1 ਤੇ Q = 1 ± 1, ਚਲੋ ਜੇ ਮੈਗਨੀਟਿਊਡ ਦੀ ਗੱਲ ਹੀ ਕਰ ਰਹੇ ਮੈਂ ਤਾਂ। ਇਹ ਗੱਲ ਸਮਝ ਲੱਗੀ ਹਿਮਾਨੀ? हाँ जी सर। ਹੁਣ ਮੈਂ ਪਤਾ ਕਿਵੇਂ ਡਿਫਾਈਨ ਕਰੂੰਗਾ, ਹੁਣ ਮੈਂ ਬੜਾ ਵਧੀਆ ਮੈਂ ਕਹੂੰਗਾ ਕਿ ਵੀ 1 ਕੂਲਮ ਚਾਰਜ ਉਨਾ ਕੁ ਚਾਰਜ ਹੁੰਦਾ ਆ ਜਿਹੜਾ ਆਪਣੇ ਹੀ ਬਰਾਬਰ ਦੇ ਦੂਸਰੇ ਚਾਰਜ ਨੂੰ, ਜਿਹੜਾ ਕਿ ਉਸ ਤੋਂ 1 ਮੀਟਰ ਦੀ ਦੂਰੀ ਤੇ ਰੱਖਿਆ ਹੋਵੇ, ਉਹਨੂੰ 9 × 10⁹ ਨਿਊਟਨ ਫੋਰਸ ਲਗਾਉਂਦਾ ਹੈ। ਠੀਕ ਆ ਗੱਲ? ਇਹ ਤੇ K ਐਡਜਸਟ ਕਰਨ ਲਈ ਮੈਨੂੰ ਫੋਰਸ ਹੀ ਮੈਂ ਇੰਨਾ ਰੱਖ ਲਿਆ ਤਾਂ ਕਿ ਮੈਨੂੰ ਸੌਖਾ ਹੋ ਜਾਏ ਕੰਮ। ਐਡਜਸਟਮੈਂਟ ਤਾਂ ਬਹੁਤ ਸਾਰੀ ਹੋ ਸਕਦੀਆਂ ਸੀ, ਆਪਾਂ ਸਭ ਤੋਂ ਸੌਖੀ ਵਾਲੀ ਦੀ ਗੱਲ ਕਰ ਰਹੇ ਹਾਂ। ਐਡਜਸਟਮੈਂਟ ਜਿਹੜੀ ਹੈ ਨਿਊਟਨ ਲਈ ਕਰਕੇ ਦਿਖਾ ਰਿਹਾ ਤੁਹਾਨੂੰ, ਮੈਂ ਨੀਚੇ 2 ਨਿਊਟਨ 1/2 ਮੀਟਰ ਇਹ ਉਹ ਕੁਝ ਵੀ, ਇਸ ਤਰ੍ਹਾਂ ਮੈਂ ਕਹਾਂਗਾ। ਸਮਝ ਲੱਗੀ ਗੱਲ? हाँ जी सर। ਹੁਣ ਇਸ ਚੀਜ਼ ਨੂੰ ਮੈਂ ਡਿਫਾਈਨ ਕਰਾਂਗਾ, ਦੇਖੋ ਹੁਣ ਅੰਗਰੇਜ਼ੀ 'ਚ ਲਿਖਣਾ ਪੈਣਾ ਆਪਾਂ ਨੂੰ, ਕਿਉਂਕਿ ਪੇਪਰ 'ਚ ਤਾਂ ਅੰਗਰੇਜ਼ੀ 'ਚ ਲਿਖਦੇ ਆਪਾਂ। ਸੋ ਡਿਫਾਈਨ 1 ਕੂਲਮ, 1 ਕੂਲਮ। ਸੋ ਮੈਂ ਕਹਾਂਗਾ
1 coulomb is that amount of charge, ठीक है, which will attract, ਤੇ ਹਾਈਫਨ ਰਿਪੈਲ ਵੀ ਲਿਖ ਦਿੰਦੇ ਨੇ, ਰਿਪੈਲ ਵੀ ਕਰ ਸਕਦਾ, ਰਿਪੈਲ an equal amount of attract ਲਈ ਤੇ unlike charge ਲਿਖ ਦੋ, ਤੇ ਉਹਦੇ ਲਈ like ਲਿਖ ਦੋ, ਹੈ ਨਾ, ਠੀਕ ਹੈ। ਯਾਨੀ attract ਜੇ ਸ਼ਬਦ ਵਰਤਣਾ ਤੁਸੀਂ ਤਾਂ in equal amount of unlike charge ਲੈ ਲਓਗੇ ਨਾ, ਜੇ repel ਸ਼ਬਦ ਵਰਤਣਾ ਹੈ ਤਾਂ ਤੁਸੀਂ like charge ਕਹਿ ਦੋਗੇ ਵੀ, ਮਤਲਬ an equal amount of unlike charge with a force of 9 into 10 raised per 9 Newton if placed at a distance 1 meter apart। ਹੁਣ ਆਪਾਂ ਅੰਗਰੇਜ਼ੀ ਚ ਲਿਖਤੀ ਗੱਲ ਹੋਈ, ਦੱਸੋ ਹੁਣ ਹਿਮਾਨੀ। ਹਾਂਜੀ ਸਰ। ਹੁਣ ਇਹਨੂੰ ਕੀ ਆ, ਇਹਦਾ ਮਤਲਬ ਇਹ ਜੇ 1 ਕੂਲਮ ਇੱਥੇ ਰੱਖਾਂਗਾ 1 ਮੀਟਰ ਦੂਰੀ ਤੇ 1 ਕੂਲਮ ਹੋਰ ਰੱਖ ਦਵਾਂਗਾ ਤਾਂ ਰਿਪਲਸ਼ਨ ਕਿੰਨੀ ਹੋਏਗੀ, ਆਹੀ ਹੈ ਨਾ ਮਤਲਬ। ਹਾਂਜੀ ਸਰ। ਤੇ ਜੇ 1 ਕੂਲਮ ਇੱਥੇ ਰੱਖਾਂਗਾ ਇੱਥੇ -1 ਕੂਲਮ ਰੱਖ ਦਾਂਗਾ, ਮੈਂ ਤਾਂ ਅਮਾਉਂਟ ਆਫ 1 ਕੂਲਮ ਡਿਫਾਈਨ ਕਰ ਰਿਹਾ ਸੀ ਨਾ, ਤਾਂ ਅਟਰੈਕਸ਼ਨ ਕਿੰਨੀ ਹੋਏਗੀ, 9 into 10 raised by ਬਸ ਆਪਾਂ ਆ ਗੱਲ ਨੂੰ ਬਸ ਥੋੜਾ ਜਿਹਾ ਤਰੀਕੇ ਨਾਲ 1 ਕੂਲਮ ਡਿਫਾਈਨ ਕਰਤਾ, ਲੈ ਤੇਰੀ ਉਹ ਡੈਫੀਨੇਸ਼ਨ ਪਹਿਲਾਂ ਵਾਲੀ ਵੀ ਹੋਗੀ, ਆ ਨਵੀਂ ਵੀ ਹੋਗੀ ਵਿੱਚ ਹੀ। ਹਾਂਜੀ ਹਾਂਜੀ ਪਨਮ। ਸਰ ਜਿਹੜਾ ਪਿਛਲਾ ਕੇਸ ਆਪਾਂ ਕ੍ਰੀਏਟ ਕੀਤਾ ਉਹਦੇ ਵਿੱਚ ਆਪਾਂ ਨੂੰ ਪਤਾ ਹੈ ਕਿ k ਤਾਂ ਕਾਂਸਟੈਂਟ ਹੁੰਦਾ, ਉਹਦੀ ਵੈਲਿਊ ਸੇਮ ਰਹਿੰਦੀ ਹੈ, ਬਟ ਸਰ ਫੋਰਸ ਤਾਂ ਕੁਝ ਵੀ ਹੋ ਸਕਦੀ ਹੈ, ਆਪਾਂ ਉਹਨੂੰ ਮਤਲਬ ਐਵੇਂ ਕਿਵੇਂ ਲੈ ਸਕਦੇ ਆ 1 ਕੂਲਮ ਬਣਾਉਣ ਲਈ। ਫੋਰਸ ਮੈਂ ਇਹ ਕਹਿ ਰਿਹਾ ਕਿ ਫੋਰਸ ਤਾਂ ਕੁਝ ਵੀ ਹੋ ਸਕਦੀ ਹੈ, ਹਾਂ ਬਿਲਕੁਲ ਸਹੀ ਗੱਲ ਹੈ, ਪਰ ਜੇ ਫੋਰਸ ਇੰਨੀ ਹੋਏਗੀ ਤਾਂ ਉਹ ਚਾਰਜ ਮਤਲਬ 1 ਕੂਲਮ ਹੈ, ਤੇ ਉਹ ਤਾਂ ਜੇ ਚਾਰਜ 1 ਕੂਲਮ ਤੋਂ ਬਤਾ ਘਟਾ ਦੋਗੇ ਤਾਂ ਫਿਰ ਫੋਰਸ ਕੁਝ ਵੀ ਹੋ ਸਕਦੀ ਹੈ, ਆਬਵੀਅਸਲੀ ਕੁਝ ਵੀ ਹੋ ਸਕਦੀ ਹੈ। ਮੈਂ ਤਾਂ 1 ਕੂਲਮ ਨੂੰ ਡਿਫਾਈਨ ਕਰਨ ਲਈ ਇਹ ਕੰਮ ਕਰ ਰਿਹਾ ਨਾ ਕਿ ਕੂਲਮ 1 ਜੇ Q1 ਹੀ ਲੈਣਾ ਹੋਵੇ ਤਾਂ। ਹਾਂਜੀ ਸਰ। ਜਾਂ ਫਿਰ ਤੂੰ ਐ ਕਰ, ਇਹਨੂੰ ਐ ਛੱਡ, ਤੂੰ ਆਪਾਂ ਇਦਾਂ ਕਰ ਲੈਂਦੇ ਆ ਗੱਲ, ਆਪਣੇ ਕੋਲ ਬਹੁਤ ਸਾਰਾ ਕੁਝ ਹੈਗਾ ਕਰਨ ਨੂੰ, ਇਹਦੇ ਵਿੱਚ ਆਪਾਂ ਜਿੰਨੇ ਮਰਜ਼ੀ ਪੰਗੇ ਲਈਏ ਮੈਥਮੈਟੀਕਲ। ਆ ਦੇਖ ਹੁਣ ਮੈਨੂੰ ਐ ਦੱਸ, ਚਲ 1 ਕੂਲਮ ਡਿਫਾਈਨ ਕਰਨਾ ਹੈ ਨਾ ਆਪਾਂ ਨੂੰ। ਹਾਂਜੀ ਸਰ। ਇੱਥੇ 1 ਕੂਲਮ ਰੱਖ ਦੇਵਾਂ, ਹਾਂਜੀ 1 ਮੀਟਰ ਦੂਰ ਤੇ ਦੂਜਾ 1 ਕੂਲਮ ਵੀ ਰੱਖ ਦੇਵਾਂ। ਹਾਂਜੀ। ਤੂੰ ਫੋਰਸ ਪਤਾ ਕਰਕੇ ਦਿਖਾ ਮੈਨੂੰ ਕਿੰਨਾ ਹੋਏਗਾ। ਫੋਰਸ ਇਜ਼ ਇਕੁਅਲ ਟੂ K Q1 Q2 upon R square। upon r square। ਫੋਰਸ ਕਿੰਨਾ ਆਇਆ, ਆ ਗਿਆ ਆਪਣੇ 9 into 10 raised by ਆਹੀ ਮੈਂ ਲਿਖਤਾ। ਸਰ। ਹੁਣ ਤਾਂ ਨਹੀਂ ਕੁਝ ਹੋ ਸਕਦਾ ਕਿ ਕੁਝ ਹੋਰ ਹੋ ਸਕਦਾ। ਨਹੀਂ ਸਰ ਠੀਕ ਹੈ। ਇੱਕ ਗਲਤੀ ਆ ਪਰ ਇਹ 'ਚ, ਮੇਰੀ ਆਪਰ ਦੀ ਡੈਫੀਨੇਸ਼ਨ 'ਚ ਵੀ ਇੱਕ ਗਲਤੀ ਆ, ਇਹ ਗੱਲ ਦਾ ਧਿਆਨ ਹੀ ਨਹੀਂ ਦਿੱਤਾ ਆਪਾਂ। ਦੱਸੋ ਕੀ ਗਲਤੀ ਹੈ। ਹੁਣ ਪੂਰੀ ਹੋਈ ਡੈਫੀਨੇਸ਼ਨ, ਸਮਝ ਲੱਗੀ ਗੱਲ। ਹਾਂਜੀ ਸਰ। ਯੈਸ ਤਾਂ ਸਰ। ਕੀ ਬਦਲ ਜਾਣਾ ਨਾ। ਹਾਂਜੀ ਹੁਣ ਡੈਫੀਨੇਸ਼ਨ ਕੰਪਲੀਟ ਹੋਈ ਇੱਥੇ ਜਾ ਕੇ, ਠੀਕ ਹੈ ਜੀ ਹਿਮਾਨੀ। ਹਾਂਜੀ ਸਰ। ਚਲੋ ਜੀ ਹੁਣ ਆਪਾਂ ਆਨੇ ਆ ਜਸ਼ਨਜੋਤ ਦੇ ਸਵਾਲ ਤੇ ਉਹਦਾ ਬਹੁਤ ਵਧੀਆ ਸਵਾਲ ਹੈ, ਤੁਹਾਨੂੰ ਸਾਰਿਆਂ ਨੂੰ ਸੋਚਣਾ ਚਾਹੀਦਾ ਹੈ। ਵੈਸੇ ਵੀ ਇਹ ਟੌਪਿਕ ਬੜਾ ਵਧੀਆ ਆ, ਕੈਵਿਟੀ ਵਾਲਾ ਆਪਾਂ ਕਰੀਏ ਤੇ ਫਿਰ ਉਸ ਤੋਂ ਵੀ ਵਧੀਆ ਟੌਪਿਕ ਹੈ ਇੱਕ ਆਪਣਾ ਇਹਦਾ ਕਹਿੰਦੇ ਆ ਇਲੈਕਟ੍ਰਿਕ ਡਾਇਪੋਲ ਵਾਲਾ, ਤੇ ਉਹ ਆਪਾਂ ਕੋਸ਼ਿਸ਼ ਕਰਾਂਗੇ ਅੱਜ ਵਧੀਆ ਤਰ੍ਹਾਂ ਆਪਾਂ ਇਹ 2 ਟੌਪਿਕ ਆਰਾਮ ਨਾਲ ਡਿਸਕਸ ਕਰ ਲਈਏ। ਬਹੁਤਾ ਕੋਈ ਆਪਾਂ ਨੂੰ ਜਲਦਬਾਜ਼ੀ ਨਹੀਂ ਹੈਗੀ ਕੋਈ, ਤੁਸੀਂ ਵੀ ਬਿਲਕੁਲ ਐਵੇਂ ਬਿਲਕੁਲ ਨਾ ਸੋਚਿਓ ਕਿ ਵੀ ਮੈਂ ਮੁਕਾਉਣ ਲਈ ਤੁਹਾਨੂੰ ਸੰਡੇ ਨੂੰ ਬਿਠਾਇਆ ਇੱਥੇ, ਉਹ ਮਕਾਣਾ ਮਕੂਣਾ ਦਾ ਕੋਈ ਚੱਕਰ ਨਹੀਂਗਾ। ਗੱਲ ਸਾਰਿਆਂ ਦੇ ਸਮਝ ਆਣੀ ਚਾਹੀਦੀ ਹੈ, ਸਾਰੀ ਗੱਲ ਸਮਝ ਆਣੀ ਚਾਹੀਦੀ ਹੈ, ਸਾਰੇ ਡਾਊਟਸ ਕਲੀਅਰ ਹੋਣੇ ਚਾਹੀਦੇ ਨੇ, ਸਾਰੀ ਪ੍ਰੈਕਟਿਸ ਸ਼ੀਟਸ ਦੀਆਂ ਪ੍ਰੋਬਲਮ ਡਿਸਕਸ ਹੋਣੀਆਂ ਚਾਹੀਦੀਆਂ ਨੇ। ਉਹਦਾ ਇੱਕ ਪੈਟਰਨ ਆਪਾਂ ਬਣਾ ਰਹੇ ਹਾਂ, ਉਹ ਕਿ ਆਪਾਂ ਅਗਲੇ ਇੱਕ ਹਫਤੇ ਵਿੱਚ ਤੁਹਾਨੂੰ ਮੈਂ ਜਿਵੇਂ ਕਿਹਾ ਸੀ ਮੈਂ ਤੁਹਾਨੂੰ ਦੱਸੂਗਾ। ਮੰਡੇ ਤਾਂ ਨਹੀਂ, ਮੰਡੇ ਨੂੰ ਤਾਂ ਚਲੋ ਆਪਣਾ ਇੰਟਰਵਿਊਜ਼ ਨੇ, ਤੁਹਾਨੂੰ ਮੈਂ ਦੱਸ ਦੂੰਗਾ। ਟਿਊਜ਼ਡੇ ਤੋਂ ਬਾਅਦ ਜਿਹੜੀਆਂ ਆਪਣਾ ਐਕਸਟਰਾ ਕਲਾਸਿਸ ਲਾਉਣੀਆਂ ਨੇ, ਇੱਕ ਕਲਾਸ ਜਿਸ ਦਿਨ ਤੋਂ ਨਹੀਂ ਲੱਗਦੀ ਸੀ ਨਾ ਉਦੋਂ ਵੀ ਲਾ ਲਿਆ ਕਰਾਂਗੇ ਵਿੱਚ, ਤਾਂ ਕਿ ਆਪਾਂ ਸੰਡੇ ਤੱਕ ਅਗਲੇ ਰਿਲੈਕਸ ਹੋ ਜਾਈਏ, ਪੂਰਾ ਆਪਣਾ ਬਿਲਕੁਲ ਟਰੈਕ ਤੇ ਆ ਜਾਏ ਕੰਮ, ਠੀਕ ਹੈ ਗੱਲ।
ਤੇ ਸਾਰਿਆਂ ਨੇ ਮਿਹਨਤ ਕਰੋ ਇਸ ਹਫਤੇ ਨੂੰ ਫਿਜ਼ਿਕਸ ਨੂੰ ਡੈਡੀਕੇਟ ਕਰ ਦਿਓ। ਆ ਸਾਰੀਆਂ ਪ੍ਰੋਬਲਮਸ, ਵੈਕਟਰਸ ਦੀਆਂ ਦਿੱਕਤਾਂ, ਇਹਦੀਆਂ ਦਿੱਕਤਾਂ, ਉਹਦੀਆਂ ਦਿੱਕਤਾਂ, ਸੋਚਣ ਦਾ ਸਮੱਸਿਆ, ਇਹ ਉਹ ਐ ਕਿਉਂ ਹੋ ਗਿਆ, ਉਹ ਕਿਉਂ ਹੋ ਗਿਆ। ਅੱਜ ਮੈਂ ਮਹਿਕਦੀਪ ਨੇ ਬਹੁਤ ਜੈਨੂਇਨ ਕੁਐਸਚਨ ਪੁੱਛਿਆ, ਅੱਜ ਜਸ਼ਨਜੋਤ ਨੇ ਵੀ ਬੜਾ ਵਧੀਆ ਕੁਐਸਚਨ ਪੁੱਛਿਆ। ਹੁਣ ਹਿਮਾਨੀ ਨੇ 1 ਕੂਲਮ ਦੀ ਡੈਫੀਨੇਸ਼ਨ ਤੇ ਦੇਖ ਲਓ ਕਿ ਜਿੱਥੇ ਆਪਾਂ ਪਹਿਲੇ ਦਿਨ ਗੱਲ ਕੀਤੀ ਸੀ ਉਹ ਗੱਲ ਪੁੱਛੀ ਉਹਨੇ। ਪੁੱਛਣਾ ਚਾਹੀਦਾ ਤੁਹਾਨੂੰ ਸਾਰਾ। ਆ ਨਾ ਸੋਚੋ ਵੀ ਹੁਣ ਤਾਂ ਗੱਲ ਅੱਗੇ ਚੱਲ ਗਈ ਆ, ਕੋਈ ਟ੍ਰੇਨ ਥੋੜੀ ਆ ਵੀ ਛੁੱਟ ਗਈ ਆ ਵੀ ਹੁਣ ਤੁਸੀਂ ਵਾਪਸ ਨਹੀਂ ਆ ਸਕਦੇ। ਇਹ ਤਾਂ ਬਿਲਕੁਲ ਇਸੇ ਤਰ੍ਹਾਂ ਹੀ ਚੱਲਣਾ ਚਾਹੀਦਾ ਤੁਹਾਡਾ। ਹੁਣ ਆਪਣਾ ਅੱਧਾ ਘੰਟਾ ਲੱਗਿਆ, ਆਪਾਂ ਸਭ ਡਿਸਕਸ ਕਰ ਲਿਆ ਆਰਾਮ ਨਾਲ। ਚਲੋ ਜੀ, ਹੁਣ ਜਸ਼ਨਜੋਤ ਦਾ ਜਿਹੜਾ ਸਵਾਲ ਹੈ ਇਹ ਹੈਗਾ ਕੈਵਿਟੀ ਪ੍ਰੋਬਲਮ ਦੇ ਬਾਰੇ। ਤੇ ਕੈਵਿਟੀ ਪ੍ਰੋਬਲਮ ਜੋ ਮੈਂ ਕੱਲ ਕਰਵਾ ਰਿਹਾ ਸੀ, ਮੈਂ ਇੱਕ ਵਾਰ ਪੁਰਾਣੇ ਡਾਕੂਮੈਂਟ ਨੂੰ ਅਪਡੇਟ ਕਰਕੇ ਉੱਥੇ ਕਰਾ ਦੇਵਾਂ ਅੱਗੇ ਕੰਮ, ਕਿਉਂਕਿ ਉੱਥੇ ਸਭ ਕੀਤਾ ਪਿਆ ਵਾ। ਹੁਣ ਮੈਨੂੰ ਬਾਰ-ਬਾਰ ਉਹ ਲਿਖਣਾ ਪੈਣਾ, ਨਹੀਂ ਤਾਂ ਦੁਬਾਰਾ ਉਹਦੇ 'ਚ ਸਮਝਾ ਦੇਣਾ। ਜਸ਼ਨਜੋਤ ਹੁਣ ਤੈਨੂੰ ਰਹਿਣਾ ਪੈਣਾ ਨਾਲ, ਠੀਕ ਹੈ ਸਰ। ਠੀਕ ਹੈ, ਤਾਂ ਕਿ ਆਪਾਂ ਡਿਸਕਸ਼ਨ ਕਰੀਏ ਇਹਦੇ ਬਾਰੇ। ਇੱਥੇ ਸ਼ੁਰੂ ਹੋਈ ਸੀ ਗੱਲ, ਦੇਖ ਹੁਣ। ਇਲੈਕਟ੍ਰਿਕ ਫੀਲਡ ਇਨਸਾਈਡ ਅ ਕੈਵਿਟੀ ਇਨ ਅ ਯੂਨੀਫਾਰਮ ਚਾਰਜਡ ਸੋਲਿਡ ਸਫੀਅਰ। ਠੀਕ ਹੈ, ਤੇ ਆਪਾਂ ਇੱਥੇ ਦੇਖਿਆ ਵਾਟ ਇਜ਼ ਇਲੈਕਟ੍ਰਿਕ ਫੀਲਡ ਐਟ ਅ ਪੁਆਇੰਟ P ਪਹਿਲਾਂ ਦੇਖਣਾ ਸੀ, ਤੇ ਇਹ ਸਾਰੀਆਂ ਗੱਲਾਂ ਗਿਵਨ ਸੀਗੀਆਂ। ਠੀਕ ਆ, ਗਿਵਨ ਮੈਂ ਲਿਖਿਆ ਸੀ ਨਾ ਗੱਲਾਂ, ਇਹ ਤਾਂ ਸਭ ਕੁਐਸਚਨ ਦਾ ਵੀ ਹਿੱਸਾ ਸੀ, ਸਮਝ ਲਾ। ਤੇ ਆਪਾਂ ਇਹ ਗੱਲ ਨੂੰ ਸਮਝ, ਇਹ ਕੁਐਸਚਨ ਦੀ ਤਰ੍ਹਾਂ ਹੈ, ਇਹਨੂੰ ਹਲੇ ਇਹ ਆਰਟੀਕਲ ਨਹੀਂ ਹੈ ਕੋਈ ਵੀ, ਇਹ ਜਸਟ ਇੱਕ ਕੁਐਸਚਨ ਹੈ। ਠੀਕ ਹੈ, ਵੀ ਉਹ ਡੈਸ਼ ਗਿਵਨ ਹੈ। ਹੁਣ P ਥੋੜਾ ਅੱਗੇ ਪਿੱਛੇ ਵੀ ਤਾਂ ਕਰ ਸਕਦਾ ਮੈਂ, ਜ਼ਰੂਰ ਥੋੜੀ 3r/4 ਤੇ ਹੀ ਹੋਊਗਾ। ਪਰ ਮੈਂ ਬਸ P ਤੇ Q ਪੁਆਇੰਟ ਦੇ ਥਰੂ ਤੁਹਾਨੂੰ ਕੋਈ ਗੱਲ ਸਮਝਾ ਰਿਹਾ ਸੀ ਕਿ ਵਾਟ ਇਜ਼ ਇਲੈਕਟ੍ਰਿਕ ਫੀਲਡ ਐਟ P। ਮੈਂ ਕਿਹਾ ਵੀ ਤੁਸੀਂ ਤਾਂ ਉਹ 'ਚ ਕੈਵਿਟੀ ਕੱਢ ਦਿੱਤੀ ਹੈ। ਅੱਛਾ, ਪਹਿਲੀ ਗੱਲ ਤਾਂ ਇਹ ਦੇਖ ਲਾ ਵੀ ਜਸ਼ਨਜੋਤ ਆ ਨਹੀਂ ਹੈਗਾ, ਇਹ ਤਾਂ ਤੁਹਾਨੂੰ ਮੈਂ ਦੱਸਿਆ ਸੀ ਵੀ ਇਸ ਤਰ੍ਹਾਂ ਦਾ ਵਾ, ਪਹਿਲਾਂ ਇਸ ਤਰ੍ਹਾਂ ਦਾ ਸੀਗਾ। ਠੀਕ ਹੈ, ਹੁਣ ਨਹੀਂ ਹੈਗਾ ਇਹ, ਇਹਦੇ 'ਚ ਤਾਂ ਕੈਵਿਟੀ ਬਣਾਤੀ ਆ। ਹੁਣ ਆਪਾਂ ਇਹਦੀ ਗੱਲ ਕਰ ਰਹੇ ਹਾਂ, ਇਹ ਤਾਂ ਸਮਝ ਲੱਗੀ ਗੱਲ ਕਿ ਨਹੀਂ? ਹਾਂਜੀ ਸਰ। ਮੈਨੂੰ ਕੋਈ ਬੰਦਾ ਕਹਿੰਦਾ P ਪੁਆਇੰਟ ਤੇ ਇਲੈਕਟ੍ਰਿਕ ਫੀਲਡ ਦੱਸ, ਮੈਂ ਕਿਹਾ ਹੁਣ ਮੈਂ ਐਦਾਂ ਕਿਵੇਂ ਦੱਸਾਂ? ਮੈਂ ਕਰਦਾ ਪਹਿਲਾਂ ਤਾਂ ਕੈਵਿਟੀ ਨੂੰ ਭਰ ਦਿੰਨਾ ਆ ਪੂਰੀ ਨੂੰ। ਠੀਕ ਹੈ, ਪੂਰੀ ਕੈਵਿਟੀ ਨੂੰ ਭਰ ਕੇ ਫਿਰ ਉਹਦਾ ਕੈਲਕੂਲੇਟ ਕਰ ਲੈਣਾ ਵਾ। ਬਾਅਦ ਵਿੱਚ ਉਸ ਕੈਵਿਟੀ ਦੇ ਕਰਕੇ ਜਿਹੜਾ ਕੈਵਿਟੀ ਦੇ ਵਿੱਚ ਮਟੀਰੀਅਲ ਭਰਿਆ ਉਹਦੇ ਕਰਕੇ ਜਿਹੜਾ ਇਲੈਕਟ੍ਰਿਕ ਫੀਲਡ ਹੋਗਾ ਉਹਨੂੰ ਪਹਿਲਾਂ ਵਾਲੇ ਚੋਂ ਕੀ ਕਰ ਦੂੰਗਾ? ਸਬਟ੍ਰੈਕਟ, ਹੈ ਨਾ? ਹਾਂਜੀ ਸਰ। ਭਰਿਆ ਨਾ ਮੈਂ। ਠੀਕ ਹੈ, ਹੁਣ ਐ ਕਰੋ ਪਹਿਲਾਂ ਤਾਂ, ਅੱਛਾ ਚਲੋ ਜਿਹੜਾ ਆਪਣਾ ਪਿਛਲਾ ਡਾਕੂਮੈਂਟ ਚੱਲ ਰਿਹਾ ਨਾ ਉਹਦੇ ਵਿੱਚ ਪਹਿਲਾਂ ਤਾਂ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਹੋਰ ਐਡ ਕਰਦਾ, ਫਿਰ ਇੱਥੇ ਵਾਪਸ ਆਣਾ। ਤੇ ਉਹ ਹੈਗੀ ਆ ਵੈਕਟਰ ਨੂੰ ਵੈਕਟਰ ਨਾਲ, ਵੈਕਟਰ ਚੋਂ ਮਾਈਨਸ ਕਿਵੇਂ ਕਰਦੇ ਆ। ਜਿਵੇਂ ਕਿ ਇਹ 'ਚ ਦੇਖੋ ਸਭ ਤੋਂ ਇੰਪੋਰਟੈਂਟ ਗੱਲ ਜਿਹੜੀ ਚੀਜ਼ ਕਰਕੇ ਤੁਹਾਨੂੰ ਕਨਫਿਊਜ਼ਨ ਹੋ ਰਹੀ ਆ, ਹਾਊ ਡੂ ਵੀ ਸਬਟ੍ਰੈਕਟ a vector from another vector। ਹੁਣ ਇਹ ਗੱਲ ਮੈਂ ਤੁਹਾਨੂੰ ਸਮਝਾਈ ਹੋਈ ਹੈ ਨਾ ਕਿ ਜੇ ਕੋਈ ਵੈਕਟਰ ਹੋਵੇ, ਆ ਮੰਨ ਲਓ A ਵੈਕਟਰ ਆ ਤੇ ਆ B ਵੈਕਟਰ ਆ, ਤੇ ਤੁਸੀਂ A ਵੈਕਟਰ ਚੋਂ B ਵੈਕਟਰ ਨੂੰ ਮਾਈਨਸ ਕਰਨਾ। ਤੇ ਮੈਂ ਤੁਹਾਨੂੰ ਕੀ ਕਿਹਾ ਸੀ, ਇਹਦੇ ਨਾਲ ਚੰਗਾ ਤੁਸੀਂ ਕੀ ਕਰੋ, A ਵੈਕਟਰ ਨੂੰ ਇਦਾਂ ਹੀ ਪਿਆ ਰਹਿਣ ਦਿਓ ਤੇ ਇਹਦੇ 'ਚ ਐਡ ਕਰੋ B ਵੈਕਟਰ ਦਾ ਉਲਟ, -B ਵੈਕਟਰ। ਸਮਝਾਈ ਸੀ ਗੱਲ ਇਹ ਜਸ਼ਨਜੋਤ? ਹਾਂਜੀ ਸਰ। ਤੇ ਫਿਰ ਜਿਹੜਾ ਜਵਾਬ ਆਊਗਾ ਉਹ ਤਾਂ ਫਿਰ ਟ੍ਰਾਇੰਗਲ ਲਾਅ ਨਾਲ ਹੀ ਆ ਜਾਊਗਾ ਨਾ। ਫਿਰ ਟ੍ਰਾਇੰਗਲ ਲਾਅ ਨੇ ਥੋੜੀ ਦੇਖਣਾ ਕਿ ਮਾਈਨਸ ਲੱਗਿਆ ਕਿ ਪਲੱਸ, ਉਹਦਾ ਬਸ ਐਰੋ ਚੱਕਣੇ ਆ ਬਸ, ਤੇ ਰਿਜ਼ਲਟੈਂਟ ਫਿਰ ਤੇਰਾ ਇੱਧਰ ਆਊਗਾ ਨੀਚੇ। ਦੇਖ ਆਊਗਾ ਨਾ A - B। ਹਾਂਜੀ ਸਰ। ਕਲੀਅਰ ਹੈ ਗੱਲ ਇਹ? ਹਾਂਜੀ ਸਰ। ਹੁਣ ਆਪਾਂ ਐ ਕਰਦੇ ਹਾਂ, ਇਸ ਗੱਲ ਨੂੰ ਆਪਾਂ ਇੰਪਲੀਮੈਂਟ ਕਰਦੇ ਹਾਂ ਕਿਸੇ ਹੋਰ ਤਰ੍ਹਾਂ। ਮੈਂ ਕਹਿ ਰਿਹਾ ਕਿ ਜਿਹੜੇ ਵੈਕਟਰ ਸਬਟ੍ਰੈਕਟ ਜਾਂ ਐਡ ਕਰਨੇ ਨੇ ਨਾ, ਉਹ ਜਿਹੜੇ ਨੇ ਉਹ ਇੱਕ ਵਾਰ ਸੇਮ ਡਾਇਰੈਕਸ਼ਨ 'ਚ ਲੈਣੇ, ਇੱਕ ਵਾਰ ਆਪੋਜ਼ਿਟ ਡਾਇਰੈਕਸ਼ਨ 'ਚ ਲੈਣੇ ਆ। ਤਾਂ ਚਲੋ ਇੱਕ ਕੇਸ ਆਪਾਂ ਕਰਦੇ ਹਾਂ, ਜਦੋਂ A ਐਂਡ B ਜਿਹੜੇ ਨੇ ਆਰ ਇਨ ਸੇਮ ਡਾਇਰੈਕਸ਼ਨ, ਸੇਮ ਡਾਇਰੈਕਸ਼ਨ 'ਚ ਹੈਗੇ ਨੇ, ਤੇ ਉਹਨਾਂ ਨੂੰ ਸਬਟ੍ਰੈਕਟ ਕਿਵੇਂ ਕਰਨਾ ਆਪਾਂ ਸੋਚ ਕੇ ਦੇਖੋ। ਹੁਣ ਸਾਰਿਆਂ ਨੇ ਜਿਨ੍ਹਾਂ ਨੂੰ ਇਹ ਗੱਲ ਸਮਝ ਵੀ ਆ ਗਈ ਸੀ ਨਾ, ਚਲੋ ਵੀ ਧਿਆਨ ਨਾਲ ਸੋਚ ਲਓ ਦੁਬਾਰਾ। ਇਹ ਗੱਲ ਬੜੀ ਵਧੀਆ ਹੈ, ਇੱਕ ਵਾਰ ਸੋਚਣਾ ਚਾਹੀਦਾ ਇਸ ਤਰ੍ਹਾਂ। ਆ A ਵੈਕਟਰ ਆ ਤੇ ਆ ਮੰਨ ਲਓ B ਵੈਕਟਰ ਆ, ਆਹ A ਵੈਕਟਰ ਆ ਤੇ ਆਹ B ਵੈਕਟਰ ਆ, ਤੇ ਮੈਨੂੰ ਕਿਹਾ ਗਿਆ A ਵਿੱਚੋਂ B ਨੂੰ ਘਟਾ ਦਿਓ। ਹੁਣ ਦੱਸ ਵੀ ਜਸ਼ਨਜੋਤ ਆਪਾਂ ਕੀ ਕਰਾਂਗੇ ਫਿਰ? ਸਰ A 'ਚ -B ਐਡ ਕਰਤਾ ਹਾਂ। ਹਾਂ ਬਿਲਕੁਲ, ਤੇ ਆਪਾਂ ਉਹ ਟ੍ਰਾਇੰਗਲ ਲਾਅ ਨਾਲ ਹੀ ਕਰਾਂਗੇ ਇੱਕ ਤਰ੍ਹਾਂ। ਟ੍ਰਾਇੰਗਲ ਲਾਅ ਕੀ ਕਹਿੰਦੀ, ਪਹਿਲਾਂ A ਵੈਕਟਰ ਡਰਾ ਕਰ ਲਓ, ਹੈ ਨਾ? ਹਾਂਜੀ ਸਰ। ਇਹਦੇ ਵਿੱਚ ਇਸ ਜਗ੍ਹਾ ਤੋਂ ਸ਼ੁਰੂ ਕਰਕੇ -B ਵੈਕਟਰ ਡਰਾ ਕਰਨਾ ਨਾ। ਹਾਂਜੀ ਸਰ। -B ਵੈਕਟਰ ਕੀ ਹੈ? -B ਵੈਕਟਰ
ਆ ਨਹੀਂ ਹੋਇਆ ਫਿਰ ਬਸ। ਹਾਂਜੀ ਸਰ। ਤੇ ਫਿਰ ਰਿਜ਼ਲਟੈਂਟ ਵੈਕਟਰ ਜਿਹੜਾ ਤੇਰਾ ਹੋਇਆ ਉਹ ਆ ਨਹੀਂ ਹੋ ਗਿਆ। ਯੈਸ ਸਰ। ਵੈਕਟਰ ਨੂੰ ਆਪਾਂ ਕਹਿ ਦਿੰਨੇ ਆ a ਵੈਕਟਰ ਮਾਈਨਸ b ਵੈਕਟਰ। ਸਮਝ ਲੱਗੀ ਗੱਲ ਕਿ ਨਹੀਂ ਦੱਸ ਮੈਨੂੰ। ਯੈਸ ਸਰ ਸਮਝ ਲੱਗ ਗਈ। ਇਹਦਾ ਮਤਲਬ ਇਹ ਕਿ ਜਦੋਂ ਇੱਕ ਵੈਕਟਰ ਤੇ ਦੂਜਾ ਵੈਕਟਰ ਇੱਕੋ ਹੀ ਦਿਸ਼ਾ 'ਚ ਹੁੰਦੇ ਨੇ ਤਾਂ ਉਹਨਾਂ ਵਿੱਚੋਂ ਉਹਨੂੰ ਵੈਕਟੋਰੀਅਲੀ ਮਾਈਨਸ ਕਰਨ ਦਾ ਮਤਲਬ ਹੁੰਦਾ ਆ ਉਹਨਾਂ ਦੇ ਮੈਗਨੀਚਿਊਡ ਨੂੰ ਘਟਾ ਦੇਣਾ। ਸਿੰਪਲ ਜੀ ਗੱਲ, ਲੈਂਥ ਉਹਦੀ ਲੈਂਥ ਚੋਂ ਲੈਂਥ ਘਟਾ ਦਿਓ। ਸਮਝ ਲੱਗੀ ਗੱਲ। ਹਾਂਜੀ ਸਰ। ਤੇ ਜੇ ਤੁਸੀਂ ਇਹਦਾ ਲਿਖਣਾ ਚਾਹੁੰਦੇ ਹੋ ਵੀ ਮਾਈਨਸ ਘਟਾ ਕੇ ਕੀ ਆਊਗਾ ਤਾਂ ਦੇਖ a ਵੈਕਟਰ ਮਾਈਨਸ b ਵੈਕਟਰ ਦਾ ਜੇ ਮੈਗਨੀਚਿਊਡ ਕੱਢੇਗਾ ਤਾਂ ਉਹ ਆਊਗਾ ਅੰਡਰ ਰੂਟ ਆਫ a ਦੇ ਮੈਗਨੀਚਿਊਡ ਦਾ ਸਕੁਅਰ ਪਲੱਸ b ਦੇ ਮੈਗਨੀਚਿਊਡ ਦਾ ਸਕੁਅਰ ਮਾਈਨਸ 2a ਦਾ b ਦਾ ਮੈਗਨੀਚਿਊਡ ਕਾਜ਼ ਆਫ ਐਂਗਲ ਬਿਟਵੀਨ them that is 0 ਡਿਗਰੀ। ਇਹਨੂੰ ਕਰ ਕਰਾ ਕੇ ਦੇਖੇਗਾ ਤਾਂ a ਮਾਈਨਸ b ਦਾ ਹੋਲ ਸਕੁਅਰ ਅੰਡਰ ਦਾ ਰੂਟ ਆ ਜਾਊਗਾ ਤੇ ਜਿਹੜਾ ਕੀ ਬਣੂਗਾ ਵੀ ਵੈਕਟੋਰੀਅਲੀ ਮਾਈਨਸ ਕਰਕੇ ਵੀ ਮੈਗਨੀਚਿਊਡ ਉਹੀ ਹੋਊਗਾ ਜੋ ਸਿੱਧਾ ਹੀ ਮੈਗਨੀਚਿਊਡ ਘਟਾ ਕੇ ਆ ਜਾਊਗਾ। ਹੁਣ ਗੱਲ ਕਲੀਅਰ ਹੈ। ਯੈਸ ਸਰ। ਹੁਣ ਤੂੰ ਇਸੇ ਜਗ੍ਹਾ ਤੇ ਦੂਜੀ ਗੱਲ ਸੋਚ ਕੇ ਦੇਖ ਕਿ ਜੇ a ਵੈਕਟਰ ਇੱਧਰ ਨੂੰ ਹੋਵੇ ਤੇ b ਵੈਕਟਰ ਉਹਦੇ ਉਲਟ ਦਿਸ਼ਾ 'ਚ ਪਹਿਲਾਂ ਹੀ ਹੋਵੇ ਤੇ ਤੂੰ a ਵੈਕਟਰ ਵਿੱਚੋਂ b ਵੈਕਟਰ ਨੂੰ ਮਾਈਨਸ ਕਰਨਾ ਹੋਵੇ ਤਾਂ ਇਹਨੂੰ ਤੂੰ ਕਿਵੇਂ ਕਰੇਂਗਾ? ਫਿਰ ਉਹੀ ਕਰੇਗਾ। ਠੀਕ ਆ ਗੱਲ। ਜਸਨਜੋਤ ਚਲੇ ਗਿਆ ਕਿਤੇ? ਹਾਂਜੀ ਸਰ। ਹੁਣ ਕੀ ਕਰਾਂਗੇ ਦੱਸ ਅੱਗੇ? ਸਰ b ਨੂੰ a ਦੇ ਵਾਲੀ ਉਹ ਚ ਹੀ ਕਰ ਲਾਂਗੇ, ਮੰਨ ਲਓ ਕਿ ਅਲੋਂਗ ਵੇ ਹੀ ਕਰ ਲਾਂਗੇ। ਐਂ ਹੋਊਗਾ ਨਾ ਫਿਰ ਮਾਈਨਸ b ਵੈਕਟਰ ਕਿ ਨਹੀਂ? ਯੈਸ ਸਰ। ਤੂੰ ਹੁਣ ਅੰਦਾਜ਼ੇ ਨਾਲ ਹੀ ਮੈਨੂੰ ਦੱਸ ਦੇ ਜਦੋਂ ਇਹਨਾਂ ਨੂੰ ਆਪਰੇਟ ਕਰਾਂਗਾ ਤਾਂ ਜਿਹੜਾ ਰਿਜ਼ਲਟੈਂਟ ਆਊਗਾ ਤੇਰਾ ਹੁਣ ਉਹਨਾਂ ਦੇ ਮੈਗਨੀਚਿਊਡ ਐਡ ਕਰਕੇ ਆਊਗਾ ਜਿਹਨੂੰ ਤੂੰ a b ਕਹੇਗਾ। ਵੈਸੇ ਦੱਸ ਹੁਣ ਐਡ ਤੇ ਜਦੋਂ ਸਰ ਇੱਕ ਮਿੰਟ ਸਰ ਰਿਪੀਟ ਕਰਿਓ, ਥੋੜਾ ਲੈਗ ਹੋ ਗਿਆ ਸੀ ਸਰ। ਮੈਂ ਕਹਿ ਰਿਹਾ ਕਿ ਹੁਣ ਤੇਰਾ a b ਜਿਹੜਾ ਵੈਕਟਰ ਆਇਆ ਇੱਥੇ ਮਾਈਨਸ ਕਰਕੇ ਇਸ ਕੇਸ 'ਚ ਉਸ ਕੇਸ 'ਚ ਉਹਨਾਂ ਦੇ ਮੈਗਨੀਚਿਊਡ ਐਡ ਹੋਣਗੇ ਕਿ ਸਬਟ੍ਰੈਕਟ ਹੋਣਗੇ? ਆ ਦੱਸ ਹੁਣ। ਸਰ ਐਡ ਹੋਣਗੇ। ਐਡ ਦਿਖਦਾ ਰਿਹਾ ਸਾਹਮਣੇ ਹੈ ਨਾ, ਐਡ ਹੋ ਰਹੇ ਨੇ। ਤੇ ਜੇ ਫਾਰਮੂਲੇ 'ਚ ਪਾਣਾ ਤਾਂ ਫਾਰਮੂਲੇ 'ਚ ਪਾ ਕੇ ਦੇਖ ਲਾ। ਆ ਦੇ a ਸਕੁਅਰ ਪਲੱਸ b ਸਕੁਅਰ ਮਾਈਨਸ ਹੁੰਦਾ ਨਾ ਇੱਥੇ ਮਾਈਨਸ 2ab ਕਾਜ਼ ਆਫ ਐਂਗਲ ਬਿਟਵੀਨ them ਐਂਡ ਐਂਗਲ ਬਿਟਵੀਨ a ਵੈਕਟਰ ਐਂਡ b ਵੈਕਟਰ ਹੁੰਦਾ ਆ। ਤੇ ਐਂਗਲ ਕਿੰਨਾ ਹੈ ਇਹਨਾਂ 'ਚ? 180। cos 180 ਮਾਈਨਸ 1 ਹੁੰਦਾ, ਇੱਥੇ ਪਲੱਸ ਬਣ ਜੂਗਾ। ਇਹ ਬੇਸਿਕਲੀ a ਪਲੱਸ b ਆਊਗਾ ਇਹਦਾ ਮੈਗਨੀਚਿਊਡ, ਯਾਨੀ ਕਿ a ਮਾਈਨਸ b ਵੈਕਟਰ ਦਾ ਹੀ ਮੈਗਨੀਚਿਊਡ a ਪਲੱਸ b ਆਊਗਾ। ਓਕੇ ਸਰ। ਆਹ ਗੱਲ ਮੈਂ ਤੁਹਾਨੂੰ ਇੱਕ ਦਿਨ ਰਿਲੇਟਿਵ ਵੈਲੋਸਿਟੀਜ਼ ਸਮਝਾਉਂਦੇ ਹੋਏ ਵੀ ਬਹੁਤ ਚੰਗੀ ਤਰ੍ਹਾਂ ਸਮਝਾਈ ਸੀ। ਉਹ ਲੈਕਚਰ ਮੇਰੇ ਕੋਲ ਹਲੇ ਵੀ ਪਿਆ ਵਾ ਤੇ ਉਹ ਮੈਨੂੰ ਯਾਦ ਆ ਗੁਰਾਂਸ਼ ਨਾਲ ਮੇਰੀ ਡਿਸਕਸ਼ਨ ਹੋਈ ਸੀ। ਗੁਰਾਂਸ਼ ਹੈਗਾ ਇੱਧਰ ਬਈ? ਹਾਂਜੀ ਸਰ। ਯਾਦ ਆ ਗੱਲ? ਯਾਦ ਆ ਉਹ ਦਿਨ ਆਪਣੀ ਗੱਲ ਹੋਈ ਸੀ, ਕਾਫੀ ਪੁਰਾਣੀ ਗੱਲ ਆ ਆਈ ਰਿਲੇਟਿਵ ਵੈਲੋਸਿਟੀ ਬਾਰੇ। ਜਦੋਂ ਮੈਂ ਕਹਿ ਰਿਹਾ ਪਿਊਸ਼ ਉਧਰੋਂ ਮੋਟਰਸਾਈਕਲ ਤੇ ਆ ਰਿਹਾ ਤੂੰ ਇਧਰੋਂ ਜਾ ਰਿਹਾ ਇਹ ਉਹ ਆਪਾਂ ਕਰਕੇ ਇਹੀ ਵੈਕਟਰ ਸਬਟ੍ਰੈਕਟ ਕਰਨ ਵਾਲਾ ਜਿਹੜਾ ਫੰਡਾ ਉਹ ਦੇਖ ਰਹੇ ਸੀ। ਹੋਈ ਹੋਣੀ ਸਰ। ਮਤਲਬ ਭੁੱਲ ਗਿਆ ਤੂੰ? ਹਾਂਜੀ ਸਰ। ਚਲੋ ਆ ਦੇਖੋ a b ਇੱਥੇ ਵੀ a b ਮੈਗਨੀਚਿਊਡ ਤਾਂ ਮੈਂ ਉਹੀ ਲਿਖ ਰਿਹਾ ਨਾ ਜਸਨਜੋਤ। ਹਾਂਜੀ ਸਰ। ਪਰ ਇੱਕ ਕੇਸ 'ਚ ਜਦੋਂ ਉਹ ਦੋਨੋਂ ਇੱਕ ਸੇਮ ਡਾਇਰੈਕਸ਼ਨ 'ਚ ਨੇ ਤਾਂ ਉਹਨਾਂ ਦਾ ਮੈਗਨੀਚਿਊਡ ਵੀ ਫਿਰ ਮਾਈਨਸ ਹੋ ਰਿਹਾ ਵਾ, ਉਲਟੀ ਦਿਸ਼ਾ 'ਚ ਨੇ ਤਾਂ ਬਲਕਿ ਐਡ ਹੋ ਰਿਹਾ ਫਿਰ, ਕਿਉਂਕਿ ਮਾਈਨਸ ਕਰਨ ਦਾ ਮਤਲਬ ਆ ਹੁੰਦਾ ਹੈ। ਕਲੀਅਰ ਹੋ ਗਈ ਗੱਲ ਇਹ? ਯੈਸ ਸਰ। ਹੁਣ ਤੁਹਾਨੂੰ ਗੱਲ ਸਮਝ ਲੱਗ ਜੂਗੀ। ਹੁਣ ਜੇ ਕਿਸੇ ਨੂੰ ਹੋਰ ਵੀ ਡਾਊਟ ਹੋਣਾ ਤਾਂ ਹੁਣ ਸਮਝ ਲੱਗ ਜੂਗੀ। ਵਾਪਸ ਆ ਜਾਓ। ਇੱਧਰ ਚਲੀ ਗਈ 24 ਤਰੀਕ ਸੀ ਨਾ ਗੱਲ। ਆ ਦੇਖੋ ਹੁਣ P ਪੁਆਇੰਟ ਤੇ ਕਰਨਾ ਸੀ। ਸਿੰਪਲ ਜੀ ਗੱਲ ਆ। ਜੇ ਪਹਿਲਾਂ ਸਾਰਾ P ਕੈਵਿਟੀ ਭਰ ਕੇ ਜਿਹੜਾ ਇਲੈਕਟ੍ਰਿਕ ਫੀਲਡ ਆਇਆ ਉਹ ਦੇਖ ਲਓ, ਫਿਰ ਜਿਹੜਾ ਕੈਵਿਟੀ ਕਰਕੇ ਆਣਾ ਸੀ ਉਹ ਦੇਖ ਲਓ ਤੇ ਉਹਨਾਂ ਨੂੰ ਸਬਟ੍ਰੈਕਟ ਹੀ ਕਰੋਗੇ ਨਾ, ਕਿਉਂਕਿ ਤੁਸੀਂ ਕੈਵਿਟੀ ਬਣਾ ਦਿੱਤੀ ਹੈ, ਉੱਥੇ ਮਟੀਰੀਅਲ ਹੈ ਤਾਂ ਨਹੀਂ ਨਾ। ਠੀਕ ਹੈ ਨਾ ਗੱਲ? due to the charge inside region of cavity before making cavity है ना। ठीक है। सो इधर देख ਹੁਣ ਜਿਹੜਾ ਹੁਣ P ਪੁਆਇੰਟ ਤੇ ਇਲੈਕਟ੍ਰਿਕ ਫੀਲਡ ਇਸ ਪੂਰੇ ਦੇ ਕਰਕੇ ਹੋਊਗਾ, ਉਹਦੀ ਡਾਇਰੈਕਸ਼ਨ ਕਿੱਧਰ ਨੂੰ ਹੋਊਗੀ? ਇੱਧਰ ਨੂੰ ਹੋਊਗੀ ਕਿ ਨਹੀਂ ਦੱਸ? ਹਾਂਜੀ ਸਰ।
ਤੇ ਜੇ ਤੂੰ ਇਹਦੇ ਵਿੱਚ ਜੇ ਮਟੀਰੀਅਲ ਕੱਲੇ ਕੈਵਿਟੀ ਦਾ ਸੋਚੇ ਵੀ ਇੰਨਾ ਕੁ ਮਟੀਰੀਅਲ, ਇੰਨੇ ਕੁ ਮਟੀਰੀਅਲ ਜਿਹੜਾ ਕਿਤੇ ਹੈ, ਇਸ ਮਟੀਰੀਅਲ ਦੇ ਕਰਕੇ ਸੋਚ, ਬਾਕੀ ਛੱਡ ਦਾ, ਭੁੱਲ ਜਾ ਬਾਕੀ। ਇਹਦੇ ਕਰਕੇ ਪੀ ਪੁਆਇੰਟ ਤੇ ਇਲੈਕਟ੍ਰਿਕ ਫੀਲਡ ਇਧਰ ਨੂੰ ਹੀ ਹੋਊਗਾ ਨਾ, ਇਹ ਵੀ। ਹਾਂਜੀ ਸਰ। ਤੇ ਜਦੋਂ ਤੂੰ ਮਾਈਨਸ ਕਰੇਗਾ ਤਾਂ ਫਿਰ ਮੈਗਨੀਟਿਊਡ ਘਟਾਵੇਂਗਾ ਨਾ। ਹਾਂਜੀ ਸਰ। ਆ ਦੇਖ ਲੈ ਮੈਗਨੀਟਿਊਡ ਘਟਾਏ ਹੋਏ ਨੇ, ਠੀਕ ਆ ਗੱਲ। ਯੈਸ ਸਰ। ਹੁਣ ਇੱਧਰ ਆਇਆ, ਜੇ ਪੁਆਇੰਟ Q ਤੇ ਪੁੱਛਿਆ ਜਾਵੇ, Q ਪੁਆਇੰਟ ਤੇ ਜੇ ਦੇਖਿਆ ਤਾਂ ਹੁਣ ਇੱਥੇ P ਪੁਆਇੰਟ ਤੇ ਪੂਰੇ ਦੇ ਪੂਰੇ ਉਹਦੇ ਮਟੀਰੀਅਲ ਕਰਕੇ ਇਲੈਕਟ੍ਰਿਕ ਫੀਲਡ P ਪੁਆਇੰਟ ਤੇ Q ਪੁਆਇੰਟ ਊੜਾ ਲਿਖਤਾ ਸੀ ਆਪਾਂ ਗੱਲ, ਹਨਾ। ਇੱਧਰ ਹੋਊਗਾ ਨਾ। ਤੇ ਕੈਵਿਟੀ ਦੇ ਕਰਕੇ, ਕੈਵਿਟੀ ਸੈਂਟਰ ਦਾ ਜਾਂ ਕੈਵਿਟੀ ਦੇ ਮਟੀਰੀਅਲ ਕਰਕੇ ਇੱਧਰ ਹੋਣਾ ਸੀ ਕਿ ਨਹੀਂ, ਦੱਸ। ਹਾਂਜੀ ਸਰ। Q ਪੁਆਇੰਟ ਤੇ, ਕਿਉਂਕਿ Q ਆ ਦੇ ਨਾ, ਕੈਵਿਟੀ ਜੇ ਇਕੱਲੀ ਕੈਵਿਟੀ ਆ, P ਪੁਆਇੰਟ ਇੱਧਰ ਸੀਗਾ ਤਾਂ ਇੱਧਰ ਸੀਗਾ ਇਲੈਕਟ੍ਰਿਕ ਫੀਲਡ, Q ਪੁਆਇੰਟ ਇੱਧਰ ਤਾਂ ਇੱਧਰ ਹੋਊਗਾ ਇਲੈਕਟ੍ਰਿਕ ਫੀਲਡ। ਯੈਸ ਸਰ। ਆਪੋਜ਼ਿਟ ਡਾਇਰੈਕਸ਼ਨ ਹੋ ਗਈ ਨਾ ਦੋਨੋਂ। ਹਾਂਜੀ ਸਰ। ਹੁਣ ਜਦੋਂ ਮਾਈਨਸ ਵੀ ਕਰੇਗਾ ਤੂੰ ਵੈਕਟੋਰੀਅਲੀ ਮਾਈਨਸ ਹੀ ਕਰ ਰਿਹਾ ਤਾਂ ਕੀ ਹੋ ਜਾਣਗੇ ਦੋਨੋਂ, ਪਲੱਸ ਹੋ ਜਾਣਗੇ ਸਰ। ਹੁਣ ਗੱਲ ਕਲੀਅਰ ਹੋਈ। ਯੈਸ ਸਰ। ਹੁਣ ਇਹ ਤਾਂ ਸਭ ਟੈਕਨੀਕਲ ਗੱਲ ਹੋ ਗਈ, ਸੋਚ ਕੇ ਦੇਖ ਵੀ ਉਧਰ ਨੂੰ ਜਿਹੜਾ ਇਸ ਕੈਵਿਟੀ ਦੇ ਕਰਕੇ ਉਸ ਪੁਆਇੰਟ ਤੇ ਪਿੱਛੇ ਨੂੰ ਲੱਗ ਰਿਹਾ ਸੀ ਫੋਰਸ, ਜਦੋਂ ਉਹ ਲੱਗਣਾ ਬੰਦ ਹੋ ਜਾਊਗਾ ਤਾਂ ਅੱਗੇ ਵਾਲਾ ਵੱਧ ਜਾਊਗਾ ਕਿ ਨਹੀਂ। ਹਾਂਜੀ ਸਰ। ਹੁਣ ਇਸ ਗੱਲ ਨੂੰ ਆਪਾਂ ਥੋੜਾ ਜਿਹਾ ਹੋਰ ਸਿੰਪਲੀਫਾਈ, ਓਵਰ ਸਿੰਪਲੀਫਾਈ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਹਿਮਾਨੀ, ਹਾਂਜੀ ਸਰ। ਤੂੰ ਨਾਲ ਬੋਲਣਾ ਹੁਣ। ਹਾਂਜੀ। ਦੇਖ, ਇੱਕ ਹੈਗੀ ਹੈ ਕੈਵਿਟੀ, ਠੀਕ ਹੈ। ਹਾਂਜੀ। ਇੱਕ ਹੈਗਾ ਆ ਸਫੀਅਰ, ਪੂਰਾ ਸੋਲਿਡ ਸਫੀਅਰ। ਹਾਂਜੀ। ਠੀਕ ਹੈ। ਸੋਲਿਡ ਸਫੀਅਰ ਦਾ ਨਾਮ ਰੱਖ ਦਿੰਦੇ ਆ ਆਪਾਂ A, ਕੈਵਿਟੀ ਦਾ ਨਾਮ ਰੱਖ ਦਿੰਦੇ ਆ B, ਠੀਕ ਆ। ਹਾਂਜੀ। ਪਿਛਲੇ ਕੇਸ ਦੇ ਵਿੱਚ ਕੀ ਆ ਆਪਣਾ ਸਫੀਅਰ ਹੈ ਤੇ ਇਹ ਇਹਦੇ ਅੰਦਰ ਕੈਵਿਟੀ ਹੈ, ਠੀਕ ਹੈ। ਹਾਂਜੀ। ਸੋਲਿਡ ਸਫੀਅਰ ਜਿਹੜਾ ਇਹ ਸੋਲਿਡ ਸਫੀਅਰ ਹੈਗਾ, ਸੋਲਿਡ ਸਫੀਅਰ ਨੂੰ ਇਹ ਨਾ ਕਹੀ ਸੱਚ, ਸੋਲਿਡ ਸਫੀਅਰ ਵਿਦ ਕੈਵਿਟੀ, ਵਿਦ ਕੈਵਿਟੀ ਆਪ ਉਹਨੂੰ ਇਹ ਕਹਿ ਦਿੰਦੇ ਆਪਾਂ। ਸੋ ਕਹਿਣ ਦਾ ਮਤਲਬ ਇਹ ਹੈ ਕਿ ਜਿਹੜਾ ਇਹ ਹੈ ਮੇਰਾ, ਇਹ ਪਤਾ ਕੀ ਹੈ, ਦੇਖੋ ਇਹ ਹੈਗਾ ਆ ਜਸਨ, ਜਦੋਂ ਇਹਨੂੰ ਗੱਲ ਨੂੰ ਧਿਆਨ ਨਾਲ ਸੁਣੀ, ਹੁਣ ਤੂੰ ਵੈਕਟਰ ਵਾਲੇ ਗੱਲ ਪਿਛਲੀ ਵੀ ਭਾਵੇਂ ਭੁੱਲ ਜਾ, ਤੈਨੂੰ ਇੱਥੇ ਇਹਨੂੰ ਹੋਰ ਤਰੀਕੇ ਨਾਲ ਵੀ ਸੋਚ ਕੇ ਦੇਖ ਲੈ ਇੱਕ ਵਾਰ ਨਵੇਂ ਸਿਰੇ ਤੋਂ। ਆ O ਇਹਦਾ ਸੈਂਟਰ ਆ ਤੇ O ਡੈਸ਼ ਕੈਵਿਟੀ ਦਾ ਸੈਂਟਰ ਆ। P ਪੁਆਇੰਟ ਤੇ ਇਲੈਕਟ੍ਰਿਕ ਫੀਲਡ ਪਤਾ ਕਰਨਾ ਹੈ, ਠੀਕ ਹੈ ਗੱਲ। ਹਾਂਜੀ। ਹੁਣ ਇਹ ਹੈਗਾ ਮੇਰਾ ਆਹ ਜਿਹੜਾ ਰੈੱਡ ਕਲਰ ਨਾਲ ਮੈਂ ਮੈਂਸ਼ਨ ਕਰ ਰਿਹਾ, all this is A। ਦੇਖੋ ਮੈਂ ਲਿਖਿਆ ਨਾ solid sphere with cavity। ਸੋਚਣ ਦਾ ਨਾ ਬਸ ਇੱਕ ਇਹ ਹੈ ਕਿ ਤੁਸੀਂ ਤੁਹਾਡੇ ਦਿਮਾਗ 'ਚ ਤਸਵੀਰਾਂ ਬਣਨ ਲੱਗ ਜਾਣ, ਸੋਚਣ ਲੱਗ ਜਾਓ, ਫਿਰ ਚੀਜ਼ਾਂ ਸੌਖੀਆਂ ਨੇ, ਨਹੀਂ ਤਾਂ ਫਿਰ ਚੀਜ਼ਾਂ ਬੜੀਆਂ ਹੀ ਐਵੇਂ ਰੱਟਾ ਮਾਰ ਲਿਆ ਜੇ ਫਿਰ ਭੁੱਲ ਜਾਣਾ ਤੁਸੀਂ 2 ਦਿਨ ਬਾਅਦ, ਸੋਚ ਲਿਆ ਜੇ ਫਿਰ ਨਹੀਂ ਭੁੱਲਦੇ। ਇਹ ਜਿਹੜਾ ਰੀਜਨ ਹੈਗਾ ਜਿਹੜਾ ਮੈਂ ਦਿਖਾਇਆ ਸਾਰਾ ਰੈੱਡ ਕਲਰ ਦਾ, ਇਹ ਸਾਰਾ ਹੈਗਾ ਮੇਰਾ A। ਕਲੀਅਰ ਹੈ ਗੱਲ। ਹਾਂਜੀ। ਜਸਨਜੋਤ ਤੂੰ ਨਾ ਗਾਇਬ ਹੋ ਜੀ, ਤੂੰ ਵੀ ਰੱਖੀ ਨਾਲ। ਆ ਹੈਗਾ ਤੇਰੀ ਕੈਵਿਟੀ, A ਦਾ ਸੈਂਟਰ ਹੈਗਾ O ਡੈਸ਼, ਇਹ ਆਪਣਾ O ਸੀਗਾ ਜਿਹੜਾ ਇਧਰਲਾ ਸ਼ੋ ਕਰ ਰਹੇ ਸੀ ਆਪਾਂ। ਆਹ ਪੁਆਇੰਟ ਹੈਗਾ P ਜਿਹਦੇ ਆਪਾਂ ਗੱਲ ਕਰ ਰਹੇ ਹਾਂ, ਤੇ ਇਹਦੇ ਅੰਦਰ ਭਰ ਦੇਣਾ ਮੈਂ ਮਟੀਰੀਅਲ। ਤੇ ਇਸ ਚੀਜ਼ ਨੂੰ ਮੈਂ ਕਹਿ ਦਿੰਦਾ ਕੈਵਿਟੀ ਵਾਲੇ ਰੀਜਨ ਦੇ ਮਟੀਰੀਅਲ ਨੂੰ B। ਜਸ਼ਨਜੋਤ, ਹਾਂਜੀ ਸਰ। ਹੁਣ ਮੈਨੂੰ ਇਹ ਦੱਸ, ਜਦੋਂ ਆਹ ਵਾਲੀ ਆਹ ਕੈਵਿਟੀ ਚੱਕ ਕੇ ਇਹਦੇ ਅੰਦਰ ਪਾ ਦਵਾਂ, ਫਿੱਟ ਹੋ ਜਾਊਗਾ ਪੂਰੀ? ਹਾਂਜੀ ਸਰ। ਹਾਂ ਮੈਂ ਬਣਾਈ ਹੋਈ ਆ। ਸੋ ਬੇਸਿਕਲੀ ਮੈਂ ਇਹਨੂੰ ਐ ਕਰਕੇ ਦਿਖਾ ਰਿਹਾ ਤੁਹਾਨੂੰ ਜੋ ਦਿੱਤਾ ਰੀਜਨ ਉਹ ਆਇਆ, ਤੇ ਹੁਣ P ਪੁਆਇੰਟ ਤੇ ਆਪਾਂ ਦੇਖਦੇ ਹਾਂ ਇਹ ਦੋਨੋਂ ਕੀ ਕਰਦੇ ਨੇ, ਇਹ ਦੋਨੋਂ ਮਿਲ ਕੇ ਕੀ ਕਰਦੇ ਨੇ। P ਪੁਆਇੰਟ ਦੇ ਉੱਪਰ ਜੇ A ਤੇ B ਦੋਨੋਂ ਮਿਲ ਕੇ ਇਲੈਕਟ੍ਰਿਕ ਫੀਲਡ ਲਾਣ ਤੇ A ਤੇ B ਦਾ ਟੋਟਲ ਇਲੈਕਟ੍ਰਿਕ ਫੀਲਡ ਇੱਧਰ ਨੂੰ ਹੈ ਕਿ ਨਹੀਂ, ਦੱਸ।
A ਤੇ B ਦੋਨਾਂ ਕਰਕੇ ਆ ਨਾ ਇਹ, ਹਾਂਜੀ ਸਰ। ਤੇ P ਪੁਆਇੰਟ ਦੇ ਉੱਪਰ B ਦੇ ਕਰਕੇ, ਕੱਲੇ B ਦੇ ਕਰਕੇ ਇਲੈਕਟ੍ਰਿਕ ਫੀਲਡ ਕਿੱਧਰ ਨੂੰ ਆ? ਉਹ ਵੀ ਇਸ ਸਾਈਡ ਨੂੰ ਹੀ ਹੈ ਸਰ। ਆ ਕੱਲੇ B ਦੇ ਕਰਕੇ ਆ A plus B ਦੇ ਕਰਕੇ ਆ, ਤੇ ਜਿਹੜਾ A plus B ਕਰਕੇ ਆ ਵਾਲਾ ਦਿਖਾਇਆ, ਇਹ ਮਤਲਬ ਇਹ ਪੂਰੇ ਹੋਲ ਸਫੀਅਰ ਕਰਕੇ ਆ ਨਾ ਫਿਰ, ਕਿਉਂਕਿ A plus B ਹੈ ਨਾ, ਤੇ ਆ ਕੱਲੇ Yes, B sir. ਕਰਕੇ ਆ। ਜੇ ਮੈਂ ਕਹਾਂ B ਨੂੰ ਹਟਾ ਲੈਣਾ, ਮੈਂ B ਨੂੰ ਹਟਾ ਲੂੰਗਾ ਤਾਂ ਫਿਰ ਇਹਦੇ ਚੋਂ ਇਹਨੂੰ ਮਾਈਨਸ ਕਰੂੰਗਾ ਨਾ, ਹੈ ਜਸਨਜੋਤ? ਕੁਝ ਹਾਂ ਨਾ Yes. ਸੁਣ ਨਹੀਂ ਰਹੀ ਮੇਰੀ ਆਵਾਜ਼? ਸਰ ਥੋੜੀ ਬਹੁਤ ਲੈਗ ਜੀ ਕਰ ਰਹੀ ਹੈ ਸਰ। ਇੱਕ ਤੁਸੀਂ ਐਂ ਕਹਿੰਦੇ ਹੋ ਕਿ ਸਰ ਜੇ ਆਪਾਂ B ਹਟਾਵਾਂਗੇ ਤਾਂ ਆਪਾਂ A plus B ਚੋਂ B ਮਾਈਨਸ ਕਰਾਂਗੇ। ਉਹੀ ਕਹਿ ਰਿਹਾ ਮੈਂ, ਕਿਉਂਕਿ ਦੇਖਣਾ ਹੁਣ A plus B ਕਰਕੇ ਪਹਿਲਾਂ ਟੋਟਲ ਇਲੈਕਟ੍ਰਿਕ ਫੀਲਡ ਪਤਾ ਕਰ ਲਿਆ ਸੀ ਆਪਾਂ ਉੱਥੇ, ਹਾਂਜੀ ਸਰ। ਤੇ ਉਸ ਤੋਂ ਬਾਅਦ ਕੱਲੇ B ਦੇ ਕਰਕੇ ਪਤਾ ਕਰ ਲਿਆ ਸੀ, ਯੈਸ ਸਰ। ਉਹ ਇੱਥੇ ਸੋਚ ਕੇ ਦੇਖ ਲਾਂਗੇ। ਹੁਣ ਕੱਲੇ D ਦੇ ਕਰਕੇ ਜਿਹੜਾ ਇਲੈਕਟ੍ਰਿਕ ਫੀਲਡ ਹੈਗਾ ਇੱਥੇ, ਉਹ ਕੀ ਆਊਗਾ? ਦੇਖ R ਦੂਰੀ ਪਰ ਪਤਾ R/4 ਸੀ, ਕੀ ਆਊਗੀ? ਰੋ R/4 ਹਾਂ R/4 ਓਵਰ 3 ਐਪਸਾਈਲਨ, ਇਹ ਕੱਲੇ B ਦੇ ਕਰਕੇ ਆ। ਯੈਸ ਤੇ ਸਰ। ਜੇ B ਨੂੰ ਵੀ ਇਹ ਚ ਪਾ ਦਈਏ ਤਾਂ ਜਿਹੜੀ A ਤੇ ਆਊਗੀ ਉਹ ਆਊਗੀ ਰੋ 3R/4 ਓਵਰ 3 ਐਪਸਾਈਲਨ ਨੋਟ। ਯੈਸ ਸਰ। ਤੇ ਜੇ ਮੈਨੂੰ ਕੈਵਿਟੀ ਦੇ ਵਿੱਚ ਇੱਥੇ ਇਲੈਕਟ੍ਰਿਕ ਫੀਲਡ ਚਾਹੀਦਾ ਹੈ, ਮਤਲਬ ਕਿ ਫਿਰ ਮੈਨੂੰ A plus B ਦੇ ਕਰਕੇ ਟੋਟਲ ਕਰਕੇ ਜਿਹੜਾ ਆਇਆ, ਉਹਦੇ ਵਿੱਚੋਂ ਇਕੱਲੇ B ਵਾਲਾ ਮਾਈਨਸ ਕਰੂੰਗਾ ਨਾ ਫਿਰ ਮੈਂ, ਯੈਸ ਸਰ। ਤਾਂ ਕਿ ਇਕੱਲੇ A ਦੇ ਕਰਕੇ ਆ ਜਾਵੇ ਨਾ, ਯੈਸ ਸਰ। ਕਿਉਂਕਿ ਤੁਸੀਂ ਇਲੈਕਟ੍ਰਿਕ ਫੀਲਡ ਇਕੱਲੇ A ਵਾਲੇ ਰੀਜਨ ਕਰਕੇ ਚਾਹੁੰਦੇ ਹੋ ਨਾ। ਯੈਸ ਸਰ। ਉਹ ਆਪਾਂ ਕਰਤਾ ਮੈਗਨੀਟਿਊਡ ਵਾਈਜ਼ ਦੇਖ ਕੇ, ਸਮਝ ਲੱਗੀ ਗੱਲ? ਯੈਸ ਸਰ। ਹੁਣ ਜੇ ਮੈਂ ਦੇਖਾਂ ਦੂਜੇ ਰੀਜਨ ਦੇ ਵਿੱਚ, ਜੇ Q ਪੁਆਇੰਟ ਦੀ ਗੱਲ ਕਰਾਂ, Q ਪੁਆਇੰਟ, ਹੁਣ ਬਹੁਤ ਧਿਆਨ ਨਾਲ ਸਮਝਿਓ ਗੱਲ ਨੂੰ, ਆਹ Q ਪੁਆਇੰਟ ਇੱਥੇ ਹੈ, ਇੱਥੇ ਹੈ, ਠੀਕ ਹੈ। Q ਪੁਆਇੰਟ ਤੇ ਜੇ ਮੈਂ ਗੱਲ ਕਰਾਂ ਤਾਂ ਫਿਰ ਮੈਂ ਇਹਨੂੰ ਚੱਕ ਕੇ ਪਹਿਲਾਂ ਇਹਦੇ ਅੰਦਰ ਰੱਖ ਦਿੰਦਾ, ਤਾਂ Q ਪੁਆਇੰਟ ਤੇ ਇਹਦੇ ਕਰਕੇ ਫਿਰ ਵੀ ਇਲੈਕਟ੍ਰਿਕ ਫੀਲਡ ਕਿੱਧਰ ਨੂੰ ਹੋਊਗਾ? ਇੱਧਰ ਨੂੰ ਹੀ ਹੋਊਗਾ। ਯੈਸ ਸਰ। ਪਰ Q ਪੁਆਇੰਟ ਤੇ ਇਕੱਲੇ B ਦੇ ਕਰਕੇ ਇੱਥੇ Q ਪੁਆਇੰਟ ਤੇ ਇਲੈਕਟ੍ਰਿਕ ਫੀਲਡ ਕਿੱਧਰ ਨੂੰ ਹੋਊਗਾ? ਇੱਧਰ ਨੂੰ। ਸਰ ਇਸ ਦੇ ਆਪੋਜ਼ਿਟ ਹੈ। ਹੁਣ ਜੇ ਤੁਸੀਂ ਆਹ ਵਾਲਾ, ਹੁਣ ਦੇਖੋ ਆਹ ਦੋਨੋਂ A ਤੇ B ਦੇ ਕਰਕੇ ਇੱਧਰ ਇਲੈਕਟ੍ਰਿਕ ਫੀਲਡ ਹੋਣਾ ਸੀ, ਪਰ ਜਿਹਦੇ ਵਿੱਚ ਕਿ B ਵਾਲਾ ਤਾਂ ਹੈ ਹੀ ਇੱਧਰ ਨੂੰ ਸੀ। ਹੁਣ ਜਦੋਂ ਇਹਨੂੰ ਹਟਾ ਦੋਗੇ ਤਾਂ ਜਦੋਂ ਇਹ ਹਟ ਜਾਊਗਾ ਤਾਂ ਇੱਧਰ ਵੱਧ ਜਾਊਗਾ ਕਿ ਨਹੀਂ ਇਹ ਟੋਟਲ? ਯੈਸ ਸਰ। ਠੀਕ ਹੈ ਗੱਲ? ਹਾਂਜੀ ਸਰ। ਇਸ ਲਈ ਮਾਈਨਸ ਕਰਦੇ ਆ, ਜਿੰਨਾ ਸਿੰਪਲੀਫਾਈ ਕਰ ਸਕਦੇ ਹੋ ਤਰੀਕੇ ਨਾਲ ਓਨਾ ਸਿੰਪਲੀਫਾਈ ਕਰਕੇ ਸੋਚੋਗੇ ਤਾਂ ਮਜ਼ਾ ਆਊਗਾ। ਸੋਚਣ 'ਚ ਚਾਹੇ ਤੁਹਾਨੂੰ ਇੱਕ ਦਿਨ ਲੱਗ ਜੇ, ਚਾਹੇ 2 ਦਿਨ ਤੱਕ ਕਨਫਿਊਜ਼ ਰਹੋ, ਚਾਹੇ 4 ਦਿਨ ਤੱਕ ਕਨਫਿਊਜ਼ ਰਹੋ, ਤੁਹਾਡਾ ਕਨਫਿਊਜ਼ ਰਹਿਣਾ ਕੋਈ ਮਾੜੀ ਗੱਲ ਨਹੀਂ ਹੈ, ਉਹ ਕੋਈ ਨਲਾਇਕੀ ਨਹੀਂ ਹੈ। ਕਨਫਿਊਜ਼ ਰਹਿਣਾ ਤੇ ਕਾਫੀ ਦੇਰ ਤੱਕ ਕਨਫਿਊਜ਼ ਰਹਿਣਾ ਤੇ ਉਹਦੇ ਬਾਰੇ ਸੋਚਦੇ ਰਹਿਣਾ ਸਗੋਂ ਇੰਟੈਲੀਜੈਂਸ ਆ। ਬਹੁਤ ਸਿਆਣਾ ਬੰਦਾ ਹੀ ਇਸ ਤਰ੍ਹਾਂ ਸੋਚੂਗਾ। ਠੀਕ ਆ ਗੱਲ? ਹਾਂਜੀ ਸਰ। ਇੱਕ ਹੋਰ ਆਪਾਂ ਤਰੀਕੇ ਨਾਲ ਸੋਚਦੇ ਹਾਂ। ਤੁਸੀਂ ਕਹਿਣਾ ਮੈਂ ਇਹਦੇ ਪਿੱਛੇ ਪੈ ਗਿਆ, ਹਾਂ ਕੋਈ ਗੱਲ ਨਹੀਂ, ਪਿੱਛੇ ਮੈਂ ਹੁਣ ਮੈਂ ਪਿੱਛੇ ਪਾਉਂਗਾ ਤਾਂ ਹੀ ਤੁਸੀਂ ਪਿੱਛੇ ਪਾਉਂਗੇ। ਚਲੋ ਜੀ, ਇੱਕ ਹੈਗਾ ਬੰਦਾ A ਤੇ ਇੱਕ ਹੈਗਾ ਬੰਦਾ B, ਠੀਕ ਹੈ। ਇਹ ਉਹ ਗੇਮ ਚੱਲ ਰਹੀ ਹੈ ਰੱਸਾ ਖਿੱਚਣ ਵਾਲੀ, ਠੀਕ ਹੈ। ਰੱਸਾ ਖਿੱਚਣ ਵਾਲੀ ਗੇਮ ਨੂੰ ਕੀ ਕਹਿੰਦੇ ਆ? Tug of war. war. ਰਹਿਣ ਦੋ ਵੀ, ਤੁਸੀਂ ਰੱਸਾ ਖਿੱਚਣ ਵਾਲੇ ਰੱਖੋ। ਟਗ ਆਫ ਕੀ ਕਹਿੰਦੇ? ਵਾਰ। ਹਾਂਜੀ ਸਰ। ਕੋਈ ਬੜਾ ਤਕੜਾ ਨਾਮ ਰੱਖ ਲਿਆ ਤੁਸੀਂ। ਚਲੋ ਮੰਨ ਲਓ ਐਂ ਕਰਕੇ 2 ਟੀਮਾਂ ਨੇ ਰੱਸਾ ਖਿੱਚਣੇ ਆ, ਆਪਾਂ ਇਸ ਟੀਮ ਦੀ ਪਰਫਾਰਮੈਂਸ ਬਾਰੇ ਗੱਲ ਕਰਨੀ ਬਸ। ਇਸ ਟੀਮ ਦੀ ਪਰਫਾਰਮੈਂਸ, ਇਧਰਲੇ ਪਾਸੇ ਵਾਲੇ ਬੰਦੇ, ਠੀਕ ਹੈ। ਇਹਦਾ ਇੱਕ ਬੰਦਾ A ਹੈ, ਇੱਕ ਬੰਦਾ B ਹੈ। A ਪਤਾ ਕੌਣ ਹੈ? ਇਹ ਉਹੀ ਆ ਸਫੀਅਰ ਵਿਦ ਕੈਵਿਟੀ, ਠੀਕ ਹੈ। B ਪਤਾ ਕੀ ਹੈ? ਕੱਲੀ ਕੈਵਿਟੀ, ਠੀਕ ਹੈ। ਸਮਝ ਲੱਗੀ ਗੱਲ? Yes sir. ਜਾਂ ਫਿਰ ਬਲਕਿ ਤੁਸੀਂ ਇੱਥੇ A ਨੂੰ ਉਹ ਮੰਨ ਲਓ, ਇਹ ਸਫੀਅਰ ਵਿਦਆਊਟ ਕੈਵਿਟੀ ਮੰਨ ਲਓ, ਵਿਦਆਊਟ ਕੈਵਿਟੀ ਇਹਨੂੰ ਪੂਰਾ ਸਫੀਅਰ ਮੰਨ ਲਓ, ਤੇ ਇਹ ਹੈਗਾ B ਹੈਗੀ ਕੱਲੀ ਕੈਵਿਟੀ। ਹੁਣ ਜਦੋਂ ਮੈਂ ਪੁਆਇੰਟ P ਗੱਲ ਕਰ ਰਿਹਾ ਤਾਂ ਜਿਹੜਾ ਸਫੀਅਰ ਵਿਦਆਊਟ ਕੈਵਿਟੀ ਆ ਉਹਦੇ ਕਰਕੇ ਜਿਵੇਂ ਫੋਰਸ ਲਗਾਉਣ ਦੀ ਗੱਲ ਕਰ ਰਹੇ ਨਾ ਆਪਾਂ, ਠੀਕ ਹੈ ਨਾ। ਹੁਣੀ ਮੈਂ ਜਿਵੇਂ ਫੋਰਸ ਦੀ ਗੱਲ ਕਰ ਰਿਹਾ ਸੀ, ਤੁਸੀਂ ਐਂ ਕਰੋ ਪਰਫਾਰਮੈਂਸ ਇੱਧਰਲੇ ਪਾਸੇ ਦੇਖ ਲਓ, ਜ਼ਿਆਦਾ ਬੈਟਰ ਆਪਣਾ ਹੁਣੀ ਸਮਝ ਰਹੂਗੀ। ਇੱਧਰਲੇ ਪਾਸੇ ਦੀ ਪਰਫਾਰਮੈਂਸ ਚੈੱਕ ਕਰ ਰਿਹਾ ਮੈਂ, ਤਾਂ ਉਹਦੇ ਕਰਕੇ ਇਲੈਕਟ੍ਰਿਕ ਫੀਲਡ ਕਿੱਧਰ ਨੂੰ ਲੱਗ ਰਿਹਾ ਸੀ? ਇੱਧਰ ਨੂੰ।
मतलब आ ए है ਜਿਹੜਾ ਇੱਧਰ ਨੂੰ ਖਿੱਚ ਰਿਹਾ ਸਮਝ ਲਓ B ਉਹਦਾ ਹਾਣੀ ਆ ਉਹਦਾ ਹਾਣੀ ਵੀ ਇੱਧਰ ਨੂੰ ਖਿੱਚ ਰਿਹਾ ਤਾਂ ਜਦੋਂ ਮੈਂ ਕਹੂੰਗਾ B ਨੂੰ ਹਟਾ ਦਿਓ ਇੱਕਦਮ B ਨੂੰ ਹਟਾ ਦਿਓ B ਨੂੰ ਕੱਢ ਦਿਓ ਵਿੱਚੋਂ ਜਿਵੇਂ ਕੈਵਿਟੀ ਹਟਾ ਦਨੇ ਆਪਾਂ ਤਾਂ ਜਦੋਂ B ਨੂੰ ਕੱਢ ਦੋਗਾ ਤਾਂ ਪਰਫਾਰਮੈਂਸ ਦੱਸੋ ਘਟੂਗੀ ਕਿ ਵਧੂਗੀ कम होगी सर कम होगी ना इसीलिए मैग्नीट्यूड माइनस होंगे सबट्रैक्ट होंगे इस केस च पर हुण मैं क्या कह रहा हुण दूजा केस सोच के देखो दूजे केस सोच के देखो भी ए जिहड़ा आ ए तां इधर नूं खिच रिहा सी जिहड़ा B आ ना ओह इधर नूं खिचण दी बजाए गद्दारी कर रहा सी ओह इधर नूं खिच रिहा सी समझ लगी गल मैं कहा B नूं हटा दो जदों B नूं हटाओगे तो परफॉर्मेंस घटूगी कि ਵਧੂਗੀ ਵੱਧ ਜੂਗੀ ਇਸੀ ਲਈ ਸੋਚੋ ਇਸ ਤਰ੍ਹਾਂ ਕਿ ਇਸੇ ਲਈ ਉਸ ਜਗ੍ਹਾ ਤੇ ਆਪਾਂ ਐਡ ਹੋ ਜਾਊਗੀ ਪਰਫਾਰਮੈਂਸ ਜਸ਼ਨਜੋਤ ਪਤਾ ਲੱਗ ਰਹੀ ਗੱਲ ਹਾਂਜੀ ਸਰ ਤੇ ਵੈਕਟਰ ਦਾ ਫੰਡਾ ਇਦਾਂ ਹੀ ਹੁੰਦਾ ਆ ਵੈਕਟਰ ਚ ਡਾਇਰੈਕਸ਼ਨ ਨਾਲ ਹੁੰਦੀ ਹੈ ਨਾ ਕਿ ਜਦੋਂ ਦੋਨੋਂ ਵੈਕਟਰ ਇੱਕ ਹੀ ਦਿਸ਼ਾ ਵਿੱਚ ਐਕਟ ਕਰ ਰਹੇ ਹੋਣ ਤੇ ਉਹਨਾਂ ਵਿੱਚੋਂ ਇੱਕ ਨੂੰ ਹਟਾਉਣਾ ਹੋਵੇ ਤਾਂ ਪਰਫਾਰਮੈਂਸ ਘਟਣੀ ਹੀ ਹੈ ਪਰ ਜਦੋਂ ਆਪੋਜ਼ਿਟ ਡਾਇਰੈਕਸ਼ਨ ਚ ਐਕਟ ਕਰ ਰਹੇ ਹੋਣ ਤੇ ਘਟਾਣਾ ਵੀ ਹੋਵੇ ਯਾਨੀ B ਨੂੰ ਹਟਾਣਾ ਹੋਵੇ ਉਥੋਂ ਤਾਂ ਫਿਰ ਵੱਧ ਜਾਣੀ ਹੈ ਪਰਫਾਰਮੈਂਸ ਕਿਉਂਕਿ ਜਿੰਨਾ ਉਹਨੇ A ਨੂੰ ਖੱਜਲ ਕੀਤਾ ਹੋਇਆ ਸੀ A ਦੀ ਅੱਧੀ ਊਰਜਾ ਤਾਂ ਇਹ ਖਾ ਰਿਹਾ ਸੀ ਇਹਨੂੰ ਘਟਾਦਾ ਤਾਂ ਪਰਫਾਰਮੈਂਸ ਵੱਧ ਗਈ ਤਾਂ ਐਡ ਹੋ ਰਹੇ ਨੇ ਸੋ ਮੈਥਮੈਟਿਕਸ ਦਾ ਸੌਖਾ ਹੁੰਦਾ ਹੈ ਵੈਕਟਰਸ ਦਾ ਪਰ ਉਹਨੂੰ ਅਕੋਰਡਿੰਗ ਸੋਚ ਪਾਣਾ ਤੇ ਉਹਨੂੰ ਬਿਲਕੁਲ ਆਪਣੀ ਰੀਅਲ ਲਾਈਫ ਕਿਸੇ ਐਗਜ਼ਾਮਪਲ ਨਾਲ ਸੋਚ ਕੇ ਇਮੇਜਿਨ ਕਰ ਪਾਣਾ ਇਹ ਬਹੁਤ ਜ਼ਰੂਰੀ ਹੁੰਦਾ ਹੈ ਕਲੀਅਰ ਹੋਏਗਾ ਕਿ ਨਹੀਂ ਯੈਸ ਹੁਣ ਅੱਗੇ ਕਰਾ ਸਕਦਾ ਮੈਂ ਜਸ਼ਨਜੋਤ ਹਾਂਜੀ ਸਰ ਹੁਣ ਆਪਾਂ ਹੋਰ ਵੀ ਇੰਪੋਰਟੈਂਟ ਗੱਲ ਕਰਨ ਲੱਗੇ ਹੁਣ ਤੁਹਾਨੂੰ ਵੈਕਟਰਸ ਦਾ ਹੋਰ ਵੀ ਉਹ ਪਤਾ ਲੱਗੂਗਾ ਆਪਾਂ ਇਹ ਕਰਨ ਜਾ ਰਹੇ ਹਾਂ ਹੁਣ ਇਲੈਕਟ੍ਰਿਕ ਫੀਲਡ ਐਟ ਐਨੀ ਪੁਆਇੰਟ ਹੁਣ PQ ਦੀ ਗੱਲ ਨਹੀਂ ਕਰ ਰਿਹਾ ਮੈਂ ਐਟ ਐਨੀ ਪੁਆਇੰਟ ਇਨਸਾਈਡ ਕੈਵਿਟੀ ਠੀਕ ਹੈ at any point ਤੇ ਆ ਕੈਵਿਟੀ ਜਿਹੜੀ ਆ ਆਪਣੀ ਸਫੀਅਰਿਕਲ ਹੀ ਆ ਵੀ ਕਿਉਂਕਿ ਆਪਾਂ ਸਫੀਅਰ ਦਾ ਰਿਜ਼ਲਟ ਲਗਾ ਰਹੇ ਹਾਂ ਨਾ ਸਾਰੇ ਰੋ r ਬਾਈ o ਠੀਕ ਹੈ ਤੇ ਤੁਸੀਂ ਐਂ ਕਰੋ ਆ ਇੱਕ ਸਫੀਅਰ ਮੰਨ ਲਓ ਹੁਣ ਤੇ ਇਹਦੇ ਚ ਜਿਹੜੀ ਕੈਵਿਟੀ ਮੰਨਣੀ ਜ਼ਰੂਰੀ ਨਹੀਂ ਇੱਥੋਂ ਲੈਣੀ ਉਹ ਤਾਂ ਮੈਂ ਕੋਈ ਵੀ ਕਹਿ ਰਿਹਾ ਕੋਈ ਵੀ ਕੈਵਿਟੀ ਲੈ ਲਓ ਜਨਰਲ ਕੋਈ ਕੈਵਿਟੀ ਆ ਕੈਵਿਟੀ ਲੈ ਲਓ ਆ ਇੱਕ ਕੈਵਿਟੀ ਹੈ ਤੇ ਆਪਾਂ ਇਹਦੇ ਕੈਵਿਟੀ ਜਿਵੇਂ ਮਰਜ਼ੀ ਜਿੱਥੇ ਮਰਜ਼ੀ ਬਣੀ ਹੋਵੇ ਤੇ ਉਸ ਕੈਵਿਟੀ ਦੇ ਅੰਦਰ ਕਿਸੇ ਵੀ ਪੁਆਇੰਟ ਤੇ ਆਪਾਂ ਇਲੈਕਟ੍ਰਿਕ ਫੀਲਡ ਦੀ ਗੱਲ ਕਰਨੀ ਆ ਵੀ ਉਹ ਕਿੰਨਾ ਹੋਏਗਾ ਤੁਹਾਨੂੰ ਬੜਾ ਇੰਟਰਸਟਿੰਗ ਬੜਾ ਅਜੀਬ ਰਿਜ਼ਲਟ ਮਿਲਣ ਵਾਲਾ ਆ ਤੁਸੀਂ ਪਿਛਲੀ ਸਾਰੀਆਂ ਗੱਲਾਂ ਨਾਲ ਕਨਵਿੰਸ ਹੋ ਚੁੱਕੇ ਹੋ ਤਾਂ ਤੁਹਾਨੂੰ ਬਹੁਤ ਮਜ਼ਾ ਆਏਗਾ ਇਸ ਦੇ ਵਿੱਚ ਕਿ ਇਹਦੇ ਅੰਦਰ ਇਲੈਕਟ੍ਰਿਕ ਫੀਲਡ ਕਿੰਨਾ ਹੋਏਗਾ ਤੇ ਹੁਣ ਤੁਸੀਂ ਗੱਲ ਨੂੰ ਦੇਖੋ ਇਸ ਦਾ ਨਾਮ ਰੱਖ ਦਿਓ O ਸੈਂਟਰ ਦਾ ਤੇ ਜਿਹੜਾ ਕੈਵਿਟੀ ਦਾ ਸੈਂਟਰ ਹੈਗਾ ਆ ਕੈਵਿਟੀ ਦੇ ਸੈਂਟਰ ਦਾ ਨਾਮ ਰੱਖ ਦਿਓ ਪੁਆਇੰਟ A ਠੀਕ ਹੈ ਜੀ ਗੱਲ ਤੇ ਇਸ ਤਰ੍ਹਾਂ ਹੈ ਕਿ O ਤੇ A ਦੇ ਵਿਚਕਾਰ ਜਿਹੜਾ ਡਿਸਟੈਂਸ ਹੈ ਉਹ ਕਿੰਨਾ ਵਾ ਸਮਾਲ a ਮੰਨ ਲਓ ਸਮਾਲ a ਦੂਰੀ ਤੇ ਆ ਦਿਸ ਡਿਸਟੈਂਸ ਇਜ਼ a ਠੀਕ ਹੈ ਗੱਲ ਤੇ ਜੇ ਤੁਸੀਂ ਇਹਨੂੰ ਵੈਕਟਰ ਬਣਾ ਲਓ ਤਾਂ ਫਿਰ ਤੁਸੀਂ O ਤੋਂ ਲੈ ਕੇ A ਤੱਕ ਜਿਹੜਾ ਵੈਕਟਰ ਜੋੜਿਆ ਉਸ ਵੈਕਟਰ ਨੂੰ ਤੁਸੀਂ A ਵੈਕਟਰ ਵੀ ਕਹਿ ਸਕਦੇ ਹੋ ਸਮਝ ਲੱਗੀ ਗੱਲ ਜਸ਼ਨਜੋਤ ਤੂੰ ਨਾਲ ਰਹਿਣਾ ਹੁਣ ਠੀਕ ਹੈ ਸਰ मतलब ਕੀ ਆ ਮੈਂ ਇੱਕ ਸਫੀਅਰ ਲਿਆ ਉਹ ਚ ਕੋਈ ਕੈਵਿਟੀ ਬਣਾਤੀ ਕਿਤੇ ਵੀ ਕੈਵਿਟੀ ਬਣਾਤੀ ਗੋਲ ਜੀ ਬਸ ਤੇ ਕੈਵਿਟੀ ਦੇ ਸੈਂਟਰ ਨੂੰ ਜਿਹੜਾ ਸਫੀਅਰ ਸੀਗਾ ਚੱਲਦਾ ਉਹਦੇ ਕੈਵਿਟੀ ਉਹਦੇ ਸੈਂਟਰ ਨਾਲ ਜੋੜਿਆ ਤੇ ਉਹ ਇੱਕ ਵੈਕਟਰ A ਵੈਕਟਰ ਜਾਂ ਇੱਕ ਦੂਰੀ ਇਹ ਪੱਕੀ ਹੋ ਗਈ ਵੀ O ਤੇ A ਦਾ ਡਿਸਟੈਂਸ ਦਾ A ਹੀ ਰਹਿਣਾ ਵਾ ਪਰ ਜੇ ਤੁਸੀਂ ਕੈਵਿਟੀ ਦੇ ਅੰਦਰਲੇ ਬਾਕੀ ਕੋਈ ਮਰਜ਼ੀ ਪੁਆਇੰਟ ਲਓ ਉਹਨਾਂ ਦੀ ਦੂਰੀ O ਤੋਂ ਅਲੱਗ-ਅਲੱਗ ਹੋਏਗੀ ਕਿ ਨਹੀਂ ਹਾਂਜੀ ਸਰ ਜਿਵੇਂ ਆਹ ਪੁਆਇੰਟ ਲੈ ਲਵਾਂ ਜਾਂ ਆਹ ਪੁਆਇੰਟ ਲੈ ਲਵਾਂ ਜਾਂ ਆ ਪੁਆਇੰਟ ਲੈ ਲਵਾਂ ਤਾਂ ਅਲੱਗ-ਅਲੱਗ ਹੋਊਗੀ ਦੂਰੀ ਸਭ ਦੀ ਤਾਂ ਆਪਾਂ ਕੀ ਕਰਦੇ ਜਨਰਲ ਪੁਆਇੰਟ ਲੈ ਲੈਣੇ ਆ ਇੱਕ ਕੋਈ ਵੀ ਪੁਆਇੰਟ ਇੱਥੇ ਉਸ ਪੁਆਇੰਟ ਦਾ ਨਾਮ ਰੱਖ ਦਿੰਦੇ ਆ ਆਪਾਂ ਆ ਪੁਆਇੰਟ ਦਾ ਨਾਮ P ਠੀਕ ਹੈ ਯੈਸ ਸਰ ਤੇ ਆਪਾਂ ਇਸ ਪੁਆਇੰਟ P ਤੇ ਇਲੈਕਟ੍ਰਿਕ ਫੀਲਡ ਪਤਾ ਕਰਨਾ ਹੈ ਵੈਕਟਰ ਦੇ ਫਾਰਮ ਪਿਛਲੇ ਸਵਾਲ ਦੇ ਵਿੱਚ ਸੌਖਾ ਇਹ ਸੀ ਕਿ ਇਲੈਕਟ੍ਰਿਕ ਫੀਲਡ ਕੈਵਿਟੀ ਕਰਕੇ
ਤੇ ਪੂਰੇ ਸਫੀਅਰ ਕਰਕੇ ਜਾਂ ਤਾਂ ਸੇਮ ਡਾਇਰੈਕਸ਼ਨ ਸੀਗੇ ਤੁਸੀਂ ਕੀ ਕਰਤਾ ਸਬਟ੍ਰੈਕਟ ਕਰਤੇ, ਆਪੋਜ਼ਿਟ ਡਾਇਰੈਕਸ਼ਨ ਸੀਗੇ ਤਾਂ ਕੀ ਕਰਤਾ ਬਲਕਿ ਐਡ ਕਰਤੇ। ਪਰ ਹੁਣ ਇੱਥੇ ਇਲੈਕਟ੍ਰਿਕ ਫੀਲਡ ਇਸ ਤਰ੍ਹਾਂ ਨਹੀਂ ਆਣਗੇ, ਸੋਚ ਕੇ ਦੇਖੋ ਕਿ ਜੇ ਹੁਣ P ਪੁਆਇੰਟ ਤੇ ਸਫੀਅਰ ਕਰਕੇ ਇਲੈਕਟ੍ਰਿਕ ਫੀਲਡ ਪਤਾ ਕਰਾਂ ਤਾਂ ਜਸ਼ਨਜੋਤ ਇੱਧਰ ਨੂੰ ਆਏਗਾ ਕਿ ਨਹੀਂ OP ਦੇ ਵਾਲੇ ਸਾਈਡ ਨੂੰ ਹਾਂਜੀ ਸਰ। P ਪੁਆਇੰਟ ਤੇ P ਪੁਆਇੰਟ ਤੇ ਕੈਵਿਟੀ ਕਰਕੇ ਕਿੱਧਰ ਨੂੰ ਆਏਗਾ, ਇੱਧਰ ਨੂੰ ਆਏਗਾ ਕਿ ਨਹੀਂ OA ਵੱਲ AP ਵੱਲ ਨੂੰ। ਯੈਸ ਸਰ। ਹੁਣ ਇੱਕ ਇਲੈਕਟ੍ਰਿਕ ਫੀਲਡ ਆ ਹੋਊਗਾ ਸਫੀਅਰ ਕਰਕੇ, ਆ ਹੋਊਗਾ ਕੈਵਿਟੀ ਕਰਕੇ, ਤੇ ਦੋਨਾਂ ਨੂੰ ਸਬਟ੍ਰੈਕਟ ਕਰਨਾ, ਸਫੀਅਰ ਵਿੱਚੋਂ ਕੈਵਿਟੀ ਨੂੰ ਸਬਟ੍ਰੈਕਟ ਹੀ ਕਰਨਾ। ਸਬਟ੍ਰੈਕਟ ਕਰਨ ਲਈ ਫਿਰ ਐ ਕਰੇਗਾ, ਫਿਰ ਐ ਕਰੇਗਾ, ਫਿਰ ਐ ਕਰਕੇ ਆਪਾਂ ਨੂੰ ਬਣਾਉਣਾ ਪੈਣਾ ਉਹ ਨਾ ਪ੍ਰੋਪਰ। ਇਹ ਲੱਗੀ ਗੱਲ? ਹਾਂਜੀ ਸਰ। ਪਰ ਰਿਜ਼ਲਟ ਬੜਾ ਸੌਖਾ ਨਿਕਲ ਆਊਗਾ ਆਪਣਾ, ਦੇਖੋ ਕਿਵੇਂ ਆਊਗਾ ਸਾਰੇ ਨੇ। ਜੇ ਮੈਂ ਹੁਣ P ਪੁਆਇੰਟ ਤੇ ਬਣਾਉਣਾ ਆ ਤੇ P ਪੁਆਇੰਟ ਤੇ ਤੁਸੀਂ ਸਭ ਤੋਂ ਪਹਿਲਾਂ ਤਾਂ ਆ ਬਣਾ ਲਓ, O ਤੋਂ ਲੈ ਕੇ P ਤੱਕ ਜਿਹੜਾ ਆਹ ਵਾਲਾ ਵੈਕਟਰ ਹੈ ਨਾ, ਆਹ ਵਾਲਾ ਵੈਕਟਰ, ਇਸ ਵੈਕਟਰ ਦਾ ਨਾਮ ਰੱਖ ਦਿਓ R1 ਤੇ A ਤੋਂ ਲੈ ਕੇ P ਤੱਕ ਜਿਹੜਾ ਆਹ ਵਾਲਾ ਵੈਕਟਰ ਬਣੇਗਾ ਇਹਦਾ ਨਾਮ ਰੱਖ ਦਿਓ R2। ਆਹ ਵਾਲਾ ਆਹ ਜਿਹੜਾ ਵੈਕਟਰ ਹੈ ਇਹ ਹੈਗਾ R1 ਵੈਕਟਰ, ਤੇ ਆਹ ਜਿਹੜਾ ਵੈਕਟਰ ਹੈ ਆਹ ਵਾਲਾ ਇਹਦਾ ਨਾਮ ਰੱਖ ਦਿਓ R2 ਵੈਕਟਰ। ਆਹ ਵੈਕਟਰ ਨਹੀਂ ਆਇਆ, ਜਸਟ ਮੈਂ ਵੈਸੇ ਬਣਾ ਰਿਹਾ ਸੀ, ਉਹ ਬੇਸਿਕਲੀ ਉਹ A ਤੋਂ ਲੈ ਕੇ P ਤੱਕ ਜਿਹੜਾ ਪੁਆਇੰਟ ਤੱਕ ਜਾ ਰਿਹਾ। ਇਹ ਚੀਜ਼ਾਂ ਤੁਹਾਨੂੰ ਕਨਫਿਊਜ਼ ਨਾ ਕਰ ਦੇਣ ਬਸ, ਮੈਨੂੰ ਡਰ ਲੱਗਦਾ ਰਹਿੰਦਾ ਜਦੋਂ ਵੈਕਟਰਸ ਡੀਲ ਕਰਦਾ। ਆਹ ਇਹਨੂੰ ਵੈਕਟਰ ਸਮਝ ਲਓ ਤੁਸੀਂ, ਸਮਝ ਲੱਗ ਗਈ ਤੁਹਾਨੂੰ ਗੱਲ ਕੀ ਕਹਿ ਰਿਹਾ ਮੈਂ? ਕੋਈ ਡਾਊਟ ਕਿਸੇ ਨੂੰ? ਹੁਣ ਮੈਂ R2 ਵੈਕਟਰ ਤੇ R1 ਵੈਕਟਰ ਪਤਾ ਕਿਉਂ ਲਿਆ, ਕਿਉਂਕਿ ਜਿਹੜਾ P ਤੇ ਸਫੀਅਰ ਕਰਕੇ ਇਲੈਕਟ੍ਰਿਕ ਫੀਲਡ ਹੋਗਾ ਉਹ R1 ਵੈਕਟਰ ਦੀ ਦਿਸ਼ਾ 'ਚ ਹੀ ਹੋਗਾ ਕਿ ਨਹੀਂ ਹਿਮਾਨੀ? ਹਾਂਜੀ ਸਰ। ਇਲੈਕਟ੍ਰਿਕ ਫੀਲਡ ਜੇ ਮੈਂ ਐਟ ਪੁਆਇੰਟ P ਪਤਾ ਕਰਨਾ ਆ ਤਾਂ ਬੇਸਿਕਲੀ ਉਹੀ ਹੋਇਆ ਨਾ, ਇਲੈਕਟ੍ਰਿਕ ਫੀਲਡ ਪੂਰੇ ਸਫੀਅਰ ਦੇ ਕਰਕੇ ਡਿਊ ਟੂ ਹੋਲ ਸਫੀਅਰ ਹੈ ਨਾ, ਐਟ P ਤੇ ਮਾਈਨਸ ਇਲੈਕਟ੍ਰਿਕ ਫੀਲਡ ਡਿਊ ਟੂ ਕੈਵਿਟੀ। ਹਾਂ ਮਾਈਨਸ ਹੀ ਕਰਨਾ ਹੁੰਦਾ ਨਾ ਵੈਕਟੋਰੀਅਲੀ ਤਾਂ, ਡਿਊ ਟੂ ਕੈਵਿਟੀ ਮਟੀਰੀਅਲ। ਹੁਣ ਜੇ ਕੈਵਿਟੀ 'ਚ ਮਟੀਰੀਅਲ ਸੋਚ ਲੈਣਾ ਉਦੋਂ, ਫਿਰ ਜਦੋਂ ਕਰਨ ਲੱਗੋਗੇ ਤਾਂ ਇਹ ਕੀ ਆਊਗਾ ਪਹਿਲਾਂ ਪੂਰੇ ਦੀ ਰੋ ਤਾਂ ਸਹੀ, ਰੋ R1 ਵੈਕਟਰ। ਹਾਂ ਬਿਲਕੁਲ ਆਊਗਾ, ਮਾਈਨਸ ਕੈਵਿਟੀ ਮਟੀਰੀਅਲ ਦੇ ਕਰਕੇ ਕੀ ਆਊਗਾ ਰੋ R2 R2 ਵੈਕਟਰ। ਵੈਕਟਰ ਆਹੀ ਗੱਲ ਹੈ, ਅਸੀਂ R1 ਤੇ R2 ਵੈਕਟਰ। ਹੁਣ ਇਹ ਆ ਜਾਊਗਾ ਰੋ ਬਟਾ 3 ਐਪਸਾਈਲਨ ਨੋਟ R1 ਵੈਕਟਰ ਮਾਈਨਸ R2 ਵੈਕਟਰ। ਤੇ ਮੈਨੂੰ ਸੋਚ ਕੇ ਦੱਸੋ R1 ਵੈਕਟਰ ਮਾਈਨਸ R2 ਵੈਕਟਰ ਕੀ ਆਇਆ? A ਵੈਕਟਰ। ਯੈਸ ਐਗਜ਼ੈਕਟਲੀ A ਵੈਕਟਰ, ਬਿਲਕੁਲ ਕਰੈਕਟ। ਜਸ਼ਨਜੋਤ ਪਤਾ ਲੱਗਿਆ ਕਿਵੇਂ ਆਇਆ ਇਹ? ਬਲਜੀਤ Yes, sir. ਆ ਦੇਖਣਾ ਇਹ ਕਿਵੇਂ ਆਇਆ, ਇਹ O ਤੋਂ ਲੈ ਕੇ A ਤੱਕ ਗਿਆ, ਫਿਰ A ਤੋਂ ਲੈ ਕੇ P ਤੱਕ ਗਿਆ, ਤੇ ਉਹਦੇ ਉੱਪਰ R1 ਵੈਕਟਰ ਰਿਜ਼ਲਟੈਂਟ ਨਹੀਂ ਬਣ ਗਿਆ। ਦੇਖ O ਤੋਂ ਲੈ ਕੇ A ਤੱਕ ਗਿਆ ਪਲੱਸ A ਤੋਂ ਲੈ ਕੇ P ਤੱਕ ਗਿਆ, ਤਾਂ ਅਸਲ ਵਿੱਚ O ਤੋਂ ਲੈ ਕੇ P ਤੱਕ ਗਿਆ। ਆਹੀ ਤਾਂ ਆਪਣਾ ਉਹ ਟ੍ਰਾਇੰਗਲ ਲਾਓ। O ਤੋਂ ਲੈ ਕੇ A ਵੈਕਟਰ ਹੈਗਾ A ਵੈਕਟਰ, A ਤੋਂ ਲੈ ਕੇ P ਤੱਕ R2 ਵੈਕਟਰ, ਉਧਰ ਹੈਗਾ R1 ਵੈਕਟਰ, ਤਾਂ ਫਿਰ A ਵੈਕਟਰ ਕੀ ਬਣ ਗਿਆ ਤੁਹਾਡਾ R1 ਵੈਕਟਰ ਮਾਈਨਸ R2 ਵੈਕਟਰ। ਲੈ ਬਣ ਗਈ ਗੱਲ, ਹੋ ਗਈ ਡੈਰੀਵੇਸ਼ਨ। ਹਾਂਜੀ ਸਰ। ਤੇ ਇਹਦਾ ਮਤਲਬ ਕੀ ਬਣਿਆ ਤੁਹਾਡਾ ਜਿਹੜਾ ਇਲੈਕਟ੍ਰਿਕ ਐਟ P ਹੈਗਾ ਆ ਉਹ P ਪੁਆਇੰਟ ਦੀ O ਤੋਂ ਦੂਰੀ ਤੇ ਵੀ ਡਿਪੈਂਡ ਨਹੀਂ ਕਰਦਾ, ਉਹ P ਪੁਆਇੰਟ ਦੀ A ਤੋਂ ਦੂਰੀ ਤੇ ਡਿਪੈਂਡ ਨਹੀਂ ਕਰਦਾ, ਉਹ ਬਲਕਿ ਅਜੀਬ ਜਿਹਾ ਹੋ ਗਿਆ ਥੋੜਾ, ਉਹ ਤਾਂ O ਤੇ A ਦੀ ਦੂਰੀ ਤੇ ਡਿਪੈਂਡ ਕਰਦਾ, ਯਾਨੀ ਉਹ ਕੈਵਿਟੀ ਦੇ ਸੈਂਟਰ ਤੇ ਡਿਪੈਂਡ ਕਰਦਾ ਸਿਰਫ, ਸੈਂਟਰ ਦੇ ਹਨਾ। ਤੇ ਤੁਸੀਂ ਦੇਖੋ ਆਹ ਇਲੈਕਟ੍ਰਿਕ ਫੀਲਡ ਕਿਹਦਾ ਆ, ਤੁਸੀਂ ਸੋਚ ਕੇ ਦੇਖੋ, isn't it electric field at center of cavity by whole sphere? ਆਹੀ ਨਹੀਂ ਬਣ ਗਿਆ ਇਹ? ਹਾਂਜੀ ਸਰ। ਹੈ ਨਾ, ਰੋ R ਦੀ ਜਗ੍ਹਾ A ਵੈਕਟਰ ਹੀ ਆਣਾ ਸੀ, ਤੇ ਫਿਰ ਜੇ ਉਹ A ਆਣਾ ਤਾਂ ਪਿਛਲੇ ਰਿਜ਼ਲਟ ਨੂੰ ਯੂਜ਼ ਕਰੀ ਤਾਂ। ਇਹਦਾ ਭਾਵ ਇਹ ਆ ਕਿ ਜੇ ਤੁਸੀਂ ਕਿਸੇ ਵੀ ਕੈਵਿਟੀ ਦੇ ਕਰਕੇ ਇਲੈਕਟ੍ਰਿਕ ਫੀਲਡ ਪਤਾ ਕਰਨਾ ਚਾਹੁੰਦੇ ਹੋ ਤੇ ਉਹ ਪੁਆਇੰਟ P ਜਿੱਥੇ ਮਰਜ਼ੀ ਹੋ ਸਕਦਾ। ਦੇਖੋ R1 ਤੇ R2 ਦੋਨੋਂ ਗਾਇਬ ਹੋ ਗਏ ਪਿਕਚਰ ਚੋਂ। ਹੁਣ ਦੇਖੋ ਬੜੀ ਇੰਟਰਸਟਿੰਗ ਗੱਲ, ਇਸ ਗੱਲ ਲਈ ਮੈਂ ਕਰਾ ਰਹੀ ਕਿ ਮਤਲਬ ਜੇ ਤੁਸੀਂ ਕਿਸੇ ਸਫੀਅਰ ਦੇ ਸੈਂਟਰ O ਤੋਂ ਬਾਅਦ ਕੋਈ ਵੀ ਕੈਵਿਟੀ ਬਣਾ ਲੈਂਦੇ ਹੋ ਕਿਤੇ ਵੀ, ਤੇ ਉਸ ਕੈਵਿਟੀ ਦੇ ਸੈਂਟਰ ਨੂੰ ਉਹਦੇ ਨਾਲ ਅਟੈਚ ਕਰਕੇ
ਇਹ ਵੈਕਟਰ ਡਿਫਾਈਨ ਕਰ ਲੈਂਦੇ ਹੋ ਤਾਂ ਕੈਵਿਟੀ ਦੇ ਅੰਦਰ ਇਲੈਕਟ੍ਰਿਕ ਫੀਲਡ ਜਿਹੜਾ ਹੁੰਦਾ ਆ ਇਨਸਾਈਡ ਕੈਵਿਟੀ ਉਹ ਬਸ ਸੈਂਟਰ ਤੋਂ ਕੈਵਿਟੀ ਦੇ ਸੈਂਟਰ ਤੱਕ ਦੇ ਡਿਸਟੈਂਸ ਤੇ ਡਿਪੈਂਡ ਕਰਦਾ ਰੋ a ਬਟਾ A vector 3 epsilon naught. 3 epsilon naught. p ਪੁਆਇੰਟ ਜਿੱਥੇ ਮਰਜੀ ਹੋ ਇਨਸਾਈਡ ਕੈਵਿਟੀ ਐਨੀ ਪੁਆਇੰਟ p ਪੁਆਇੰਟ ਜਿੱਥੇ ਮਰਜੀ ਲੈ ਲਿਆ ਹੁੰਦਾ ਤੁਸੀਂ ਕਰਕੇ ਦੇਖ ਲਿਓ ठीक है सर ਤੇ ਇਹਨੂੰ ਲਿਖਿਆ ਕਿਵੇਂ ਹੈ ਕਿ ਜਿਵੇਂ ਸਾਰੇ ਸਫੀਅਰ 'ਚ ਚਾਰਜ ਹੋਵੇ ਤੇ ਉਸ ਅਕੋਰਡਿੰਗ ਆਪਾਂ ਰਿਜ਼ਲਟ ਲਿਖਿਆ ਨਾ हाँ जी सर ਤਾਂ ਇਲੈਕਟ੍ਰਿਕ ਫੀਲਡ ਇਹਦਾ ਭਾਵ ਇਹ ਆ ਕਿ ਇਸ ਜਗ੍ਹਾ ਤੇ ਇਲੈਕਟ੍ਰਿਕ ਫੀਲਡ ਕਿੱਧਰ ਆਊਗਾ p ਪੁਆਇੰਟ ਤੇ ਇੱਧਰ ਨੂੰ ਆਊਗਾ ਨਾ a ਦੀ ਡਾਇਰੈਕਸ਼ਨ 'ਚ ਕਿ ਨਹੀਂ हाँ जी सर ਇੱਧਰ ਵੀ ਇੱਧਰ ਹੀ ਆਊਗਾ ਇਹ ਵੀ ਇੱਧਰ ਹੀ ਆਊਗਾ ਇੱਧਰ ਹੀ ਆਊਗਾ ਇਹ ਤਾਂ ਬਿਲਕੁਲ a ਵੈਕਟਰ ਦੇ ਪੈਰਲਲ ਆ ਗਿਆ ਇਲੈਕਟ੍ਰਿਕ ਫੀਲਡ ਦੇ ਅੰਦਰ ਬਿਲਕੁਲ ਯੂਨੀਫਾਰਮ ਇਲੈਕਟ੍ਰਿਕ ਫੀਲਡ ਹੋ ਗਿਆ ਸਾਰੇ ਪਾਸੇ हाँ जी सर ਜਦ ਕਿ ਪੂਰੇ ਉਹਦੇ ਵਿੱਚ ਜੇ ਸਫੀਅਰ ਦੇ ਕਰਕੇ ਸੋਚੋ ਤਾਂ ਇੱਥੇ ਜੇ ਮਤਲਬ ਇਲੈਕਟ੍ਰਿਕ ਫੀਲਡ ਤੁਸੀਂ ਐਕਸਪੈਕਟ ਨਹੀਂ ਕਰਦੇ ਇਸ ਡਾਇਰੈਕਸ਼ਨ 'ਚ ਇੱਧਰ ਬਾਹਰ ਪਾਸੇ ਕੁਝ ਹੋਰ ਚੱਲ ਰਿਹਾ ਵਾ ਉਹਦੇ ਅੰਦਰ ਕੁਝ ਹੋਰ ਚੱਲ ਰਿਹਾ ਵਾ ਸਮਝ ਲੱਗੀ ਗੱਲ ਹਿਮਾਨੀ ਹਾਂਜੀ ਸਰ ਬੜਾ ਅਲੱਗ ਤਰ੍ਹਾਂ ਦਾ ਰਿਜ਼ਲਟ ਆਇਆ ਯੂਨੀਫਾਰਮ ਇਲੈਕਟ੍ਰਿਕ ਫੀਲਡ ਹੋ ਗਿਆ ਉਹਦੇ ਅੰਦਰ ਤੇ ਹੁਣ ਜਦੋਂ ਤੁਸੀਂ ਇੱਥੇ ਗੱਲ ਕਰੋ ਸੋਚੋ ਇੱਧਰ ਗਿਆ ਇੱਧਰ ਇੱਥੇ ਜਿਹੜਾ ਇਲੈਕਟ੍ਰਿਕ ਫੀਲਡ ਆ ਰਿਹਾ ਤੁਹਾਡਾ ਬਾਰ-ਬਾਰ ਸੇਮ ਨਹੀਂ ਆ ਰਿਹਾ ਸੀ ਆਨਸਰ ਹਾਂਜੀ ਹਨਾ p ਤੇ ਵੀ ਸੇਮ q ਤੇ ਵੀ ਸੇਮ ਤੇ ਤਾਂ ਹੀ ਤਾਂ ਆ ਰਿਹਾ ਸੀ ਤੇ ਉਹਨਾਂ ਦੀ ਡਾਇਰੈਕਸ਼ਨ ਕੀ ਹੋਗੀ o ਡੈਸ਼ ਵਾਲੇ ਪਾਸੇ ਇੱਧਰ ਨੂੰ q ਤੇ ਵੀ ਇਲੈਕਟ੍ਰਿਕ ਫੀਲਡ ਇੱਧਰ ਹੀ ਆ ਰਿਹਾ ਸੀ p ਤੇ ਵੀ ਇੱਧਰ ਹੀ ਆ ਰਿਹਾ ਸੀ ਇੱਥੇ ਵੀ ਇੱਧਰ ਹੀ ਆਊਗਾ 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 ਸਭ ਜਗ੍ਹਾ ਤੇ ਬਰਾਬਰ ਹੋਊਗਾ ਮੈਗਨੀਟਿਊਡ ਵੀ ਤੇ ਡਾਇਰੈਕਸ਼ਨ ਵੀ ਪਰ ਮੈਂ ਤੁਹਾਨੂੰ p ਤੇ q ਦੇ ਥਰੂ ਬਸ ਵੈਕਟਰਸ ਦੀ ਪ੍ਰੈਕਟਿਸ ਕਰਾਤੀ ਇੱਕ ਤਰ੍ਹਾਂ ਸਮਝ ਲਓ ਆਪਣੀ ਪ੍ਰੈਕਟਿਸ ਹੋ ਗਈ ਕਿ ਵੈਕਟਰਸ ਦੇ ਵਿੱਚ ਕਿਵੇਂ ਦੇਖੋ ਕਿੰਨਾ ਅਲੱਗ ਤਰ੍ਹਾਂ ਦਾ ਸਿਸਟਮ ਸਾਹਮਣੇ ਨਿਕਲ ਕੇ ਆਇਆ ਕੈਵਿਟੀ ਵਾਲਾ ਕਲੀਅਰ ਹੋ ਗਈ ਗੱਲ ਹੁਣ Yes sir. yes sir ਬਲਜੀਤ हाँ जी सर ਭੁੱਲੇਗਾ ਤਾਂ ਨਹੀਂ ਹੁਣੇ No sir ਜਸ਼ਨਜੋਤ हाँ जी सर ਸਮਝ ਲੱਗੀ ਗੱਲ ਸਾਰੀ ਹੁਣ यस सर ਵੈਕਟਰਸ ਨੂੰ ਰਿਵਾਈਜ਼ ਕਰਿਓ ਚੰਗੀ ਤਰ੍ਹਾਂ ਠੀਕ ਹੈ ਆ ਸਾਰੀਆਂ ਗੱਲਾਂ ਵੈਕਟਰਸ ਦੀਆਂ ਹੁਣ ਸਮਝ ਲੱਗ ਰਹੀਆਂ ਨੇ ਕਿਉਂ ਇੰਨਾ ਮੈਂ ਮਗਜਮਾਰੀ ਕਰ ਰਿਹਾ ਸੀ ਤੁਹਾਡੇ ਨਾਲ ਬਾਰ-ਬਾਰ ਚਲੋ ਜੀ ਕੁਝ ਚੀਜ਼ਾਂ ਹੈਗੀਆਂ ਇਦਾਂ ਦੀਆਂ ਜਿਹੜੀਆਂ ਮੈਂ ਤੁਹਾਡੇ ਨਾਲ ਗੱਲ ਕਰੂੰਗਾ ਜਿਹੜੇ ਬੱਚੇ ਕਹਿੰਦੇ ਨਾਨ ਮੈਡੀਕਲ ਵਾਲੇ ਨੇ ਤੁਹਾਨੂੰ ਅਲੱਗ ਤੋਂ ਇੱਕ ਕਲਾਸ ਮੈਂ ਤੁਹਾਨੂੰ ਕਿਹਾ ਸੀ ਜਿਵੇਂ ਦੇਣੀ ਆ ਉਹਦੇ 'ਚ ਮੈਂ ਕੁਝ ਚੀਜ਼ਾਂ ਤੁਹਾਨੂੰ ਅਲੱਗ ਤੋਂ ਕੁਝ ਉਹ ਕਰਾਉਂਗਾ ਜਿਹੜੀਆਂ ਮੈਡੀਕਲ ਨੂੰ ਕਰਨ ਦੀ ਲੋੜ ਨਹੀਂ ਹੈ ਇਸ ਲਈ ਮੈਂ ਤੁਹਾਨੂੰ ਜ਼ਿਆਦਾ ਉਹ 'ਚ ਨਹੀਂ ਪਾਉਣਾ ਚਾਹੁੰਦਾ ਤੇ ਚਲੋ ਇੱਕ ਕੁਐਸਚਨ ਕਰਦੇ ਹਾਂ ਇਹਦੇ ਰਿਲੇਟਡ ਪਹਿਲਾਂ ਕੁਐਸਚਨ ਵੈਸੇ ਕੁਐਸਚਨ ਇਹ ਹੈ ਕਿ ਆ ਸਫੀਅਰ ਹੈ ਆ ਹੈਗਾ ਪੁਆਇੰਟ ਇਹਦਾ ਸੈਂਟਰ ਇਹਦੇ ਵਿੱਚ ਕੋਈ ਵੈਸੀ ਕੈਵਿਟੀ ਬਣਾ ਲਈ ਆਪਾਂ ਕੈਵਿਟੀ ਹੁਣ ਤਾਂ ਤੁਹਾਨੂੰ ਪਤਾ ਹੀ ਆ ਕਿੱਥੇ ਮਰਜ਼ੀ ਬਣਾ ਲਈਏ ਕੈਵਿਟੀ ਜਿੱਥੇ ਮਰਜ਼ੀ ਬਣਾ ਲਈਏ ਆਪਾਂ ਤੇ ਕੈਵਿਟੀ ਦੇ ਸੈਂਟਰ ਤੋਂ ਲੈ ਕੇ ਇੱਥੇ ਤੱਕ ਦਾ ਜਿਹੜਾ ਡਿਸਟੈਂਸ ਹੈ ਉਹ ਪੁਆਇੰਟ ਤੋਂ ਕੈਵਿਟੀ ਦੇ ਸੈਂਟਰ o ਡੈਸ਼ ਤੱਕ ਦਾ ਜਿਹੜਾ ਡਿਸਟੈਂਸ ਆ ਉਹਨੂੰ ਮੈਂ ਕਹਿ ਦਿੰਦਾ ਮੰਨ ਲਓ a ਡਿਸਟੈਂਸ ਆ ਤਾਂ ਤੇ ਇਹਦੇ ਵਿੱਚ ਕੀ ਹੈ ਕਿ ਸਾਰੇ ਪਾਸੇ ਚਾਰਜ ਹੈ ਸਾਰੇ ਪਾਸੇ ਇੱਥੇ ਵੀ ਚਾਰਜ ਹੈ ਕੈਵਿਟੀ ਦੇ ਚਾਰੇ ਪਾਸੇ ਚਾਰਜ ਹੀ ਚਾਰਜ ਹੈ ਕੈਵਿਟੀ 'ਚ ਕੁਝ ਨਹੀਂ ਹੈਗਾ ਬਸ ਤਾਂ ਇਹ ਸਾਰੇ ਚਾਰਜ ਦੇ ਕਰਕੇ ਕੈਵਿਟੀ ਦੇ ਅੰਦਰ ਜਿਹੜਾ ਇਲੈਕਟ੍ਰਿਕ ਫੀਲਡ ਆਇਆ ਉਹ ਇਲੈਕਟ੍ਰਿਕ ਫੀਲਡ ਕਿੱਧਰ ਨੂੰ ਹੋਏਗਾ ਤੇ ਕਿੰਨਾ ਹੋਏਗਾ ਦੱਸ ਸਕਦਾ ਕੋਈ rho a by 3 epsilon uh, ਇਸ ਦਿਸ਼ਾ 'ਚ ਹੋਏਗਾ ਕਿ ਨਹੀਂ ਹਾਂਜੀ ਸਰ O dash. ਹਾਂ ਰੋ a ਬਟਾ by 3 epsilon 3 epsilon ਹਾਂ ਇਸ ਤਰ੍ਹਾਂ ਇਸ ਡਾਇਰੈਕਸ਼ਨ 'ਚ ਹੋਏਗਾ ਤੇ ਉਹ ਇਲੈਕਟ੍ਰਿਕ ਫੀਲਡ ਦੀ ਮੈਗਨੀਟਿਊਡ ਹੋਏਗੀ ਰੋ a ਬਟਾ 3 ਐਪਸਾਈਲਨ ਨੋਟ ਇਹ ਇਲੈਕਟ੍ਰਿਕ ਫੀਲਡ ਦੀ ਵੈਲਿਊ ਆ ਇਨਸਾਈਡ ਕੈਵਿਟੀ ਐਟ ਐਵਰੀ ਪੁਆਇੰਟ ਤੇ ਮੰਨ ਲੈਨੇ ਆਪਾਂ ਲੈਟ radius of cavity is b cavity ਦਾ radius b ਹੈ ਠੀਕ ਹੈ and question ਹੈਗਾ ਆਪਣਾ that electron
is released, ਮਹਿਕਦੀਪ हाँ जी सर। ਤੇਰਾ ਜ਼ਿਕਰ ਹੋਊਗਾ ਵਿੱਚ, ਤੂੰ ਆਏਗਾ ਹੁਣ ਇੱਥੇ ਨਾਲ ਨਾਲ ਗੱਲ ਕਰਨੀ ਹੈ, ਮੈਂ ਕੌਣ ਰੱਖੀ। कोई नहीं। electron is released inside cavity at point A। ਹੁਣ ਤੁਸੀਂ ਕਹਿਣਾ point A ਤਾਂ ਦਿਖਾਇਆ ਹੀ ਨਹੀਂ, ਲਓ ਜੀ ਦਿਖਾ ਦਿੰਦੇ ਆ। ਆਹ ਵਾਲਾ ਪੁਆਇੰਟ ਜਿਹੜਾ ਸਭ ਤੋਂ ਇਧਰਲੇ ਪਾਸੇ ਹੈਗਾ, ਆਹ ਪੁਆਇੰਟ ਇਹ A ਹੈ, ਤੇ ਕੈਵਿਟੀ ਦੇ ਇਧਰਲੇ ਸਿਰੇ ਤੇ ਜਿਹੜਾ ਆਹ ਵਾਲਾ ਪੁਆਇੰਟ ਹੈਗਾ, ਦੂਜਾ ਪੁਆਇੰਟ, ਇਹ ਪੁਆਇੰਟ ਮੰਨ ਲਓ ਆਹ ਵਾਲਾ ਪੁਆਇੰਟ B ਹੈ, ਠੀਕ ਹੈ। ਮਤਲਬ ਕੈਵਿਟੀ ਦੇ ਉਧਰ ਨੂੰ ਛੱਡਣਾ ਆ, ਇੱਧਰ ਨੂੰ ਆਣ ਦੇਣਾ। ਇਲੈਕਟ੍ਰੋਨ ਇਜ਼ ਰਿਲੀਜ਼ਡ ਇਨਸਾਈਡ ਕੈਵਿਟੀ ਐਟ ਪੁਆਇੰਟ A with what speed, ਹੁਣ ਦੇਖੋ with what speed it will strike at B। ਲਓ ਜੀ ਆ ਸਵਾਲ ਆਪਣਾ। ਹੁਣ ਮੈਂ ਤੁਹਾਨੂੰ ਜ਼ਿਆਦਾ ਉਹ ਚ ਨਹੀਂ ਪਾਉਂਗਾ, ਮੈਂ ਆਪ ਹੀ ਕਰਾ ਰਿਹਾ ਤੁਹਾਨੂੰ। ਦੇਖੋ ਮੈਨੂੰ ਬਸ ਮੈਗਦੀਪ ਤੂੰ ਆ ਦੱਸ, ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ ਤੈਨੂੰ ਪਤਾ ਹੀ ਆ, है ना, मैग्नीट्यूड भी पता ही है। हाँ जी सर। ते चार्ज ऑन इलेक्ट्रॉन भी तेन पता ही है कि नहीं, पता कि नहीं? Q equals to N सर वही है चार्ज Q इलेक्ट्रॉन ते कितना हुंदा दस सर 1.6 into 10 to the minus 19 कूलम। हाँ, पर इन्हों पर छोटे नाम ई रख देने फिलहाल इत्थे, ठीक है, गल समझण लई। हाँ जी सर। ते जे इलेक्ट्रॉन ते चार्ज ਜਿਹੜਾ ਹੁੰਦਾ ਪੋਜ਼ਿਟਿਵ ਹੁੰਦਾ ਨੈਗੇਟਿਵ ਹੁੰਦਾ, ਆ ਵੀ ਦੱਸ ਦੇ ਮੈਨੂੰ। ਫਿਰ नेगेटिव ਇੱਥੇ ਮੈਂ ਮੈਗਨੀਟਿਊਡ ਦੀ ਬਜਾਏ ਡਾਇਰੈਕਸ਼ਨ ਲਿਖਣੀ ਤਾਂ ਮਾਈਨਸ ਹੀ ਰੱਖ ਦਿੰਦਾ, ਠੀਕ ਹੈ। ਤੂੰ ਦੱਸ ਵੇ ਜੇ ਮੈਂ ਇਲੈਕਟ੍ਰੋਨ ਨੂੰ A ਤੇ ਜਾ ਕੇ ਛੱਡ ਦੂੰਗਾ ਤੇ A ਦੇ ਅੰਦਰ ਇਲੈਕਟ੍ਰਿਕ ਫੀਲਡ ਤੈਨੂੰ ਪਤਾ ਆ, ਤਾਂ ਇਲੈਕਟ੍ਰੋਨ ਨੂੰ ਫੋਰਸ ਕਿੱਧਰ ਨੂੰ ਲੱਗੂਗਾ, A ਤੋਂ B ਵੱਲ ਨੂੰ ਕਿ B ਤੋਂ A ਵੱਲ ਨੂੰ? सर A तो B वाल ਨੂੰ। ਕਿਉਂ? सर ਉੱਥੇ B ਇਲੈਕਟ੍ਰੋਨ ਸਰ 네ਗੇਟਿਵ ਚਾਰਜ ਇਲੈਕਟ੍ਰੋਨ ਹਾਂ ਨੂੰ ਪਤਾ ਉਹਦੇ ਕਰਕੇ। ਹਾਂ, ਤੇ ਅੱਜ ਹੀ ਆਪਾਂ ਗੱਲ ਕੀਤੀ ਹੈ ਕਿ 네ਗੇਟਿਵ ਚਾਰਜ ਨੂੰ ਜੇ ਕਿਸੇ ਵੀ ਇਲੈਕਟ੍ਰਿਕ ਫੀਲਡ ਵਾਲੇ ਰੀਜਨ 'ਚ ਲਿਆ ਕੇ ਛੱਡ ਦੋਗੇ ਤਾਂ ਉਹਨੂੰ ਫੋਰਸ ਲੱਗੂਗਾ ਉਹਦੇ ਉਲਟ ਦਿਸ਼ਾ ਦੇ ਵਿੱਚ। ਇਸ ਲਈ A ਤੋਂ B ਨੂੰ ਉਹਨੇ ਜੇ ਇਲੈਕਟ੍ਰੋਨ ਨੂੰ ਲਿਆ ਕੇ ਮੈਂ A ਤੇ ਰੱਖ ਕੇ ਛੱਡ ਹੀ ਦੇਵਾਂ ਜਸਟ, ਉਹਨੇ ਭੱਜ ਲੈਣਾ ਨਾਲ ਹੀ B ਵੱਲ ਨੂੰ, ਹਾਂਜੀ ਤਾਂ ਉੱਤੇ ਫੋਰਸ ਜਿਹੜਾ ਹੈ ਕਿੰਨਾ ਲੱਗੂਗਾ ਇਲੈਕਟ੍ਰੋਨ ਤੇ? E into E, E ਆ ਨਾ ਚਾਰਜ, ਛੋਟਾ E। ਹਾਂਜੀ ਹਾਂਜੀ ਇਲੈਕਟ੍ਰਿਕ ਫੀਲਡ ਕਿੰਨਾ ਆ? ਰੋ ਇਹ ਤ੍ਰਿਪ ਚੱਲਣਾ। ਇਹ ਆ ਗਿਆ। ਦੱਸੋ ਗੱਲ ਸਮਝ ਲੱਗੀ ਸਾਰਿਆਂ ਨੂੰ? यस सर। ਹਿਮਾਨੀ ਹੋਰ ਕੋਈ ਫੋਰਸ ਤਾਂ ਨਹੀਂ ਲੱਗ ਰਿਹਾ ਇੱਥੇ ਨਾ? नहीं सर। ਹੋਰ ਕੋਈ ਫੋਰਸ ਨਹੀਂ, ਬਸ ਆਹੀ ਫੋਰਸ ਲੱਗ ਰਿਹਾ ਇਲੈਕਟ੍ਰੋਸਟੈਟਿਕ, ਠੀਕ ਹੈ। ਤੇ ਇਹ ਇੰਨਾ ਲੱਗ ਰਿਹਾ ਵਾ, ਤੇ ਇਹਦੀ ਜੇ A ਤੋਂ ਲੈ ਕੇ B ਤੱਕ ਹੋਣੇ ਆਣਾ ਤਾਂ ਡਿਸਪਲੇਸਮੈਂਟ ਕਿੰਨੀ ਹੋਊਗੀ ਹਿਮਾਨੀ? सर A B। ਡਿਸਪਲੇਸਮੈਂਟ ਕਿੰਨੀ ਹੋਊਗੀ? ਹਾਂ, A ਕੈਪੀਟਲ A ਤੋਂ ਕੈਪੀਟਲ B, ਪਰ ਉਹ ਕਿੰਨੀ ਹੈ ਜੇ ਰੇਡੀਅਸ ਆਫ ਕੈਵਿਟੀ ਗਿਵਨ ਹੈ ਤੈਨੂੰ? 2B। ਹਾਂ, ਤਾਂ ਫੋਰਸ ਇਨਟੂ ਡਿਸਪਲੇਸਮੈਂਟ ਕਹਿ ਸਕਦਾ। हाँ जी। ਤੇ ਆ ਆਊਗਾ ਤੇਰਾ ਵਰਕ ਡਨ ਜਿਹੜਾ ਹੋਊਗਾ, ਠੀਕ ਹੈ। ਚਲੋ ਮੈਂ ਬਾਅਦ ਦੇਖਦਾ, ਆ ਵਰਕ ਡਨ ਆ ਗਿਆ। ਤੇ ਉਹਨਾਂ ਨੇ ਕਿਹਾ ਕਿੰਨੀ ਸਪੀਡ ਨਾਲ ਉਹ ਜਾ ਕੇ ਟਕਰਾਊਗਾ B ਤੇ, ਹੈ ਨਾ। ਤੇ A ਤੇ ਜੋ ਰਿਲੀਜ਼ ਕੀਤਾ ਉਹਦੀ ਕਾਈਨੈਟਿਕ એનર્ਜੀ ਕਿੰਨੀ ਸੀ ਹਿਮਾਨੀ? 0। ਹਾਂ, ਤੇ ਫਾਈਨਲ ਕਾਈਨੈਟਿਕ એનર્ਜੀ ਜਿਹੜੀ ਉਹਦੀ ਉਹ ਦੇਖ ਲਾਂਗੇ ਆਪਾਂ ਕਿੰਨੀ ਹੈ, ਹਨਾ। हाँ जी। ਤੇ ਸਾਨੂੰ ਪਤਾ ਕਿ ਬੇਸਿਕਲੀ ਆਪਣੇ ਕੋਲ ਜਿੰਨਾ ਉਹ ਤੇ ਵਰਕ ਡਨ ਹੋਇਆ ਉਹ ਕੀ ਹੋਏਗਾ? ਫਾਈਨਲ ਕਾਈਨੈਟਿਕ એનર્ਜੀ ਮਾਈਨਸ इनिशियल काइनेटिक। ਬਸ ਇਹਨੂੰ ਲਗਾ ਕੇ ਨਿਕਲ ਜੂਗਾ। ਸਮਝ ਲੱਗ ਜੀ ਗੱਲ? हाँ जी। ਠੀਕ ਹੈ। ਵਿੱਚ m ਵੀ ਪਾ ਦਿਓ, ਮਾਸ ਆਫ ਇਲੈਕਟ੍ਰੋਨ ਪਾਣਾ ਪੈਣਾ ਤੁਹਾਨੂੰ। ਮਾਸ ਆਫ ਇਲੈਕਟ੍ਰੋਨ m ਲਿਖ ਦਿਓ, ਬਸ m ਤੇ e ਦੇ ਫਾਰਮ ਦੇ ਵਿੱਚ ਜਵਾਬ ਦੇ ਦਿਓ, ਹੋ ਸਰ ਜੂਗਾ। ਕਾਈਨੈਮੈਟਿਕ ਲਾ ਕੇ ਵੀ ਕਰ ਸਕਦੇ ਨੇ ਆਪਾਂ? ਬਿਲਕੁਲ ਕਾਈਨੈਮੈਟਿਕਸ ਲਾ ਕੇ ਕਰਿਓ, ਕਿਉਂਕਿ ਤੈਨੂੰ ਲਗਾਤਾਰ ਜੋ ਫੋਰਸ ਲੱਗਣਾ ਉਹ ਤਾਂ ਕਾਂਸਟੈਂਟ ਫੋਰਸ ਲੱਗ ਰਿਹਾ ਨਾ। ਯੈਸ ਸਰ। ਫੋਰਸ ਜਦੋਂ ਪਤਾ ਹੀ ਆ, ਮਾਸ ਵਿੱਚ ਪਾ ਕੇ ਉਹ ਐਕਸਲਰੇਸ਼ਨ ਨਿਕਲ ਜੂਗੀ, ਠੀਕ ਹੈ। ਯੈਸ ਸਰ। ਇਨੀਸ਼ੀਅਲ ਵੈਲੋਸਿਟੀ 0 ਹੈ, ਫਾਈਨਲ ਵੈਲੋਸਿਟੀ ਤੈਨੂੰ ਪਤਾ ਹੀ ਹੈ, ਤਾਂ ਉਹ ਪਤਾ ਕਰਨੀ ਹੈ। ਤੇ ਡਿਸਟੈਂਸ sir. ਲੈਵਲ 2b ਹੈ। ਕਿਉਂ ਨਹੀਂ ਹੋ ਸਕਦਾ? ਹੋ ਸਕਦਾ ਨਾ। ਯੈਸ ਸਰ। ਕਰਕੇ ਇਦਾਂ ਵੀ ਕਰਕੇ ਉਦਾਂ ਵੀ ਕਰਕੇ ਜਵਾਬ ਆਪਸ ਮੈਚ ਕਰ ਲਿਓ, ਨਾ ਮੈਚ ਕਰੇ ਤਾਂ ਵਰੁਣ ਸਰ ਨੂੰ ਪੁੱਛ ਲਿਓ, ਠੀਕ ਹੈ ਗੱਲ। ਇਹ ਗੱਲਾਂ ਪੁਰਾਣੀਆਂ ਥੋੜੀ ਜੀ ਵਿੱਚ ਆ ਗਈਆਂ, ਯੂਜ਼ ਹੋ ਗਈਆਂ ਆਪਣੀਆਂ। ਇਹ ਕਿਹੜੀ ਥਿਊਰਮ ਹੈ ਇਹ? वर्क एनर्जी। ਹਾਂ, ਹੁਣ ਦੱਸੋ ਕੋਈ ਡਾਊਟ? ਕੋਈ ਹੁਣ ਤੱਕ ਦੀ ਸਾਰੀ ਗੱਲਬਾਤ ਹੋਈ ਹੈ ਆਪਣੀ,
ਕਿਸੇ ਨੂੰ ਕੋਈ ਡਾਊਟ ਹੋਵੇ ਤਾਂ ਪੁੱਛ ਲਓ। ਕਰੀਏ ਫਿਰ ਗੱਲ ਅੱਗੇ। ਚਲੋ ਹੁਣ ਇੱਕ ਕੁਐਸਚਨ ਹੈ, ਸਿਰਫ ਆਪਣਾ ਹੋਰ ਥੋੜਾ ਆਪਾਂ ਨੂੰ ਸੋਚਣ ਦੇ ਉਹਦੇ ਲਈ, ਤੇ ਇਸ ਤੋਂ ਬਾਅਦ ਆਪਾਂ ਡਾਈਪੋਲ ਦੀ ਮੈਂ ਜਸਟ ਤੁਹਾਨੂੰ ਇੰਟਰੋ ਦੇ ਪਾਉਂਗਾ ਅੱਜ। ਆਈ ਥਿੰਕ ਮੈਨੂੰ ਲੱਗ ਨਹੀਂ ਰਿਹਾ ਕਿ ਡਾਈਪੋਲ ਸਟਾਰਟ ਹੋ ਪਾਊਗੀ। ਚਲੋ ਨਹੀਂ ਤਾਂ ਫਿਰ ਆਪਾਂ ਕਰਾਂਗੇ। ਚਲੋ ਜੀ, ਮੈਂ ਇਹ ਕਹਿ ਰਿਹਾ, ਕੁਐਸਚਨ ਇਹ ਹੈ ਮੇਰਾ ਵੀ ਆ ਇੱਕ ਹੈਮੀਸਫੀਅਰ ਲਾ ਲਓ ਤੁਸੀਂ, ਠੀਕ ਹੈ। ਤੇ ਇਸ ਹੈਮੀਸਫੀਅਰ ਦੇ ਇਹਨੂੰ ਹਾਫ ਸ਼ੈਲ ਕਹਿ ਸਕਦੇ ਹਾਂ ਆਪਾਂ। ਬਾਟਾ ਵੀ ਕਹਿੰਦੇ ਆ ਨਾ। ਇਹ ਚਾਰ ਜਿਹੜਾ ਮੈਂ ਬਣਾ ਰਿਹਾ ਇਹਦੇ ਅੰਦਰ ਭਰਿਆ ਨਹੀਂ ਹੋਇਆ ਕੁੱਟ-ਕੁੱਟ ਕੇ, ਇਹਦੇ ਸਰਫੇਸ ਤੇ ਹੀ ਆ ਕੌਲੀ ਜਿਵੇਂ ਹੁੰਦੀ ਆ, ਠੀਕ ਹੈ। ਹਾਫ ਸ਼ੈਲ ਹੈਗਾ ਆ ਤੇ ਇਹਦਾ ਉੱਪਰਲਾ ਆ ਸਰਫੇਸ, ਆ ਵਾਲਾ ਉੱਪਰਲਾ ਸਰਫੇਸ ਤੁਸੀਂ ਜਾਣਦੇ ਹੀ ਹੋ, ਇਹ ਸਰਫੇਸ ਹੋ ਗਿਆ ਨਾ ਉਹਦਾ। ਹਾਲਾਂਕਿ ਇਹ ਖੁੱਲਾ ਹੀ ਹੈ, ਸਮਝ ਲਓ, ਹਲੇ ਬੰਦ ਨਹੀਂ ਹੈ। ਤੇ ਉੱਪਰਲੇ ਸਰਫੇਸ ਦਾ ਸੈਂਟਰ ਹੈਗਾ ਆ ਵਾਲਾ O। ਤੁਸੀਂ ਮੈਨੂੰ ਐ ਦੱਸੋ ਵੀ ਇਸ ਦੇ ਉੱਪਰ ਜੇ ਮੰਨ ਲਓ ਇਹਦੀ ਸਰਫੇਸ ਚਾਰਜ ਡੈਂਸਿਟੀ ਸਿਗਮਾ ਆ, ਤੇ ਸਿਗਮਾ ਤੁਸੀਂ ਕਹਿ ਸਕਦੇ ਹੋ ਇਹਦਾ ਟੋਟਲ ਚਾਰਜ Q ਅਪਨ ਸਰਫੇਸ ਏਰੀਆ ਕਿੰਨਾ, ਰੇਡੀਅਸ R ਹੈ। ਦੱਸੋ ਰੇਡੀਅਸ ਕਿੰਨਾ ਆਏਗਾ ਸਰਫੇਸ ਏਰੀਆ? 2 pi r square। ਹਾਂਜੀ 2 pi r square। ਸੋ ਬੇਸਿਕਲੀ ਆ ਦੀ ਸਰਫੇਸ ਚਾਰਜ ਡੈਂਸਿਟੀ ਹੋਗੀ, ਹਾਫ ਸ਼ੈਲ ਹੈਗਾ ਆ। ਇਹਦੇ ਸੈਂਟਰ ਤੇ ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ ਦੱਸ ਸਕਦਾ ਕੋਈ ਕਿੱਧਰ ਨੂੰ ਹੋਏਗੀ? ਸਰ ਉੱਪਰ ਅਪਵਰਡ ਸਰ। ਹਾਂ ਅਪਵਰਡ ਹੋਏਗੀ, ਬਿਲਕੁਲ ਸਹੀ। ਆ ਹੋਏਗੀ ਅਪਵਰਡ। ਆ ਇਹਦੇ ਸੈਂਟਰ ਤੇ ਇਲੈਕਟ੍ਰਿਕ ਫੀਲਡ ਦੀ ਦਿਸ਼ਾ ਹੋਏਗੀ, ਬਿਲਕੁਲ ਕਰੈਕਟ ਹੈ ਇਹ ਗੱਲ, ਠੀਕ ਹੈ। ਮੈਂ ਇਹ ਪੁੱਛ ਰਿਹਾ ਵੀ ਜੇ ਇਹਨੂੰ ਸੈਂਟਰ ਦੀ ਬਜਾਏ ਕਿਸੇ ਹੋਰ ਪੁਆਇੰਟ ਤੇ ਇੱਥੇ ਲੈ ਲਈਏ, ਪੁਆਇੰਟ P ਕੋਈ ਇੱਧਰ ਸਾਈਡ ਤੇ, ਤਾਂ ਇੱਥੇ ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ ਕੀ ਹੋਏਗੀ ਤੁਸੀਂ ਦੱਸਣਾ। ਮੈਂ ਇੱਥੇ 2-3 ਡਾਇਰੈਕਸ਼ਨਾਂ ਬਣਾ ਦਿੰਦਾ, ਜਿਵੇਂ ਇੱਕ ਆ ਹੋ ਸਕਦੀ ਹੈ, ਇਹਨੂੰ 1 ਨੰਬਰ ਕਹਿ ਦਿਓ। ਇੱਕ ਆ ਹੋ ਸਕਦੀ ਹੈ ਉੱਪਰ ਹੀ, ਇਹਨੂੰ 2 ਨੰਬਰ ਕਹਿ ਦਿਓ। ਜਾਂ ਆ ਹੋ ਸਕਦੀ ਹੈ, ਇਹਨੂੰ 3 ਨੰਬਰ ਕਹਿ ਦਿਓ। ਤੇ ਸਾਰੇ ਜਣੇ ਆਪਣਾ ਆਪਣਾ ਜਵਾਬ ਦੇਣਗੇ ਜਿਹਨੂੰ ਮੈਂ ਪੁੱਛੂੰਗਾ। ਤੇ ਆਪਾਂ ਇਹ ਪੁੱਛ ਰਹੇ ਹਾਂ ਵੀ ਤੁਹਾਨੂੰ ਇਲੈਕਟ੍ਰਿਕ ਫੀਲਡ ਜਿਹੜਾ ਆ at P is along 1, 2 or 3। ਹੁਣ ਆਪਣਾ ਇਹ ਸਵਾਲ ਬਣ ਗਿਆ। ਹੁਣ ਇੱਥੇ ਆਪਾਂ ਗੱਲ ਕਰਾਂਗੇ ਥੋੜਾ ਜਿਹਾ, ਫਿਰ ਦੇਖਦੇ ਹਾਂ। ਚਲੋ ਜੀ ਜਸ਼ਨਜੋਤ ਜੀ ਤੁਸੀਂ ਦੱਸੋ ਫਿਰ ਕੀ ਲੱਗਦਾ? ਸਰ 2 ਦੇ ਅਲੋਂਗ। 2 ਦੇ ਅਲੋਂਗ? ਹਾਂਜੀ ਸਰ। ਠੀਕ ਹੈ, ਕਿਉਂ ਲੱਗਦਾ ਤੈਨੂੰ 2 ਦੇ ਅਲੋਂਗ? ਬਿਕਾਜ਼ ਸਰ ਆਪਾਂ ਨੂੰ ਪਤਾ ਹੈ ਕਿ ਸਰ ਪੂਰੇ ਹੋਲੋ ਸ਼ੈਲ ਦੇ ਅੰਦਰ ਸਰ 0 ਹੁੰਦੀ ਹੈਗੀ ਇਲੈਕਟ੍ਰਿਕ ਫੀਲਡ। ਹਾਂ ਸਰ ਇਹ ਹਾਫ ਸ਼ੈਲ ਹੈਗਾ, ਫਿਰ ਸਰ ਜੇ ਆਪਾਂ ਇਮੇਜਿਨ ਕਰੀਏ ਇੱਕ ਹੋਰ ਹਾਫ ਸ਼ੈਲ ਹੋਊਗਾ ਜੋ ਇਹਦੇ ਉਲਟਾ ਹੋਊਗਾ, ਤਾਂ ਫਿਰ ਸਰ ਜੇ ਦੋਹਾਂ ਦੀ ਡਾਇਰੈਕਸ਼ਨ, ਦੋਹਾਂ ਦੇ ਫੋਰਸ ਦੀ ਡਾਇਰੈਕਸ਼ਨ ਆਪੋਜ਼ਿਟ ਹੋਊਗੀ ਤੇ ਇਕੁਅਲ ਹੋਣਗੀਆਂ ਫੋਰਸਿਸ, ਤਾਂ ਹੀ 0 ਹੋਊਗੀ ਉਹ। ਅੱਛਾ, ਤੁਸੀਂ ਇਹ ਲੈਕਚਰ ਉਦੋਂ ਲਾਇਆ ਸੀ ਦਲਜੀਤ ਸਰ ਦਾ ਨਾ? ਯੈਸ ਸਰ। ਪਰ ਇਹ ਬਹੁਤ ਚੰਗੀ ਗੱਲ ਆ ਕਿ ਤੈਨੂੰ ਬਹੁਤ ਚੰਗੀ ਤਰ੍ਹਾਂ ਸਮਝ ਆਇਆ ਹੋਇਆ ਤੇ ਤੂੰ ਬਹੁਤ ਵਧੀਆ ਤਰ੍ਹਾਂ ਸਮਝਾਈ ਇਹ ਗੱਲ। ਇਹ ਵਧੀਆ ਗੱਲ ਆ। ਚਲੋ ਮੈਨੂੰ ਖੁਸ਼ੀ ਆ ਵੀ ਤੂੰ ਉਹ ਲੈਕਚਰ ਵੀ ਲਾਇਆ ਸੀ ਤਾਂ ਤੂੰ ਉੱਥੇ ਅਟੈਂਟਿਵ ਸੀਗਾ, ਤਾਂ ਤੈਨੂੰ ਇਹ ਗੱਲ ਪਤਾ ਹੈ। ਚਲੋ ਮੈਂ ਮੈਡੀਕਲ ਸਟੂਡੈਂਟਸ ਵਿੱਚੋਂ ਦੱਸੋ ਬਈ, ਖੁਸ਼ਪ੍ਰੀਤ ਇਹਨੇ ਜੋ ਕਿਹਾ ਗੱਲ ਪਤਾ ਲੱਗੀ? ਵੈਸੇ ਹੋ ਸਕਦਾ ਹਿਮਾਨੀ ਹਾਂਜੀ ਸਰ। ਪਤਾ ਲੱਗੀ ਗੱਲ? ਨਹੀਂ ਸਰ। ਦੇਖੋ ਜਵਾਬ ਤਾਂ ਇਹ ਹੈ। ਜਵਾਬ ਪਹਿਲਾਂ ਮੈਂ ਤੁਹਾਨੂੰ ਜਵਾਬ ਦੇਣਾ, ਫਿਰ ਐਕਸਪਲੇਨ ਕਰ ਦੇਣਾ। ਸੋਚੋ ਕਿ ਜਿਹੜਾ ਕੋਈ ਵੀ ਇਸ ਤਰ੍ਹਾਂ ਦਾ ਸਰਫੇਸ ਹੋਏਗਾ ਨਾ, ਕੋਈ ਵੀ ਇਸ ਤਰ੍ਹਾਂ ਦਾ ਹੈਮੀਸਫੇਰਿਕਲ ਸਰਫੇਸ, ਤੇ ਇਹਦੇ ਤੁਸੀਂ ਉੱਪਰਲੇ ਆ ਕਿਸੇ ਸੈਂਟਰ ਤੋਂ ਇਲਾਵਾ ਆ ਪੁਆਇੰਟ ਤੇ, ਆ ਪੁਆਇੰਟ ਤੇ, ਆ ਪੁਆਇੰਟ ਤੇ, ਕਿਸੇ ਵੀ ਪੁਆਇੰਟ ਤੇ ਅਗਰ ਇਲੈਕਟ੍ਰਿਕ ਫੀਲਡ ਦੀ ਗੱਲ ਕਰੋਗੇ, ਆਈ ਐਮ ਨਾਟ ਟਾਕਿੰਗ ਅਬਾਊਟ ਮੈਗਨੀਟਿਊਡ, ਆਈ ਐਮ ਟਾਕਿੰਗ ਅਬਾਊਟ ਡਾਇਰੈਕਸ਼ਨ, ਤਾਂ ਉਹਦੀ ਡਾਇਰੈਕਸ਼ਨ ਜਿਹੜੀ ਹੈ ਉਹ ਹਮੇਸ਼ਾ ਵਰਟੀਕਲੀ ਅਪਵਰਡ ਹੀ ਹੋਏਗੀ, ਚਾਹੇ ਉਹ ਸਾਈਡ ਤੇ ਕਿਉਂ ਨਾ ਹੋਵੇ, ਹਮੇਸ਼ਾ। ਭੁਲੇਖਾ ਕੀ ਪੈਂਦਾ ਆ? ਭੁਲੇਖਾ ਇਹ ਪੈ ਸਕਦਾ ਆ ਕਿ ਕਿਸੇ ਨੂੰ ਇਹ ਲੱਗ ਸਕਦਾ ਆ ਕਿ ਜਿਹੜਾ ਇਹ ਤੁਹਾਡਾ ਹੈਮੀਸਫੀਅਰ ਆ ਤੇ ਇਹਦੇ ਵਿੱਚ ਚਾਰਜ ਇਧਰਲੇ ਪਾਸੇ ਜ਼ਿਆਦਾ ਆ, P ਪੁਆਇੰਟ ਲਈ ਦੇਖਿਆ ਜਾਵੇ ਤਾਂ ਇਹ 1 ਦੇ ਵੱਲ ਨੂੰ ਜ਼ਿਆਦਾ ਹੋ ਸਕਦਾ ਆ। ਕਿਸੇ ਨੂੰ ਇਹ ਲੱਗ ਸਕਦਾ ਆ। ਕਿਸੇ ਨੂੰ ਲੱਗ ਸਕਦਾ ਹੈ ਕਿ
ਜਿਹੜਾ ਇਧਰਲਾ ਚਾਰਜ ਆ ਇੰਨੇ ਕਰੀ ਜਾਂਦਾ ਆ ਵਾਲਾ, ਹਨਾ ਵੀ ਇਹ ਨੇੜੇ ਆ, ਸੋ ਇਹਦਾ ਅਸਰ ਜ਼ਿਆਦਾ ਪਏਗਾ, ਆ ਦੂਰ ਨੇ ਬਾਕੀ ਸਾਰੇ ਚਾਰजेस, ਹਨਾ। ਤਾਂ ਉਹਦੇ ਕਰਕੇ ਹੋ ਸਕਦਾ ਵੀ 3 ਵੱਲ ਨੂੰ ਜ਼ਿਆਦਾ ਆ, ਇਦਾਂ ਦੇ ਆ ਸਕਦੇ ਨਾ ਆਪਣੇ ਦਿਮਾਗ 'ਚ ਹਿਮਾਨੀ। हाँ जी सर, मेरे 1 वाला आया सी। ਹਾਂ ਬਸ ਇਸ ਤਰ੍ਹਾਂ ਸੋਚ ਸਕਦੇ ਆਪਾਂ, ਤੇ ਆਬਵੀਅਸਲੀ ਇਸ ਤਰ੍ਹਾਂ ਆਬਵੀਅਸਲੀ ਤੁਸੀਂ ਜੈਨੂਇਨਲੀ ਸੋਚੋਗੇ ਤੇ ਆਪਾਂ ਪਰ ਇਸ ਨੂੰ ਸਮਝਦੇ ਹਾਂ ਕਿ ਇਹ ਇਲੈਕਟ੍ਰਿਕ ਫੀਲਡ ਹਮੇਸ਼ਾ ਹਰ ਪੁਆਇੰਟ ਤੇ ਉੱਪਰ ਨੂੰ ਹੀ ਕਿਉਂ ਹੋਏਗਾ, ਇੱਧਰ ਹੋਵੇ ਚਾਹੇ ਜਿੱਧਰ ਮਰਜ਼ੀ ਹੋਵੇ ਪੁਆਇੰਟ, ਵੇਅਰਐਵਰ ਇਟ ਇਜ਼, ਉਹ ਉੱਪਰ ਨੂੰ ਹੀ ਹੋਏਗਾ। ਕਿਉਂ? ਸਿੰਪਲ ਜੀ ਗੱਲ, ਤੁਸੀਂ ਇਹਨੂੰ ਐ ਸਮਝਣ ਦੀ ਕੋਸ਼ਿਸ਼ ਕਰੋ ਕਿ ਜੇ ਮੈਂ ਪੂਰੇ ਦੇ ਪੂਰੇ ਸ਼ੈਲ ਦੀ ਗੱਲ ਕਰਾਂ, ਜੇ ਮੈਂ ਇਸ ਸ਼ੈਲ ਸ਼ੈਲ ਤਾਂ ਤੁਹਾਡਾ ਹੈਗਾ ਹੀ ਆ ਜਿਹਦੇ ਉੱਪਰ ਚਾਰਜ ਹੈ ਇਸ ਤਰ੍ਹਾਂ, ਠੀਕ ਹੈ। ਜੇ ਮੈਂ ਇਸ ਸ਼ੈਲ ਦੇ ਉੱਪਰ ਮੰਨ ਲਓ ਇੱਕ ਹੋਰ ਸ਼ੈਲ ਇਸ ਤਰ੍ਹਾਂ ਇਮੇਜਿਨ ਕਰਾਂ ਤੇ ਉਹ ਵੀ ਚਾਰਜ ਵਾਲਾ ਹੀ ਸ਼ੈਲ ਕਰਾਂ ਇਮੇਜਿਨ, ਠੀਕ ਹੈ। ਉੱਪਰ ਵੀ ਸ਼ੈਲ ਤੇ ਨੀਚੇ ਵੀ ਸ਼ੈਲ, ਤਾਂ ਆ ਪੂਰਾ ਕੰਪਲੀਟ ਸ਼ੈਲ ਹੋ ਗਿਆ ਹੀ ਮਾਨੀ। हाँ जी सर। ਤਾਂ ਫਿਰ ਇਹਦੇ ਕਰਕੇ ਜੇ ਮੈਂ ਇਸ ਪੁਆਇੰਟ ਤੇ ਇਲੈਕਟ੍ਰਿਕ ਫੀਲਡ ਦੀ ਗੱਲ ਕਰਾਂ, ਇਸ ਪੁਆਇੰਟ ਤੇ, ਤਾਂ ਇਲੈਕਟ੍ਰਿਕ ਫੀਲਡ ਤਾਂ 0 ਹੋਏਗਾ ਨਾ, ਕਿਉਂਕਿ ਉਹ ਪੁਆਇੰਟ ਦਾ ਸੈਂਟਰ ਅੰਦਰ ਹੋ ਗਿਆ ਉਹਦੇ, हाँ जी। ਐਂਡ ਸ਼ੈਲ ਦੇ ਇਨਸਾਈਡ ਇਲੈਕਟ੍ਰਿਕ ਫੀਲਡ ਕਿੰਨਾ ਹੁੰਦਾ? 0। 0 ਹੁੰਦਾ ਆ। ਤੇ ਜੇ ਤੇਰੀ ਗੱਲ ਆਪਾਂ 1 ਵਾਲੀ ਮੰਨ ਲਈ, ਤੈਨੂੰ 1 ਲੱਗ ਰਿਹਾ ਸੀ, 2 3 ਲੱਗ ਰਿਹਾ ਸੀ? 1। ਤੇ ਜੇ 1 ਲੱਗ ਰਹੀ ਤੇ ਜੇ P ਪੁਆਇੰਟ ਤੇ ਨੀਚੇ ਵਾਲੇ ਸ਼ੇਅਰ ਕਰਕੇ ਇਲੈਕਟ੍ਰਿਕ ਫੀਲਡ ਇੱਧਰ ਨੂੰ ਹੁੰਦਾ ਮੰਨ ਲਓ, ਤੇ ਉੱਪਰ ਵਾਲੇ ਦੇ ਕਰਕੇ ਫਿਰ ਓਨਾ ਹੀ ਤੇਰੇ ਆਰਗੂਮੈਂਟ ਦੇ ਹਿਸਾਬ ਨਾਲ ਫਿਰ ਇੱਧਰ ਨੂੰ ਹੋਣਾ ਸੀ ਨਾ। हाँ जी सर। ਤੇ ਫਿਰ ਉਹਨਾਂ ਦੋਨਾਂ ਨੇ ਜਦੋਂ ਦੋਨੋਂ ਸਫੀਅਰਸ ਨੂੰ ਇਮੇਜਿਨ ਕਰੇਂਗੀ ਤਾਂ ਨੈਟ ਇਲੈਕਟ੍ਰਿਕ ਫੀਲਡ P ਪੁਆਇੰਟ ਇੱਧਰ ਨੂੰ ਆਣਾ ਚਾਹੀਦਾ ਨਾ, ਤੇ ਉਹ 0 ਨਹੀਂ ਹੋਏਗਾ ਨਾ, हाँ जी सर। ਉਹ ਕੈਨਸਲ ਤਾਂ ਨਹੀਂ ਹੋਏਗਾ ਫਿਰ। ਤੇ ਫਿਰ ਇਹਦਾ ਮਤਲਬ ਆ ਤਾਂ ਹੋ ਨਹੀਂ ਸਕਦਾ, ਕਿਉਂਕਿ P ਪੁਆਇੰਟ ਤੇ ਇਲੈਕਟ੍ਰਿਕ ਫੀਲਡ 0 ਹੋਣਾ ਚਾਹੀਦਾ ਹੈ। ਤੇ ਜੇ ਕੋਈ ਬੱਚਾ 3 ਦੇ ਹਿਸਾਬ ਨਾਲ ਸੋਚੇਗਾ ਤਾਂ 3 ਦੇ ਹਿਸਾਬ ਨਾਲ ਜੇ ਨੀਚੇ ਲੈ ਕਰਕੇ ਇੱਧਰ ਹੋ ਗਿਆ ਇਲੈਕਟ੍ਰਿਕ ਫੀਲਡ, ਉੱਪਰ ਲੈ ਕਰਕੇ ਫਿਰ ਇੱਧਰ ਹੋਏਗਾ, ਫਿਰ ਤਾਂ ਉਸ ਹਿਸਾਬ ਨਾਲ ਹੀ, ਹੈਨਾ। ਤੇ ਉਹ ਕਰਕੇ ਫਿਰ ਜਦੋਂ ਐਡ ਕਰੇਗਾ ਫਿਰ ਇਲੈਕਟ੍ਰਿਕ ਫੀਲਡ ਇੱਧਰ ਆ ਜਾਏਗਾ। ਮਤਲਬ ਉੱਪਰਲੇ ਸਫੀਅਰ ਕਰਕੇ ਤੇ ਨਿਚਲੇ ਸਫੀਅਰ ਕਰਕੇ ਇਲੈਕਟ੍ਰਿਕ ਫੀਲਡ P ਪੁਆਇੰਟ ਤੇ ਬਿਲਕੁਲ ਇਕੁਅਲ ਐਂਡ ਆਪੋਜ਼ਿਟ ਹੋਣਾ ਹੀ ਪਏਗਾ, ਤਾਂ ਹੀ ਤਾਂ ਉੱਥੇ ਇਲੈਕਟ੍ਰਿਕ ਫੀਲਡ 0 ਹੋ ਸਕਦਾ ਨਾ। हाँ जी सर। ਤਾਂ ਆਪਣੇ ਕੋਲ ਇੱਕ ਹੀ ਆਪਸ਼ਨ ਬਚਦਾ, ਕਿਹੜਾ? 2 ਆਪਸ਼ਨ। ਸਮਝ ਲੱਗ ਗਈ ਸਾਰਿਆਂ ਨੂੰ ਗੱਲ? ਠੀਕ ਹੈ। थर्ड Yes, वाले क्यों नहीं? ਹਾਂਜੀ, सर दोबारा दसो कि थर्ड वाले क्यों नहीं? थर्ड वाली वही गल है जो 1 वाली है। जो थर्ड वाली हैगी तो थर्ड वाले ऊपर लेकर के इलेक्ट्रिक फील्ड नीचे लेकर के फिर कैंसिल नहीं करेगा ना एक दूसरे को, ठीक है। फिर कैंसिल नहीं करेगा तो इलेक्ट्रिक 0 नहीं हो पाएगा, फिर तो गल खत्म होगी, फिर किवें हो सकता है, ये पॉसिबल ही नहीं है। ठीक है गल? हाँ जी सर। हर पॉइंट ते इलेक्ट्रिक फील्ड ऊपर नु होएगा, बस जस्ट तुहानू मैं एक वो गल दसनी सी कि भी इन्नू याद रखियो, ध्यान च रखियोगे तो हमेशा। ठीक है। ਤੇ ਇੱਥੇ ਮੈਗਨੀਟਿਊਡ ਬਾਰੇ ਮੈਂ ਕੁਝ ਨਹੀਂ ਕਹਿ ਰਿਹਾ ਬਈ ਤੁਹਾਨੂੰ, ਸਿਰਫ ਮੈਂ ਡਾਇਰੈਕਸ਼ਨ ਬਾਰੇ ਗੱਲ ਕਰ ਰਿਹਾ। ਤੇ ਤੁਹਾਨੂੰ ਪਤਾ ਇਸ ਤੋਂ ਪਹਿਲਾਂ ਜੋ ਵੀ ਆਪਾਂ ਗੱਲਾਂ ਕੀਤੀਆਂ ਨੇ, ਆਪਾਂ ਨੂੰ ਮੈਗਨੀਟਿਊਡ ਬਾਰੇ ਜਿੱਥੇ ਗੱਲ ਆਉਂਦੀ ਉਹ ਸਿਮੈਟ੍ਰਿਕ ਜਿਹੀ ਰਿਜ਼ਲਟਸ ਆਉਂਦੇ ਨੇ। ਹਾਂਜੀ ਜਸਜੋਤ। सर पिछले पेज खोले एक मिनट। ਹਾਂਜੀ सर ਇੱਥੇ ਜਿਹੜਾ ਚਾਰਜ ਉਹ ਥੱਲੇ ਨੂੰ ਹੋਵੇ, मतलब इलेक्ट्रिक फील्ड ਜਿਹੜੇ ਥੋੜਾ ਨੀਵੇਂ ਲੈਵਲ ਤੇ ਹੋਵੇ ਨਾ, ਫਿਰ ਵੀ ਉੱਪਰ ਨਹੀਂ ਹੋਗੀ ਡਾਇਰੈਕਸ਼ਨ ਥੋੜਾ ਜਿਹਾ, ਯਾਨੀ ਉਹਦੇ ਅੰਦਰਲੇ ਖਾਤੇ ਅੰਦਰ ਚੱਲ ਜਵੇ ਹੈ। ਯੈਸ ਸਰ ਯੈਸ। ਉੱਥੇ ਫਿਰ ਕੀ ਹੈ ਕਿ ਉੱਪਰਲਾ ਤੇ ਨਿਚਲਾ ਇੱਕ ਦੂਜੇ ਨੂੰ ਕੈਨਸਲ ਕਰਨਗੇ ਉਸ ਜਗ੍ਹਾ ਤੇ ਵੀ, ਪਰ ਉਹਦੇ ਬਾਰੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਜਿਵੇਂ ਹੁਣ ਇੱਥੇ ਆਪਾਂ ਗੱਲ ਕਹਿ ਰਹੇ ਕਿ ਸੈਂਟਰ 'ਚ ਇਲੈਕਟ੍ਰਿਕ ਫੀਲਡ 0 ਹੈ, ਤੇ ਉੱਥੇ ਵੀ ਇਲੈਕਟ੍ਰਿਕ ਫੀਲਡ ਤਾਂ 0 ਹੀ ਹੈ ਨੀਚੇ ਵੀ। ਯੈਸ ਸਰ। ਤਾਂ ਆਪਾਂ ਇਹਦੇ ਸਿਰਫ ਸਰਫੇਸ ਦੇ ਪੁਆਇੰਟ ਦੀ ਗੱਲ ਕਰ ਰਹੇ ਹਾਂ, ਸਰਫੇਸ ਦੇ ਥੋੜਾ ਜਿਹਾ ਅੰਦਰ ਜਾਵਾਂਗੇ ਜੇ, ਦੈਨ ਹੋ ਸਕਦਾ ਕਿ ਉਹਦੀ ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ ਕੁਝ ਹੋਰ ਹੋ ਸਕਦੀ ਹੈ। ਓਕੇ ਸਰ। ਠੀਕ ਹੈ, ਦੈਨ ਕੁਝ ਹੋਰ ਹੋ ਸਕਦੀ ਹੈ, ਆਪਾਂ ਇੱਥੇ ਉਹਦੀ ਗੱਲ ਨਹੀਂ ਕਰ ਰਹੇ। ਠੀਕ ਹੈ। ਯੈਸ ਸਰ। ਕਿਉਂਕਿ ਬਹੁਤ ਸਾਰੇ ਕੇਸਿਸ ਨੇ ਜਿੱਥੇ ਬਹੁਤ ਸਾਰੀਆਂ ਗੱਲਾਂ ਹੋ ਸਕਦੀਆਂ ਨੇ। ਜਦੋਂ ਆਪਾਂ ਇਨਫਾਈਨਾਈਟ ਕੋਈ ਲੈ ਲੈਂਦੇ ਹਾਂ ਵਾਇਰ, ਜਾਂ ਉਹਦੀ ਗੱਲ ਕਰ ਰਹੇ ਸੀ ਹੁਣੇ ਪਿੱਛੇ ਦੇ ਨੇ, ਹਨਾ, ਸੈਮੀ ਸਰਕੂਲਰ ਵਾਇਰ ਦੀ ਗੱਲ ਕਰ ਰਹੇ ਸੀ, ਤਾਂ ਉੱਥੇ ਆਪਾਂ ਸੈਂਟਰਸ ਦੇ ਤਾਂ ਡਿਸਾਈਡ ਕਰ ਲੈਂਦੇ ਆ, ਪਰ ਜੇ ਸੈਂਟਰ ਨਾ ਹੋਵੇ ਤਾਂ ਫਿਰ ਇਲੈਕਟ੍ਰਿਕ ਫੀਲਡ ਦੇ ਫਿਰ ਬੜੇ ਅਜੀਬ ਡਾਇਰੈਕਸ਼ਨ ਹੋ ਸਕਦੇ ਨੇ ਪੋਸੀਬਲ, ਫਿਰ ਉੱਥੇ ਆਪਾਂ ਨੂੰ ਸੋਚਣਾ ਪਏਗਾ। ਅੱਛਾ, ਇੱਕ ਇਲੈਕਟ੍ਰਿਕ ਫੀਲਡ ਲਾਈਨਸ ਬਾਰੇ ਤੁਹਾਨੂੰ ਮੈਂ ਸ਼ਾਇਦ ਦੱਸਤਾ ਸੀ ਨਾ ਉਸ ਦਿਨ, हाँ जी सर। ਪਰ ਥੋੜੀ ਜਿਹੀ ਗੱਲਾਂ ਹੋਰ ਡਿਸਕਸ ਕਰ ਲੈਂਦੇ ਆਪਾਂ ਇਲੈਕਟ੍ਰਿਕ ਫੀਲਡ ਲਾਈਨਸ ਬਾਰੇ। ਇੱਕ ਤਾਂ ਤੁਹਾਨੂੰ ਮੈਂ ਦੱਸਦਾ ਸੀ ਪੋਜ਼ਿਟਿਵ ਚਾਰਜ ਤੋਂ ਹਮੇਸ਼ਾ ਨਿਕਲਦੀਆਂ ਨੇ, ਨੈਗੇਟਿਵ ਦੇ ਵੱਲ ਨੂੰ ਜਾਂਦੀਆਂ ਨੇ। ਫੀਲਡ ਲਾਈਨਸ ਸ਼ੋ ਕਰਕੇ ਅਸੀਂ ਇਹ ਸ਼ੋ ਕਰ ਪਾਉਂਦੇ ਹਾਂ ਕਿ ਮਤਲਬ ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ ਕਿੱਧਰ ਨੂੰ ਆ। ਤੇ ਮੈਂ ਉਹਦੇ ਲਈ ਤੁਹਾਨੂੰ ਦੱਸਿਆ ਸੀ ਆਪਾਂ ਨੂੰ ਮੈਗਨੀਟਿਊਡ ਤੇ ਡਾਇਰੈਕਸ਼ਨ ਦੋਨੋਂ ਗੱਲਾਂ ਪਤਾ ਲੱਗ ਜਾਂਦੀਆਂ ਇਹਦੇ ਨਾਲ। ਮੈਗਨੀਟਿਊਡ ਕਿਵੇਂ ਪਤਾ ਲੱਗਦਾ ਹੈ ਕਿ ਉਹ ਕਿੰਨੀ ਰਿਲੇਟਿਵਲੀ
ਕਲੋਜ਼ ਨੇ। ਜੇ ਮੰਨ ਲਓ ਆ ਦੋ ਚਾਰਜ ਨੇ, ਇੱਕ ਪਲੱਸ ਕਿਊ ਤੇ ਇੱਕ ਮਾਈਨਸ ਕਿਊ ਹੈ, ਤੇ ਜੇ ਮੈਂ ਇਲੈਕਟ੍ਰਿਕ ਫੀਲਡ ਦੇਖਣਾ ਚਾਹਨਾ ਹੈ, ਇਲੈਕਟ੍ਰਿਕ ਫੀਲਡ ਲਾਈਨਸ, ਤਾਂ ਦੇਖੋ ਪਹਿਲਾਂ ਤਾਂ ਪਹਿਲੀ ਲਾਈਨ ਤਾਂ ਆਹੀ ਬਣੇਗੀ ਆਪਣੀ, ਜਿਹੜੀ ਪਲੱਸ ਕਿਊ ਤੋਂ ਨਿਕਲੇਗੀ ਤੇ ਮਾਈਨਸ ਕਿਊ ਤੱਕ ਆਏਗੀ, ਆ ਲਾਈਨ ਸਟ੍ਰੇਟ। ਕਿਉਂਕਿ ਜੇ ਇਹਦੇ ਕਿਸੇ ਵੀ ਪੁਆਇੰਟ ਤੇ ਤੁਸੀਂ ਦੇਖ ਲਓ ਇਲੈਕਟ੍ਰਿਕ ਫੀਲਡ ਇਧਰੋਂ ਇਧਰ ਨੂੰ ਹੋਏਗਾ ਕਿ ਨਹੀਂ, ਇਹਦੇ ਇਨ ਬਿਟਵੀਨ ਕੋਈ ਪੁਆਇੰਟ ਲੈ ਲਓ, ਆ ਦੇਖੋ ਰਫ ਸੋਚ ਕੇ ਦੇਖੋ, ਆ ਪਲੱਸ ਕਿਊ ਆ ਮਾਈਨਸ ਕਿਊ, ਇਹ ਪੁਆਇੰਟ ਤੇ ਇਲੈਕਟ੍ਰਿਕ ਫੀਲਡ ਪਤਾ ਕਰਨਾ ਹੈ, ਪਲੱਸ ਕਿਊ ਦੇ ਕਰਕੇ ਇਧਰ ਨੂੰ ਹੋਏਗਾ, ਮਾਈਨਸ ਕਿਊ ਕਰਕੇ ਵੀ ਇਧਰ ਨੂੰ ਹੀ ਹੋਏਗਾ ਨਾ। Yes, sir. ਮਹਿਕ ਦੀ ਪਤਾ ਲੱਗ ਰਹੀ ਗੱਲ ਹੈ? ਹਾਂਜੀ ਸਰ। ਫਿਰ ਉਹ ਐਡ ਹੀ ਹੋ ਜਾਣਾ, ਤਾਂ ਮਤਲਬ ਇਲੈਕਟ੍ਰਿਕ ਫੀਲਡ ਤਾਂ ਇਧਰ ਨੂੰ ਹੀ ਹੋਇਆ ਨਾ, ਇਸ ਲਈ ਆਹ ਲਾਈਨ ਬਣ ਗਈ। ਕਿਤਾ ਜੇ ਇਸ ਪੁਆਇੰਟ ਤੇ ਦੇਖੋਗੇ ਨਾ, ਇਸ ਪੁਆਇੰਟ ਤੇ ਪਲੱਸ ਕਿਊ ਦੇ ਕਰਕੇ ਦੇਖੋ ਇਧਰ ਨੂੰ ਹੋਏਗਾ, ਮਾਈਨਸ ਕਿਊ ਕਰਕੇ ਇਧਰ ਨੂੰ ਹੋਏਗਾ, ਤਾਂ ਨੈਟ ਇਲੈਕਟ੍ਰਿਕ ਫੀਲਡ ਇਧਰ ਨੂੰ ਆਏਗਾ ਕਿ ਨਹੀਂ, ਦੱਸੋ ਹਨਾ। यस सर। ਇਸ ਲਈ ਆਪਾਂ ਇਹ ਲਾਈਨ ਐ ਬਣਾਉਂਦੇ, ਦੇਖੋ सर ਇਸ ਤਰ੍ਹਾਂ ਕਰਕੇ, ਇਹ ਐ ਕਰਕੇ ਫਿਰ ਇਧਰ ਨੂੰ ਲਿਆਉਂਦੇ ਆ ਨੀਚੇ ਨੂੰ, ਤਾਂ ਕਿ ਜੇ ਇਸ ਪੁਆਇੰਟ ਤੋਂ ਕੋਈ ਇਲੈਕਟ੍ਰਿਕ ਫੀਲਡ ਪਤਾ ਕਰਨਾ ਚਾਹੇ ਤਾਂ ਟੈਂਜੈਂਟ ਡਰਾ ਕਰਕੇ ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ ਦੱਸ ਸਕਦਾ ਹੋਵੇ। ਇਸ ਤਰ੍ਹਾਂ ਮਤਲਬ ਆਪਾਂ ਲਾਈਨਸ ਡਰਾ ਕਰਦੇ, ਇਸ ਤਰ੍ਹਾਂ ਫਿਰ ਇਹਦੇ ਵਿਚਕਾਰਲੇ ਸਾਰੇ ਪੁਆਇੰਟ ਤੋਂ ਐ ਆਪਾਂ ਬਣਾ ਸਕਦੇ ਹਾਂ ਇਲੈਕਟ੍ਰਿਕ ਫੀਲਡ ਲਾਈਨਸ। ਇਸ ਤਰ੍ਹਾਂ ਇਹ ਹਮੇਸ਼ਾ ਪੋਜ਼ਿਟਿਵ ਤੋਂ ਨਿਕਲਣਗੀਆਂ, ਨੈਗੇਟਿਵ ਵੱਲ ਨੂੰ ਜਾਣਗੀਆਂ ਇਸ ਤਰ੍ਹਾਂ। ਤੇ ਇਹਨੂੰ ਆਪਾਂ ਹੋਰ ਵੀ ਐ ਸ਼ੋ ਕਰ ਸਕਦੇ ਹਾਂ, ਐ ਕਰਕੇ ਸ਼ੋ ਕਰ ਦੋ ਤੇ ਛੱਡ ਦੋ ਇੱਥੇ ਬਸ। ਇਹ ਸਮਝ ਲਓ ਉੱਪਰੋਂ ਹੋਰ ਬਹੁਤ ਸਾਰੀ ਲਾਈਨਸ ਆ ਰਹੀਆਂ ਨੇ, ਜਾ ਰਹੀਆਂ ਨੇ, ਇਹੀ ਚੀਜ਼ ਨੀਚੇ ਵੀ ਡਰਾ ਕਰ ਸਕਦੇ ਫਿਰ ਤੁਸੀਂ ਐ ਕਰਕੇ। ਬਸ ਥੋੜਾ ਸਿਮੈਟਰੀ ਤੇ ਧਿਆਨ ਰੱਖਿਓ, ਕਿਉਂਕਿ ਦੋਨੋਂ ਚਾਰਜ ਬਰਾਬਰ ਨੇ ਮੈਗਨੀਟਿਊਡ ਵਿੱਚ, ਤੋਂ ਜਿੰਨੇ ਲਾਈਨਸ ਇੱਕ ਤੋਂ ਨਿਕਲਣਗੀਆਂ ਉਹਨੇ ਦੂਜੇ ਤੋਂ ਵੀ ਕੱਢ ਦੋ। सर ਹਾਂਜੀ सर ये नेगेटिव क्यू पे जाके सर खत्म हो जाती है सर लाइन। नेगेटिव क्यू पे जाके, हाँ ऑब्वियसली, क्योंकि पॉइंट चार्ज पे जाके वहां से ये पॉजिटिव से निकलती हैं, नेगेटिव पे जाके खत्म हो जाती हैं। ठीक है, अब यहाँ वाली लाइन देखो, ये जो पीछे को लाइन में बना रहा हूँ, ये वाली लाइन कॉन्टिन्यूसली नेगेटिव पे नहीं जाएगी, ये कि यहीं पे कहीं खत्म हो जाएगी, क्योंकि इलेक्ट्रिक फील्ड यानी इस तरह से डिफाइन हो रहे हैं यहाँ पे। देखो ऐसे Yes. कुछ ऐसे लाइन बनेंगी, पॉजिटिव से निकलेंगी ना बाहर की तरफ, और नेगेटिव में अंदर की तरफ आएंगी ऐसे। Yes. और यहाँ पर आपको उतनी ही लाइंस शो करनी है पॉजिटिव पे भी जितनी नेगेटिव शो करनी है। जैसे यहाँ पे देखो 1 2 3 4 5 6 7 8 9 10 11, जो भी है 11, इधर भी 11 ही होनी चाहिए टोटल। क्यों? क्योंकि जिन्ना प्लस क्यू चार्ज का मैग्नीट्यूड है उन्ना ही माइनस क्यू तो ज्यादा मैग्नीट्यूड है। दसो गल समझ लगी? हाँ जी सर। ਤਾਂ Yes. ਬੇਸਿਕਲੀ ਇਹ ਇਲੈਕਟ੍ਰਿਕ ਡਾਈਪੋਲ ਹੈ। ਡਾਈਪੋਲ ਕਿਹਨੂੰ ਕਹਿੰਦੇ ਆ? ਕਿ ਜਦੋਂ ਕੋਈ ਪੋਜ਼ਿਟਿਵ ਚਾਰਜ ਤੇ ਨੈਗੇਟਿਵ ਚਾਰਜ ਦੋਨੋਂ ਇੱਕ ਦੂਜੇ ਦੇ ਨੇੜੇ ਤੇੜੇ ਪਏ ਹੋਣ, ਇਹਨੂੰ ਆਪਾਂ ਡਾਈਪੋਲ ਕਹਿੰਦੇ ਆ। ਤੇ ਡਾਈਪੋਲ ਦੇ ਕਰਕੇ ਇਲੈਕਟ੍ਰਿਕ ਫੀਲਡ ਲਾਈਨਸ ਡਰਾ ਕੀਤੀਆਂ ਨੇ ਇਹ। ਬਾਕੀ ਦੋਨੋਂ ਹੋਰ ਮੈਂ ਬਹੁਤ ਡਿਟੇਲ ਸਮਝਾਉਂਗਾ, ਕੋਈ ਟੈਨਸ਼ਨ ਨਾ ਲਓ। ਡਾਈਪੋਲ ਕਿਉਂ? ਕਿਉਂਕਿ ਡਾਈਪੋਲ ਬਹੁਤ ਸਾਰੇ ਆਪਣੇ ਮੋਲੀਕੂਲਰ ਲੈਵਲ ਤੇ ਬਣਦੇ ਨੇ ਕੈਮਿਸਟਰੀ ਵਿੱਚ ਵੀ। ਜਿਵੇਂ ਤੁਸੀਂ ਹਾਈਡਰੋਕਲੋਰਿਕ ਐਸਿਡ ਦੇਖਿਆ ਨਾ, ਹਾਈਡਰੋਕਲੋਰਿਕ ਵਿੱਚ ਕੀ ਹੁੰਦਾ, HCl ਚ ਕੀ ਹੁੰਦਾ, ਇੱਥੇ ਡੈਲਟਾ ਪੋਜ਼ਿਟਿਵ ਚਾਰਜ ਆ ਜਾਂਦਾ ਨਾ, ਡੈਲਟਾ ਨੈਗੇਟਿਵ, ਤਾਂ ਆ ਕੀ ਬਣ ਜਾਂਦਾ ਹੈ? ਇਹ ਡਾਈਪੋਲ ਹੁੰਦਾ ਨਾ ਇੱਕ ਤਰ੍ਹਾਂ ਦਾ। ਡਾਈਪੋਲ ਮਤਲਬ ਕਹਿਣ ਦਾ ਭਾਵ ਇਹ ਹੈ ਕਿ ਜੇ ਕਿਸੇ ਜਗ੍ਹਾ ਤੇ ਇੱਕ ਪਾਸੇ ਪੋਜ਼ਿਟਿਵ ਤੇ ਇੱਕ ਪਾਸੇ ਨੈਗੇਟਿਵ ਚਾਰਜ ਦੀ ਸੈਪਰੇਸ਼ਨ ਹੋ ਗਈ ਹੈ, ਤਾਂ ਉਹਨੂੰ ਕਹਿੰਦੇ ਆ ਕਿ ਡਾਈਪੋਲ ਬਣ ਗਿਆ, ਵੀ ਦੋ ਪੋਲ ਬਣ ਗਏ ਉਹਦੇ, ਇੱਕ ਪੋਜ਼ਿਟਿਵ ਵਾਲਾ ਪੋਲ ਬਣ ਗਿਆ, ਇੱਕ ਨੈਗੇਟਿਵ ਵਾਲਾ ਪੋਲ ਬਣ ਗਿਆ। ਕਲੀਅਰ ਆ ਗੱਲ? ਸਮਝ ਲੱਗੀ ਵੀ ਗੱਲ? Yes sir. ਪੋਲਰਾਈਜੇਸ਼ਨ ਦਾ ਆਹੀ ਅਰਥ ਹੁੰਦੇ ਨੇ ਇਹ ਗੱਲਾਂ, ਭਾਵੇਂ ਜਿਵੇਂ ਮਰਜ਼ੀ ਵਰਤ ਲਓ। ਇਕਨੋਮਿਕਸ 'ਚ ਵਰਤਦੇ ਨੇ ਲੋਕ ਪੋਲਰਾਈਜੇਸ਼ਨ। ਇਕਨੋਮਿਕ ਪੋਲਰਾਈਜੇਸ਼ਨ ਆਫ ਸੋਸਾਇਟੀ ਕਿਹਨੂੰ ਕਹਿੰਦੇ ਨੇ? ਵੀ ਜਦੋਂ ਇੱਕ ਪਾਸੇ ਅਮੀਰ ਲੋਕ ਨੇ ਜਿਨ੍ਹਾਂ ਕੋਲ ਬਹੁਤ ਸਾਰੇ ਪੈਸੇ, ਬਹੁਤ ਸਾਰੀ ਸੰਪਤੀ ਇਕੱਠੀ ਹੋ ਜਾਂਦੀ ਹੈ, ਇੱਕ ਪਾਸੇ ਗਰੀਬ ਲੋਕ ਵਿਚਾਰਿਆਂ ਕੋਲ ਰੋਟੀ ਵੀ ਨਹੀਂ ਜੁੜਦੀ। ਇੱਕ ਪਾਸੇ ਕੁਝ ਲੋਕ ਨੇ ਜਿਨ੍ਹਾਂ ਕੋਲ ਇੰਨੇ ਵੱਡੇ ਵੱਡੇ ਮਹਿਲ ਨੇ ਤੇ ਖਾਲੀ ਪਏ ਨੇ, ਰਹਿਣ ਵਾਲਾ ਕੋਈ ਨਹੀਂ, ਇੱਕ ਪਾਸੇ ਝੁੱਗੀ ਚੋਂਦੀ ਰਹਿੰਦੀ ਵਿਚਾਰਿਆਂ ਦੀ। ਤਾਂ ਇਹਦਾ ਮਤਲਬ ਕਿ ਇਹ ਪੋਲਰਾਈਜੇਸ਼ਨ ਹੈ ਵੈਲਥ ਦੀ, ਹਨਾ, ਧਨ ਸੰਪਤੀ ਦੀ, ਕਿ ਥੋੜੇ ਜਿਹੇ ਲੋਕ ਸਾਰੀਆਂ ਚੀਜ਼ਾਂ ਦੇ ਮਾਲਕ ਬਣ ਕੇ ਬਹਿ ਜਾਂਦੇ ਨੇ, ਬਹੁਤ ਸਾਰੇ ਲੋਕ ਜਿਹੜੇ ਗਰੀਬ ਵਿਚਾਰੇ। ਤਾਂ ਇੱਥੇ ਕੀ ਹੈ ਪੋਲਰਾਈਜੇਸ਼ਨ? ਇਹ ਚਾਰਜ ਦੀ ਪੋਲਰਾਈਜੇਸ਼ਨ ਆ। ਇੱਕ ਪਾਸੇ ਇਲੈਕਟ੍ਰੋਨ, ਉਹਨੂੰ ਜਿੰਨੇ ਪੋਜ਼ਿਟਿਵ ਚਾਰਜ ਹੈਗਾ ਉਹਨੇ ਵੀ ਨਹੀਂ ਹੈਗੇ, ਇੱਕ ਪਾਸੇ ਇਲੈਕਟ੍ਰੋਨ ਵਾਧੂ ਪਏ ਨੇ, ਤਾਂ ਇਹਨੂੰ ਪੋਲਰਾਈਜੇਸ਼ਨ ਕਹਿੰਦੇ ਨੇ ਆਪਾਂ। ਤਾਂ ਫਿਰ ਜਦੋਂ ਦੋ ਪੋਲ ਬਣਦੇ ਨੇ, ਇੱਕ ਪਾਸੇ ਵਾਧਾ ਇੱਕ ਪਾਸੇ ਘਾਟਾ ਆ ਜੋ ਵੀ ਹੈ, ਤਾਂ ਆਪਾਂ ਉਹਨੂੰ ਕੀ ਕਹਿੰਦੇ ਆ? ਡਾਈਪੋਲ ਕਹਿ ਦਿੰਦੇ ਆ। ਸਮਝ ਲੱਗੀ ਗੱਲ? ਅੱਛਾ, ਜੇ ਦੋਨੋਂ ਚਾਰਜ ਪੋਜ਼ਿਟਿਵ ਹੁੰਦੇ ਫਿਰ ਕੁਝ ਹੋਰ ਹੋਣਾ ਸੀ। ਦੇਖੋ ਆਪਣੀ ਗੱਲ ਤਾਂ ਤੁਸੀਂ ਨੋਟ ਕਰ ਲਿਓ। ਦੂਜੀ ਗੱਲ ਕੀ ਹੈ? ਜੇ ਦੋਨੋਂ ਚਾਰਜ ਪੋਜ਼ਿਟਿਵ ਹੁੰਦੇ, ਜਿਵੇਂ ਮੰਨ ਲਓ ਆਹ ਪੋਜ਼ਿਟਿਵ ਚਾਰਜ ਹੈ ਤੇ ਆਹ ਵੀ ਪੋਜ਼ਿਟਿਵ ਹੀ ਚਾਰਜ ਹੁੰਦਾ, ਤਾਂ ਹੁਣ ਇਹਨਾਂ ਦੇ ਸੈਂਟਰ ਤੇ ਇੱਕ ਪੁਆਇੰਟ ਇਦਾਂ ਦਾ ਆਣਾ ਸੀ ਨਾ ਜਿੱਥੇ ਇਲੈਕਟ੍ਰਿਕ ਫੀਲਡ 0 ਹੋਏਗਾ। ਦੱਸੋ? यस सर। ਕਿਉਂਕਿ ਉਹਦੇ ਕਰਕੇ ਇੱਧਰ ਨੂੰ, ਉਹਦੇ ਕਰਕੇ ਉੱਧਰ ਨੂੰ ਕੈਂਸਲ। ਇਸੇ ਇਹਦੇ ਸੈਂਟਰ 'ਚ ਇਲੈਕਟ੍ਰਿਕ ਫੀਲਡ ਆਹ ਵਾਲਾ, ਜਿਵੇਂ ਆਹ ਮਾਮਲਾ ਨਹੀਂ ਹੋ ਸਕਦਾ। ਇੱਥੇ ਇਲੈਕਟ੍ਰਿਕ ਫੀਲਡ ਲਾਈਨਸ ਐ ਆਉਣਗੀਆਂ, ਐ ਨਿਕਲਣਗੀਆਂ, ਐ ਜਾਣਗੀਆਂ, ਇਹਦੇ 'ਚੋਂ ਵੀ ਨਿਕਲਣਗੀਆਂ, ਐ ਜਾਣਗੀਆਂ, ਪਰ ਸੈਂਟਰ 'ਚ ਨਹੀਂ ਬਣਾ ਸਕਦੇ।
ਇਹਦੇ ਚ ਆ ਮਾਮਲਾ ਐ ਬਣੇਗਾ ਇੱਧਰ ਤੇ ਇਹਦੇ ਚ ਇੱਧਰ ਪਿੱਛੇ ਐਵੇਂ ਹੀ ਰਹੇਗਾ ਇੱਧਰ ਨੂੰ ਥੋੜਾ ਤੁਸੀਂ ਪ੍ਰੋਪਰ ਹੌਰੀਜ਼ੌਂਟਲ ਬਣਾਇਆ ਤੁਹਾਨੂੰ ਇੰਨੀ ਗੱਲ ਤੁਹਾਨੂੰ ਸਮਝ ਆਏਗੀ ਲੱਗ ਰਹੀ ਐ ਬਣਾ ਦਿਓ 2-3 ਇੱਧਰ ਬਣਾ ਦਿਓ ਜਿੰਨੀਆਂ ਇੱਥੇ ਬਣਾਉਣੀਆਂ ਬਸ ਸਿਮੈਟ੍ਰੀਕਲੀ ਬਣਾਇਆ ਉੱਪਰ ਤੇ ਨੀਚੇ ਤਾਂ ਕਿਉਂਕਿ ਕੋਈ ਉਹਨੂੰ ਆਪਾਂ ਜ਼ਿਆਦਾ ਪ੍ਰੈਫਰ ਨਹੀਂ ਹੋਣਗੇ ਇਹਦੇ ਵਿੱਚ ਇੱਥੇ ਵੀ ਹੋਊਗਾ ਇਲੈਕਟ੍ਰਿਕ ਫੀਲਡ ਬਸ ਆਪਾਂ ਸਾਰੀਆਂ ਸ਼ੋ ਨਹੀਂ ਕਰਦੇ ਮਾੜਾ ਮੋਟਾ ਆਈਡੀਆ ਹੋ ਜਾਂਦਾ ਇਹਦੇ ਨਾਲ ਵੀ ਹਾਂ ਇਲੈਕਟ੍ਰਿਕ ਫੀਲਡ ਇਸ ਤਰ੍ਹਾਂ ਦਾ ਇਹ ਪੈਦਾ ਕਰ ਰਿਹਾ ਹੁਣ ਪਲੱਸ ਕਿਊ ਤੇ ਪਲੱਸ ਕਿਊ ਦਾ ਦੇਖ ਲਓ ਕਿਵੇਂ ਦਾ ਬਣਿਆ ਪਲੱਸ ਕਿਊ ਮਾਈਨਸ ਕਿਊ ਦਾ ਦੇਖੋ ਕਿਵੇਂ ਬਣਿਆ ਹੁਣ ਤੁਹਾਨੂੰ ਇਹ ਪਲੱਸ ਕਿਊ ਤੇ ਪਲੱਸ ਕਿਊ ਚ ਰਿਪਲਸ਼ਨ ਹੁੰਦੀ ਦਿਖ ਰਹੀ ਹੈ ਨਾ ਇੱਕ ਦੂਜੇ ਤੋਂ ਦੂਰ ਭੱਜ ਰਹੇ ਨੇ ਨਾ ਲਾਈਨਾਂ ਵਿੱਚ ਹੀ ਸਮਝ ਆ ਰਿਹਾ ਦੇਖੋ ਉੱਪਰ ਕੀ ਆ ਉਧਰ ਖਿੱਚ ਪੈ ਰਹੀ ਹੈ यस सर ਅਟਰੈਕਸ਼ਨ ਹੁੰਦੀ ਵੀ ਦਿਖ ਰਹੀ ਹੈ ਇਲੈਕਟ੍ਰਿਕ ਫੀਲਡ ਲਾਈਨ ਇਹ ਇੱਕ ਤਰ੍ਹਾਂ ਦਾ ਆਈਡੀਆ ਆ ਤੁਸੀਂ ਇਸ ਬਾਰੇ ਜਿਹੜੀ ਬੁਕਲੇਟ ਹੈਗੀ ਹੈ ਇਲੈਕਟ੍ਰੋਸਟੈਟਿਕਸ ਦੀ ਹਨਾ ਦਲਜੀਤ ਸਰ ਵਾਲੀ ਉਹਨੂੰ ਪੜਿਓ ਸਾਰੀ ਚੀਜ਼ਾਂ ਵਧੀਆ ਐਕਸਪਲੇਨਡ ਨੇ ਵਧੀਆ ਪੜਿਓ ਚੋ ਵੀ ਤੇ ਜੇ ਉਹ ਕਹਿੰਦੇ Q1 ਚਾਰਜ ਮੰਨ ਲਓ ਵੱਧ ਹੋਵੇ Q2 ਚਾਰਜ ਘੱਟ ਹੋਵੇ ਤਾਂ ਜਿਹੜਾ ਚਾਰਜ ਵੱਧ ਹੈ ਉੱਥੋਂ ਲਾਈਨਾਂ ਜ਼ਿਆਦਾ ਦਿਖਾ ਦਿਓ ਜਿਸ ਪਾਸੇ ਘੱਟ ਚਾਰਜ ਹੈ ਉੱਥੋਂ ਘੱਟ ਦਿਖਾ ਦਿਓ ਜਿਵੇਂ ਕਹਿਣ ਦਾ ਭਾਵ ਮੰਨ ਲਓ ਇੱਥੇ ਚਾਰਜ ਹੈ ਇੱਕ ਜਸਟ ਐਗਜ਼ਾਮਪਲ ਮੰਨ ਲਓ ਆ ਚਾਰਜ ਹੈਗਾ +2Q ਆ ਚਾਰਜ ਹੈਗਾ ਮੰਨ ਲਓ +Q ਤਾਂ ਹੁਣ ਇਹ ਚ ਇਲੈਕਟ੍ਰਿਕ ਲਾਈਨ ਤਾਂ ਉਦਾਂ ਹੀ ਬਣੂਗੀ ਪਰ ਇਹ ਹੈ ਕਿ ਇਹਦਾ ਨਿਊਟਰਲ ਪੁਆਇੰਟ ਸੈਂਟਰ ਤੇ ਤਾਂ ਨਹੀਂ ਆਊਗਾ ਨਾ ਹੁਣ ਦੱਸੋ ਨਿਊਟਰਲ ਪੁਆਇੰਟ यस सर ਕਿੱਧਰ ਆਊਗਾ ਥੋੜਾ ਖੱਬੇ ਕਿ ਥੋੜਾ ਸੱਜੇ ਬਲਜੀਤ ਦੱਸ सर सज्जे आऊगा ਸੱਜੇ ਆਊਗਾ ਅੱਛਾ ਕਿਵੇਂ सर ਉੱਥੇ ਸਰ +2Q ਨੇ ਸਰ ਜ਼ਿਆਦਾ ਸਰ ਉਹ ਫੋਰਸ ਲਾਣੀ ਹੈ ਹਾਂ ਠੀਕ ਹੈ ਬਿਲਕੁਲ ਸਹੀ ਹੈ ਤੇਰੀ ਗੱਲ ਜੇ ਮੈਂ ਕਿਵੇਂ ਪੁੱਛਦਾ ਨਾ ਇਹਦਾ ਮਤਲਬ ਇਹਨਾਂ ਦਾ ਤੁਸੀਂ ਗਲਤ ਬੋਲ ਰਹੇ ਹੋ ਇਹਦਾ ਮਤਲਬ ਮੈਂ ਥੋੜਾ ਜਿਹਾ ਐਕਸਪਲੇਨੇਸ਼ਨ ਪੁੱਛਣਾ ਦਾ ਆ ਇੱਥੇ ਕਿਤੇ ਨਿਊਟਰਲ ਪੁਆਇੰਟ ਆਊਗਾ ਇਹਦਾ ਹਨਾ ਸੱਜੇ ਆਊਗਾ ਕਿਉਂਕਿ +2Q ਨੇ ਤਾਂ ਬਹੁਤ ਜ਼ਿਆਦਾ ਸਟਰੋਂਗ ਇਲੈਕਟ੍ਰਿਕ ਫੀਲਡ ਹੈ ਇਸ ਜਗ੍ਹਾ ਤੇ ਇਹਦਾ ਇਲੈਕਟ੍ਰਿਕ ਫੀਲਡ ਡੋਮੀਨੇਟ ਕਰੂਗਾ ਬਲਕਿ 2Q ਦਾ ਹਾਂਜੀ ਸਗੋਂ ਆ ਵੀ ਹੋ ਸਕਦਾ ਕਿ ਜਿਹੜੀ ਇਹਦੀ ਲਾਈਨ ਨਿਕਲੇਗੀ ਆ ਵਾਲੀ ਲਾਈਨ ਜਿਹੜੀ ਆ ਇੱਥੋਂ ਦੀ ਤਾਂ ਹੋ ਕੇ ਲੱਗੇਗੀ ਇੱਥੇ ਤਾਂ ਬਿਲਕੁਲ ਇਸ ਡਾਇਰੈਕਸ਼ਨ 'ਚ ਹੋਏਗਾ ਇਲੈਕਟ੍ਰਿਕ ਫੀਲਡ ਹਨਾ ਐ ਕਰਕੇ ਹਾਂਜੀ ਸਰ ਐ ਕਰਕੇ ਥੋੜਾ ਜਿਹਾ ਤੇ +Q ਕਰਕੇ ਐ ਕਰਕੇ ਫਿਰ ਤੇ ਇੱਥੇ ਇਹਦੇ ਸੈਂਟਰ ਇੱਥੇ ਨਿਊਟਰਲ ਪੁਆਇੰਟ ਆਊਗਾ ਉਸ ਨਿਊਟਰਲ ਪੁਆਇੰਟ ਤੇ ਇਲੈਕਟ੍ਰਿਕ ਫੀਲਡ ਨਹੀਂ ਆਪਾਂ ਡਰਾ ਕਰ ਸਕਦੇ ਤੇ ਜੇ ਉਦਾਂ ਮੈਂ ਸੋਚੀਏ ਥੋੜਾ ਹੋਰ ਇਹਨੂੰ ਡਰਾ ਕਰੀਏ ਫਿਰ ਐ ਕਰਕੇ ਆਪਾਂ ਡਰਾ ਕਰ ਦਾਂਗੇ ਹੁਣ ਮੰਨ ਲਓ ਜੇ ਆਪਾਂ ਐ ਡਰਾ ਕਰਾਂਗੇ ਇੱਥੇ +2Q ਕਰਕੇ ਜੋ ਵੀ ਲਾਈਨਸ ਤੇ +2Q ਕਰਕੇ ਮੰਨ ਲਓ ਤੁਸੀਂ ਐ ਡਰਾ ਕਰ ਲਈ ਇੱਕ ਕਿੰਨੀਆਂ ਹੋ ਗਈਆਂ 1 2 3 4 5 6 ਤਾਂ 1 ਹਾਂਜੀ 2 3 ਸ਼ੋ ਕਰ ਦੋ ਬਸ ਜਾਂ ਇੱਥੇ ਜੇ ਇੱਕ ਦੋ ਹੋਰ ਸ਼ੋ ਕਰੀਏ ਮਤਲਬ ਜਿਵੇਂ Q ਤੇ ਉਨੀਆਂ ਘੱਟ ਸ਼ੋ ਕਰੋ ਵੀ ਉਹ ਦੁੱਗਣੀਆਂ ਹੋਣ ਉਧਰ ਪਾਸੇ ਬਸ ਤੁਹਾਨੂੰ ਲੱਗੀ ਗੱਲ ਓਕੇ ਸਰ ਬਸ ਤੁਹਾਨੂੰ ਪਤਾ ਲੱਗ ਗਈ ਗੱਲ ਆ ਸ਼ੋ ਕਰ ਲਿਓ ਇਹਨੂੰ ਆਪਣੇ ਇਹਦੇ ਨਾਲ ਪਤਾ ਲੱਗ ਜਾਂਦਾ ਵੀ ਹਾਂ ਵੀ ਉਸ ਹੁਣ ਜੇ ਆ ਚਾਰਜ ਮਟੇ ਦੇਵਾਂ ਤੁਹਾਨੂੰ ਤਾਂ ਵੀ ਪਤਾ ਲੱਗ ਜੂਗਾ ਉੱਥੇ ਕੋਈ ਚਾਰਜ ਆ ਜਿਹੜਾ ਸਟਰੋਂਗ ਆ ਉੱਥੇ ਜਿਹੜਾ ਵੀਕ ਆ ਪਤਾ ਲੱਗ ਜੂਗਾ ਨਾ ਕਲੀਅਰ ਹੈ ਗੱਲ ਯੈਸ ਤੇ ਹੁਣ ਤੁਹਾਨੂੰ ਪਤਾ ਹੈ ਜਿਹੜਾ ਕੋਈ ਮੈਟੈਲਿਕ ਕੰਡਕਟਰ ਹੁੰਦਾ ਆ ਮੈਟੈਲਿਕ ਕੰਡਕਟਰ ਦੇ ਅੰਦਰ ਰਿਐਕਟਿਵਿਟੀ ਕਿੰਨਾ ਹੁੰਦਾ ਦੱਸੋ 0 ਹੁੰਦਾ ਇਸ ਲਈ ਜੇ ਇਲੈਕਟ੍ਰਿਕ ਫੀਲਡ ਵਿੱਚ ਰੱਖਿਆ ਵੀ ਨਾ ਇਹਨੂੰ ਤਾਂ ਇਲੈਕਟ੍ਰਿਕ ਲਾਈਨ ਐ ਕਰਕੇ ਇੱਥੋਂ ਲੰਘ ਜਾਣਗੀਆਂ ਪਰ ਇਹਦੇ ਵਿੱਚੋਂ ਦੀ ਐ ਅੰਦਰ ਤਾਂ ਐਂਟਰ ਕਰਨਗੀਆਂ ਇੱਥੋਂ ਨਿਕਲਣਗੀਆਂ ਪਰ ਇਹਦੇ ਅੰਦਰ ਇਲੈਕਟ੍ਰਿਕ ਫੀਲਡ ਨਹੀਂ ਸ਼ੋ ਨਹੀਂ ਕਰ ਸਕਦੀ ਸਮਝ ਲੱਗੀ ਗੱਲ ਹਾਂਜੀ ਸਰ ਕੋਈ ਨਹੀਂ ਕਰ ਸਕਦਾ ਕਿਉਂਕਿ ਉਹਦੇ ਅੰਦਰ ਇਲੈਕਟ੍ਰਿਕ ਹੁੰਦਾ ਹੀ ਨਹੀਂ ਹੈ ਤਾਂ ਉੱਥੇ ਖਾਲੀ ਜਗ੍ਹਾ ਬਣਾ ਦੋਗੇ ਤੁਸੀਂ ਕਿਉਂਕਿ ਉਹਦੇ ਅੰਦਰ ਇਹਦੇ ਅੰਦਰ ਇੰਡਿਊਸ ਚਾਰਜ ਪੈਦਾ ਹੋ ਜਾਂਦੇ ਨੇ ਸਾਰਾ ਕੁਝ ਜੋ ਹੁੰਦਾ ਹੈ ਇਹ ਗੱਲ ਸਮਝਾਈ ਹੋਈ ਹੈ ਮੈਂ ਤੁਹਾਨੂੰ ਹਾਂਜੀ ਪਨਮ ਓਕੇ ਸਰ ਸਰ ਜੇ ਆਹ +2Q ਤੇ Q ਵਾਲੇ ਚਾਰजेस ਨੇ ਆਪਣੇ ਕੋਲ ਤੇ ਆਪਾਂ ਸਰ ਕੋਈ ਇੱਕ ਥਰਡ ਚਾਰਜ ਨੈਗੇਟਿਵ ਪਲੇਸ ਕਰ ਦਈਏ Q ਤੇ ਮਤਲਬ ਰਾਈਟ ਸਾਈਡ ਹਾਂ ਕਰ ਦੋ ਤੇ ਉਸ ਹਿਸਾਬ ਨਾਲ ਬਣ ਜਾਣਗੇ ਫਿਰ Q ਦੇ ਰਾਈਟ ਸਾਈਡ ਜੇ ਇੱਥੇ ਸ਼ੋ ਕਰ -Q ਤਾਂ ਫਿਰ -Q ਇੱਥੇ ਪੁੱਟ ਕਰ ਦੋ ਫਿਰ ਇੱਥੋਂ ਐ ਬਣਨ ਲੱਗ ਜਾਣਗੀਆਂ ਲਾਈਨਸ ਫਿਰ ਹੋਰ ਵੀ ਬਹੁਤ ਮੋਡੀਫਿਕੇਸ਼ਨ ਹੋ ਜਾਣਗੀਆਂ ਕਿਉਂਕਿ ਆ +2Q ਕਰਕੇ ਵੀ ਅਸਰ ਪਏਗਾ ਨਾ ਉੱਤੇ ਸਰ ਫਿਰ +2Q ਤੇ Q ਦੇ ਵਿੱਚ ਜਿਹੜੀ ਆਪਸ ਦੀ ਰਿਪਲਸ਼ਨ ਹੋਊਗੀ ਉਹ ਜ਼ਿਆਦਾ ਹੋਊਗੀ ਜਾਂ ਉਹਦੇ ਨਾਲ ਅਟਰੈਕਸ਼ਨ ਜ਼ਿਆਦਾ ਹੋਊਗੀ ਇਹ ਡਿਪੈਂਡ ਕਰਦਾ ਤੁਸੀਂ ਕਿੰਨੀ ਦੂਰੀ ਤੇ ਰੱਖਿਆ ਫਿਰ ਆਪਾਂ ਉਸ ਜਗ੍ਹਾ ਤੇ ਨੈਟ ਫੋਰਸ ਪਤਾ ਕਰਾਂਗੇ ਨੈਟ ਇਲੈਕਟ੍ਰਿਕ ਫੀਲਡ ਪਤਾ ਕਰਾਂਗੇ ਸਾਰਾ ਫਿਰ ਮਾਮਲਾ ਕੈਲਕੂਲੇਸ਼ਨਸ 'ਚ ਪੈ ਜਾਊਗਾ ਉਹਨੂੰ ਆਪਾਂ ਡਾਇਰੈਕਟਲੀ ਇੰਨਾ ਸਿੱਧਾ ਹੀ ਅੰਨੇਵਾਹ ਨਹੀਂ ਡਰਾ ਕਰ ਸਕਦੇ ਫਿਰ ਜਿਵੇਂ ਇੱਥੇ ਤਾਂ ਮੈਂ ਬਸ ਉਹਦਾ ਧਿਆਨ ਰੱਖਿਆ ਨਿਊਟਰਲ ਪੁਆਇੰਟ ਦਾ ਠੀਕ ਹੈ ਸਰ ਠੀਕ ਹੈ ਨਾ ਗੱਲਾਂ ਸੋ ਇਸ ਤਰ੍ਹਾਂ ਹੋਰ ਵੀ ਬਹੁਤ ਸਾਰੇ ਐਗਜ਼ਾਮਪਲਸ ਤੁਹਾਨੂੰ ਦਿੱਤੇ ਹੋਏ ਨੇ ਜਿਹੜੇ ਬੁਕਲੈਟ 'ਚ ਤੁਸੀਂ ਉਹ ਪੜ੍ਹਿਓ ਚੰਗੀ ਤਰ੍ਹਾਂ ਕੋਈ ਪ੍ਰੋਬਲਮ ਆਏ ਤਾਂ ਪੁੱਛੋ ਹਾਂਜੀ ਗੁਰਕੀਰਤ ਸਰ ਕਿਸੇ ਵੀ ਪੁਆਇੰਟ ਤੇ
ਹਾਂਜੀ ਜੇ ਆਪਾਂ ਆਹ ਇਲੈਕਟ੍ਰਿਕ ਫੀਲਡ ਤੇ ਇਲੈਕਟ੍ਰਿਕ ਮਤਲਬ ਕਿ ਟੈਂਜੈਂਟ ਦੇ ਅਲੋਂਗ ਇਲੈਕਟ੍ਰਿਕ ਫੀਲਡ ਹੁੰਦੀ ਆ, ਤਾਂ ਇਹ ਤੇ ਆਪਾਂ ਕੋਈ ਪੁਆਇੰਟ ਚਾਰਜ ਰੱਖਦੇ ਆ ਤਾਂ ਉਹ ਹਾਂ ਮੂਵ ਕਰੂਗਾ, ਏਦਾਂ ਕਹਿ ਸਕਦੇ ਆ ਆਪਾਂ ਉਸ ਇਲੈਕਟ੍ਰਿਕ ਫੀਲਡ ਲਾਈਨਸ ਦੀ ਡਾਇਰੈਕਸ਼ਨ ਚ। ਦੇਖੋ ਕਿੰਨਾ ਵਧੀਆ ਕੁਐਸਚਨ ਆ ਬਈ, ਸਾਰੇ ਨੇ ਬਹੁਤ ਧਿਆਨ ਨਾਲ ਸਮਝੋ। ਮੈਂ ਇਹਦਾ ਗੁਰਕੀਰਤ ਨੇ ਜੋ ਪੁੱਛਿਆ ਬਹੁਤ ਵਧੀਆ ਕੁਐਸਚਨ ਪੁੱਛਿਆ। ਇਹ ਕਹਿੰਦੇ ਮੰਨ ਲਓ ਆ ਇੱਕ ਇਲੈਕਟ੍ਰਿਕ ਫੀਲਡ ਲਾਈਨ ਆ, ਠੀਕ ਹੈ, ਆ ਜਿਹੜੀ ਲਾਈਨ ਬਣੀ ਆ ਹੈਗੀ ਆ ਇੱਕ, ਇਹ ਮੈਂ ਐਰੋ ਨਾਲ ਸ਼ੋ ਕਰਤਾ, ਇਹ ਹੈਗੀ ਆ ਇਲੈਕਟ੍ਰਿਕ ਫੀਲਡ ਲਾਈਨ। ਸਵਾਲ ਇਹਦਾ ਇਹ ਆ ਕਿ ਜੇ ਮੈਂ ਇਸ, ਕਿਉਂਕਿ ਇਲੈਕਟ੍ਰਿਕ ਫੀਲਡ ਲਾਈਨ ਕੀ ਦੱਸਦੀ ਆ, ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ ਦੱਸਦੀ ਆ, ਪਰ ਇਹ ਇਲੈਕਟ੍ਰਿਕ ਫੀਲਡ ਦੀ ਹੂਬਹੂ ਡਾਇਰੈਕਸ਼ਨ ਨਹੀਂ ਦੱਸਦੀ, ਬਲਕਿ ਇਹਦੇ ਕਿਸੇ ਪਾਰਟਿਕੂਲਰ ਪੁਆਇੰਟ ਤੇ ਜੇ ਇਲੈਕਟ੍ਰਿਕ ਫੀਲਡ ਪਤਾ ਕਰਨਾ ਚਾਹੋ ਤੁਸੀਂ, ਤਾਂ ਉਸ ਪੁਆਇੰਟ ਤੇ ਤੁਸੀਂ ਇੱਕ ਟੈਂਜੈਂਟ ਡਰਾ ਕਰਦੇ ਹੋ, ਤੇ ਆ ਹੁੰਦੀ ਹੈ ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ, ਹਨਾ। ਹਾਂਜੀ ਸਰ। ਵੀ ਇਸ ਪੁਆਇੰਟ ਤੇ ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ ਆ ਨਹੀਂ ਹੋਏਗੀ, ਕਰਵ ਨਹੀਂ ਦਿਖਾਓਗੇ, ਇਸ ਪੁਆਇੰਟ ਤੇ ਆ ਹੋਏਗੀ ਜਿਹੜੀ ਇਹਨੂੰ ਟੈਂਜੈਂਟ ਡਰਾ ਕਰੋਗੇ ਤੁਸੀਂ। ਟੈਂਜੈਂਟ ਤਾਂ ਸਮਝਦੇ ਹੀ ਹੋ ਮੈਥ ਦੇ ਲਈ। ਹਾਂਜੀ ਸਰ। ਡਾਇਰੈਕਸ਼ਨ। तो ਜੇ ਤੁਸੀਂ ਇੱਥੇ ਕੋਈ ਚਾਰਜ ਨਿੱਕਾ ਜਿਹਾ ਲੈ ਕੇ, ਪੋਜ਼ਿਟਿਵ ਚਾਰਜ, ਮਹਿਕਦੀਪ ਧਿਆਨ ਨਾਲ ਦੇਖੀ ਗੱਲ, ਮਹਿਕਦੀਪ ਹਾਂਜੀ ਸਰ। ਜੇ ਇੱਥੇ ਮੈਂ ਨੈਗੇਟਿਵ ਚਾਰਜ ਲਿਆ ਕੇ ਰੱਖ ਦਵਾਂ ਇੱਕ ਮਾਈਨਸ ਕਿਊ, ਤਾਂ ਉਹਨੂੰ ਕਿੱਧਰ ਫੋਰਸ ਲੱਗੇਗਾ? ਸਰ ਕਿਹਦੇ ਲੌਂਗ ਮੀਨਸ ਦੇਖ ਰਹੇ ਆਪਾਂ, ਆ ਮਾਈਨਸ ਕਿਊ ਤੇਰੇ ਸਾਹਮਣੇ ਇਲੈਕਟ੍ਰਿਕ ਫੀਲਡ ਲਾਈਨ ਬਣਾਈ ਹੋਈ ਹੈ, ਤੇ ਮੈਂ ਉੱਥੇ ਇੱਕ ਇਲੈਕਟ੍ਰਿਕ ਫੀਲਡ ਵੀ ਬਣਾਤਾ, ਤੇ ਇੱਥੇ ਮਾਈਨਸ ਕਿਊ ਚਾਰਜ ਰੱਖੋ, ਇਹਨੂੰ ਕਿੱਧਰ ਫੋਰਸ ਲੱਗੇਗਾ? ਉਹਦੇ ਤੇ ਆਪੋਜ਼ਿਟ ਡਾਇਰੈਕਸ਼ਨ ਇੱਧਰ ਲੱਗੇਗਾ, ਹਨਾ। ਹਾਂਜੀ ਸਰ। ਪਲੱਸ ਕਿਊ ਚਾਰਜ ਰੱਖਾਂਗਾ ਤਾਂ ਇੱਧਰ ਲੱਗੇਗਾ। ਉਹ ਸੇਮ ਡਾਇਰੈਕਸ਼ਨ ਹਾਂਜੀ ਸਰ। ਇਹ ਗੱਲਾਂ ਯਾਦ ਰੱਖੀਏ, ਹਰ ਜਗ੍ਹਾ ਲੱਗਣੀਆਂ ਇਹ ਗੱਲਾਂ। ਹਾਂਜੀ ਹਾਂਜੀ। ਹੁਣ ਚਾਰਜ ਨੂੰ ਇੱਧਰ ਨੂੰ ਫੋਰਸ ਲੱਗੇਗਾ, ਤਾਂ ਚਾਰਜ ਇਸ ਡਾਇਰੈਕਸ਼ਨ ਚ ਮੂਵ ਕਰਨ ਦੀ ਕੋਸ਼ਿਸ਼ ਕਰੇਗਾ, ਉਹਦੀ ਵੈਲੋਸਿਟੀ ਇੱਧਰ ਨੂੰ ਹੋਏਗੀ। ਸੋ ਉਹ ਚਾਰਜ ਇਹਦੇ ਉੱਪਰ ਹੀ ਮੂਵ ਕਰੇਗਾ, ਏਦਾਂ ਦੀ ਕੋਈ ਗੱਲ ਨਹੀਂ। ਗੁਰਕੀਰਤ ਪਤਾ ਲੱਗੀ ਗੱਲ? ਗੁਰਕੀਰਤ ਯੈਸ ਸਰ, ਯੈਸ ਸਰ। ਮਤਲਬ ਉਹ ਇਹਦੇ ਉੱਪਰ ਹੀ ਚੱਲੇ, ਜ਼ਰੂਰੀ ਨਹੀਂ ਹੈ। ਹਾਂ ਇਸ ਪੁਆਇੰਟ ਤੇ ਉਹਦੀ ਦਿਸ਼ਾ ਆ ਹੋਏਗੀ, ਤੇ ਜੇ ਉਹਨੂੰ ਇੱਧਰ ਮੋੜਨ ਵਾਲਾ ਕੋਈ ਫੋਰਸ ਨਾ ਹੋਇਆ ਤਾਂ ਇਧਰੋਂ ਤਾਂ ਇੱਧਰ ਨੂੰ ਭੱਜੇਗਾ, ਜਿਵੇਂ ਇੱਧਰ ਨੂੰ ਭੱਜੇਗਾ ਮਾੜਾ ਜਿਹਾ ਇੱਧਰ ਆ ਜਾਊਗਾ, ਇੱਧਰ ਫਿਰ ਇਲੈਕਟ੍ਰਿਕ ਫੀਲਡ ਲਾਈਨ ਕੋਈ ਹੋਰ ਹੋਏਗੀ ਨਾ, ਫਿਰ ਉਹ ਦੱਸੇਗੀ ਉਹਨੇ ਕਿੱਧਰ ਜਾਣਾ। ਓਕੇ ਸਰ। ਕਿਉਂਕਿ ਜੇ ਕਰਵੀ ਹੋਈ, ਹਾਂ ਪਰ ਇੱਕ ਗੱਲ ਜ਼ਰੂਰ ਆ, ਜੇ ਤੇਰੀ ਕਰਵੀ ਨਾ ਹੋਈ, ਜੇ ਤੇਰੀ ਇਲੈਕਟ੍ਰਿਕ ਫੀਲਡ ਲਾਈਨ ਹੀ ਸਟ੍ਰੇਟ ਹੋਈ, ਜਿਵੇਂ ਆ ਸਟ੍ਰੇਟ ਇੱਕਦਮ, ਤੇ ਇਹਨੂੰ ਐ ਮੰਨ ਲਾ ਵੀ ਆ ਹੋਈ, ਤੇ ਆ ਮੰਨ ਲਾ ਵੀ ਇੱਧਰ ਪੋਜ਼ਿਟਿਵ ਚਾਰਜ ਪਿਆ ਹੋਇਆ ਸੀ ਕੋਈ, ਠੀਕ ਹੈ, ਸੋਰਸ ਚਾਰਜ ਆਈ ਹੋਗੀ ਨਾ ਇਲੈਕਟ੍ਰਿਕ ਫੀਲਡ ਲਾਈਨ। ਹਾਂਜੀ। ਹੁਣ ਇਹਦੇ ਉੱਪਰ ਜੇ ਮੈਂ ਕੋਈ ਛੋਟਾ ਜਿਹਾ ਪੋਜ਼ਿਟਿਵ ਚਾਰਜ ਰੱਖਦਾ, ਕਿਉਂਕਿ ਸਟ੍ਰੇਟ ਲਾਈਨ ਦੀ ਟੈਂਜੈਂਟ ਉਹਦੇ ਉੱਪਰ ਹੀ ਰਹਿਣੀ ਨਾ, ਹਾਂਜੀ ਹਾਂਜੀ। ਆ ਇੱਧਰ ਹੀ ਚੱਲੂਗਾ, ਹੁਣ ਇਹਦੇ ਉੱਪਰ ਜਾਊਗਾ, ਇਹਦਾ ਰਸਤਾ ਬਣਿਆ ਹੈ ਪੂਰਾ। ਕਰਵ ਹੋਈ ਫੇਰ ਨਹੀਂ ਜ਼ਰੂਰੀ। ਦੋਨੋਂ ਗੱਲਾਂ ਕਲੀਅਰ ਨਹੀਂ ਸਭ ਨੂੰ? यस सर। ਯੈਸ ਸਰ। ਸੋ ਦੇਖੋ ਕਿਸੇ ਦੇ ਵੀ ਦਿਮਾਗ 'ਚ ਕੋਈ ਵੀ ਗੱਲ ਨਿੱਕੀ ਮੋਟੀ ਆਉਂਦੀ ਹੈ, ਤੁਸੀਂ ਬੋਲਿਆ ਕਰੋ। ਹੁਣ ਦੇਖੋ ਗੁਰਕੀਰਤ ਦਾ ਨਾਮ ਨਹੀਂ ਮੈਂ ਲਿਆ ਸੀ, ਇਹਨੇ ਪੂਰੇ ਲੈਕਚਰ ਦੌਰਾਨ 4-5 ਨਾਮ ਲੈਂਦਾ ਰਿਹਾ ਬੱਚਿਆਂ ਦੇ, ਤੇ ਉਹਨੇ ਆਪਣਾ ਕੁਐਸਚਨ ਦੇਖੋ ਪੁੱਟ ਕੀਤਾ, ਕਿਉਂਕਿ ਉਹਨੇ ਸਾਰਾ ਲੈਕਚਰ ਧਿਆਨ ਨਾਲ ਸੁਣਿਆ। ਇਸ ਲਈ ਤੁਹਾਡੇ 'ਚੋਂ ਕਈ ਬੱਚੇ ਬਿਲਕੁਲ ਆਰਾਮ ਨਾਲ ਸੁਣਦੇ ਰਹਿੰਦੇ ਆ, ਕਿਉਂਕਿ ਉਹਨਾਂ ਦੀ ਗੱਲ ਕਲੀਅਰ ਹੋ ਰਹੀ ਸਾਰੀ। ਜਿੱਥੇ ਡਾਊਟ ਹੈ ਨਾਲ ਹੀ ਬੋਲ ਪੈਣਾ, ਨਾਲ ਹੀ ਹੱਥ ਖੜਾ ਕਰ ਦੇਣਾ। ਆਹ ਇੰਪੋਰਟੈਂਟ ਆਪਣੀ ਰੱਖਿਓ ਗੱਲ ਹਮੇਸ਼ਾ ਲਈ। ਸੋ ਬਹੁਤ ਵਧੀਆ ਹੈ। ਚਲੋ ਇਹ ਵੀ ਗੱਲ ਆਪਣੀ ਡਿਸਕਸ ਹੋ ਗਈ। ਇਲੈਕਟ੍ਰਿਕ ਫੀਲਡ ਲਾਈਨਸ ਇੰਟਰਸੈਕਟ ਨਹੀਂ ਕਰ ਸਕਦੀਆਂ ਕਦੇ ਵੀ, ਇਹ ਵੀ ਗੱਲ ਪਤਾ ਨਾ ਸਾਰਿਆਂ ਨੂੰ? यस सर। यस सर। ਪੜ੍ਹਨਾ ਤੁਸੀਂ ਹੁਣ। ਯੈਸ ਸਰ। ਆਪਾਂ ਗੱਲ ਕਰਦੇ ਹਾਂ ਹੁਣ ਇਲੈਕਟ੍ਰਿਕ ਡਾਈਪੋਲ ਦੀ। ਸ਼ਾਇਦ ਮੈਂ ਤੁਹਾਨੂੰ ਸਿਰਫ ਇੰਟਰੋਡਕਸ਼ਨ ਦੇ ਪਾਵਾਂਗਾ, ਇੰਟਰੋਡਕਸ਼ਨ ਤੁਸੀਂ ਅੱਜ ਕਰ ਲਓ, ਤੇ ਬਾਕੀ ਆਪਾਂ ਅਗਲੇ ਲੈਕਚਰ 'ਚ ਕਰਾਂਗੇ ਬਹੁਤ ਵਧੀਆ ਤਰ੍ਹਾਂ ਇਹਨੂੰ ਕਰਕੇ ਕਰਾਂਗੇ। ਇਲੈਕਟ੍ਰਿਕ ਡਾਈਪੋਲ। ਇਲੈਕਟ੍ਰਿਕ ਡਾਈਪੋਲ ਕੀ ਹੁੰਦਾ ਆ, ਮੈਂ ਤੁਹਾਨੂੰ ਹੁਣੀ ਦੱਸਿਆ। ਬੇਸਿਕਲੀ ਆਪਾਂ ਕਹਿ ਸਕਦੇ ਹਾਂ ਵੀ ਸਿਸਟਮ ਹੀ ਕਹਿ ਦਿੰਦੇ ਆਪਾਂ ਪੂਰਾ, ਕਿਉਂਕਿ ਦੋਨੋਂ ਨੂੰ ਮਿਲਾ ਕੇ, of two equal and opposite charges, equal ਹੋਣੇ ਚਾਹੀਦੇ ਆ ਮੈਗਨੀਟਿਊਡ, ਤੇ opposite ਹੋਣੇ ਚਾਹੀਦੇ, ਮਤਲਬ ਇੱਕ ਪੋਜ਼ਿਟਿਵ ਤੇ ਇੱਕ ਨੈਗੇਟਿਵ। opposite charges separated ਹੋਣੇ ਚਾਹੀਦੇ ਆ by some distance is called electric dipole। ठीक है, भी कोई भी दो चार्ज ने, मान लो एक चार्ज है माइनस क्यू, एक चार्ज है प्लस क्यू, ਤੇ ਇਹ ਸੈਪਰੇਟਡ ਬਾਈ ਸਮ ਡਿਸਟੈਂਸ ਨੇ, ਇਹਨੂੰ ਕਹਿੰਦੇ ਨੇ ਇਲੈਕਟ੍ਰਿਕ ਡਾਈਪੋਲ ਸਿਸਟਮ ਨੂੰ। ਬਸ ਇਸ ਗੱਲ ਦਾ ਧਿਆਨ ਰੱਖਿਓ, ਬੱਚੇ ਇਹ ਸਮਝ ਲੈਂਦੇ ਨੇ
ਕਿ ਇੱਕ ਪਲੱਸ ਕਿਊ ਚਾਰਜ ਵੱਖਰਾ ਇੰਡੀਪੈਂਡੈਂਟ ਫ੍ਰੀ ਪਿਆ ਵਾ, ਇੱਕ ਮਾਈਨਸ ਕਿਊ ਫ੍ਰੀ ਪਿਆ ਹੋਇਆ ਵਾ। ਜੇ ਤੁਸੀਂ ਇਹਨੂੰ ਛੱਡੋਗੇ ਇਹਨਾਂ ਨੇ ਜਾ ਕੇ ਚਿੰਬੜ ਜਾਣਾ ਵਿੱਚ, ਹੈ ਕਿ ਨਹੀਂ? ਇਹ ਬਹੁਤ ਨੇੜੇ ਮੈਂ 2 4 ਰੱਖ ਲਵਾਂ ਤਾਂ ਜਾ ਕੇ ਉਹ ਆਪਸ ਚ ਉਹ ਤਾਂ ਖਤਮ ਹੋ ਜਾਣਗੇ ਚਾਰजेस, ਇਕੁਅਲ ਤੇ ਆਪੋਜ਼ਿਟ ਨੇ। ਨਹੀਂ, ਇਸ ਤਰ੍ਹਾਂ ਨਹੀਂ ਸੋਚਣਾ। ਸਿਸਟਮ ਹੈ ਇੱਕ, ਇਹ ਇਦਾਂ ਬਣਿਆ ਜਿਵੇਂ ਹਾਈਡਰੋਕਲੋਰਿਕ ਐਸਿਡ ਦਾ ਮੈਂ ਗੱਲ ਕਰ ਰਿਹਾ ਸੀ, ਤੇ ਉਹਦਾ ਜਿਹੜੀ ਬੌਂਡ ਲੈਂਥ ਹੈਗੀ ਹੈ ਉਨੀ ਦੂਰੀ ਤਾਂ ਬਣੀ ਰਹੇਗੀ ਨਾ ਉਹਨਾਂ 'ਚ। यस सर। ਤੇ ਇਹ ਇੱਕ ਸਿਸਟਮ ਹੈ, ਇਹ ਕੋਈ ਐ ਨਹੀਂਗਾ ਕਿ ਇਹ ਵੱਖਰਾ ਇੰਡੀਪੈਂਡੈਂਟ ਭੱਜ ਗਿਆ, ਇੱਧਰ ਭੱਜ ਗਿਆ ਸੈਰ ਕਰਨ, ਉਧਰ ਚਲਾ ਗਿਆ। ਸੈਰਾ ਨਹੀਂ ਕਰ ਰਹੇ ਉਹ ਇੱਕ ਦੂਜੇ ਤੋਂ ਇੱਕ ਪਾਰਟਿਕੂਲਰ ਦੂਰੀ ਤੇ ਬੈਠੇ ਹੋਏ ਨੇ, ਤੇ ਉਨੀ ਦੂਰੀ ਤੇ ਉਹ ਹਮੇਸ਼ਾ ਰਹਿਣਗੇ। ਜਿਵੇਂ ਸੋਡੀਅਮ ਕਲੋਰਾਈਡ ਲਈ ਵੀ ਗੱਲ ਕਰ ਸਕਦੇ ਹੋ ਤੁਸੀਂ, ਹਨਾ? ਕ੍ਰਿਸਟਲ ਦੇ ਵਿੱਚ ਇੱਕ ਤਰ੍ਹਾਂ ਦੀ, ਇਹਨੂੰ ਜੇ ਕੰਸੀਡਰ ਕਰੋ ਤਾਂ ਇੱਕ ਡਾਈਪੋਲ ਕਹਿ ਸਕਦੇ ਹੋ ਤੁਸੀਂ ਇਹਨੂੰ। ਕੋਈ ਪ੍ਰੋਬਲਮ ਕਿਸੇ ਨੂੰ? ਡਾਈਪੋਲ ਨੂੰ ਜਦੋਂ ਆਪਾਂ ਡੀਲ ਕਰਦੇ ਹਾਂ ਤਾਂ ਡਾਈਪੋਲ ਨੂੰ ਉਹਦੇ ਸੈਂਟਰ ਤੋਂ ਅਸੀਂ ਹਮੇਸ਼ਾ ਸਾਰੇ ਡਿਸਟੈਂਸਿਸ ਸੈਂਟਰ ਤੋਂ ਹੀ ਮੇਜ਼ਰ ਕੀਤੇ ਜਾਂਦੇ ਨੇ। ਕਿਸੇ ਵੀ ਡਾਈਪੋਲ ਤੋਂ ਮੰਨ ਲਓ ਆ ਪੁਆਇੰਟ ਦਾ ਦੂਰੀ ਕਿੰਨੀ ਹੈ ਡਾਈਪੋਲ ਤੋਂ, ਤਾਂ ਮੈਂ ਕਿੱਥੋਂ ਦੱਸੂਗਾ? ਤਾਂ ਮੈਂ ਆ ਦੱਸ ਸਕਦਾ ਜਸ਼ਨਜੋਤ? आवाज नहीं आ रही जशनजोत? बलजीत? यस सर। हाँ नहीं दस सकते ना ਆਪਾਂ? नहीं सर। ना ही ਇਹਦਾ ਕੋਈ ਆ ਦੱਸਾਂਗੇ ਆਪਾਂ, ਕੀ ਦੱਸਾਂਗੇ ਹਮੇਸ਼ਾ? ਆ ਦੱਸਾਂਗੇ सर। ਠੀਕ ਹੈ। हाँ जी। ਅਸੀਂ ਕਿਸੇ ਵੀ ਪੁਆਇੰਟ ਦੀ ਦੂਰੀ ਇਹਦੇ ਸੈਂਟਰ ਤੋਂ ਹੀ ਮਾਪਦੇ ਹਾਂ। ਇਸੇ ਲਈ ਅਸੀਂ ਇਹਦੇ ਸੈਂਟਰ ਤੋਂ ਇਹਦੀ ਪੂਰੀ ਦੂਰੀ ਜਿਹੜੀ ਇਹਦੀ ਲੈਂਥ ਹੈ -q ਤੇ +q ਵਿੱਚ ਦੂਰੀ, ਉਹਨੂੰ ਆਪਾਂ ਇਧਰਲੇ ਪਾਸੇ ਕਹਿ ਦਿੰਦੇ ਆ ਮੰਨ ਲਓ l, ਇਧਰਲੇ ਪਾਸੇ ਵੀ ਕਹਿ ਦਿੰਦੇ ਆ l। ਇਸ ਲਈ ਜਿਹੜੀ ਲੈਂਥ ਆਫ ਡਾਈਪੋਲ ਹੁੰਦੀ ਹੈ ਆਪਣੇ ਇੱਥੇ, ਉਹਨੂੰ ਕੀ ਕਹਿੰਦੇ ਆ? ਉਹ ਕੀ ਹੁੰਦੀ ਹੈ? 2l। ਤੇ ਜਿਹੜੇ ਦੋਨੋਂ ਚਾਰजेस ਵਿੱਚ ਡਿਸਟੈਂਸ ਹੁੰਦੇ ਉਹਨੂੰ ਆਪਾਂ ਲੈਂਥ ਆਫ ਡਾਈਪੋਲ ਕਹਿ ਦਿੰਦੇ ਆ। ਤੇ ਫਿਰ ਉਹ ਕਹਿੰਦੇ ਕਿ ਜਿਹੜੀ ਕੋਈ ਡਾਈਪੋਲ ਹੈ ਉਹ ਡਾਈਪੋਲ ਕਿੰਨੀ ਕੁ ਵਧੀਆ, ਕਿੰਨੀ ਕੁ ਜ਼ਿਆਦਾ ਉਹਦੀ ਵੈਲਿਊ ਹੈ ਉਸ ਡਾਈਪੋਲ ਦੇ ਐਗਜ਼ਿਸਟੈਂਸ ਜਿਹੜੀ ਹੈ, ਜੋ ਵੀ ਡਾਈਪੋਲ ਬਣਿਆ ਹੈ ਕਿੰਨਾ ਕੁ ਵਧੀਆ ਬਣਿਆ ਹੈ। ਆਪਾਂ ਕਹਿੰਦੇ ਵੀ ਜਿੰਨਾ ਜ਼ਿਆਦਾ ਤੋਂ ਜ਼ਿਆਦਾ ਚਾਰਜ ਸੈਪਰੇਟ ਹੋ ਜਾਵੇ, ਠੀਕ ਹੈ, ਤੇ ਜਿੰਨੀ ਜ਼ਿਆਦਾ ਤੋਂ ਜ਼ਿਆਦਾ ਦੂਰੀ ਤੇ ਹੋਵੇ ਉਨੀ ਸਟਰੋਂਗ ਡਾਈਪੋਲ ਹੈ ਉਹ। ਠੀਕ ਹੈ। हाँ जी सर। मैं कहता हूं मॉलिक्यूल है, मान लो ਤੁਸੀਂ ਇੱਕ ਚੰਗਾ ਭਲਾ ਮੋਲੀਕਿਊਲ ਸੀਗਾ, ਆ ਦੇਖੋ ਆ ਮੋਲੀਕਿਊਲ ਸੀਗਾ ਤੇ ਇਹਦੇ ਚ ਇਲੈਕਟ੍ਰੋਨ ਵੀ ਨੇ, ਕੋਈ ਵੀ ਚੀਜ਼ ਹੈ, ਤੁਸੀਂ ਇਹਨੂੰ ਉਹੀ ਮੰਨ ਲਓ ਕਿ ਮੈਟਲ ਹੀ ਮੰਨ ਲਓ, ਛੋਟੀ ਕੋਈ ਇੱਕ ਆਪਾਂ ਉਹ ਲੈ ਲਈ ਤੇ ਇਹ ਚ ਫ੍ਰੀ ਇਲੈਕਟ੍ਰੋਨ ਦਿਖਾ ਰਿਹਾ ਤੁਹਾਨੂੰ ਮੈਂ ਬਸ। ਤੁਸੀਂ ਕਹਿੰਦੇ ਮੈਟਲ ਚ ਤਾਂ ਸਰ ਪੋਜ਼ਿਟਿਵ ਚਾਰਜ ਵੀ ਹੁੰਦੇ, ਹਾਂ ਹੁੰਦੇ ਆ, ਉਹ ਫ੍ਰੀ ਨਹੀਂ ਨਾ ਹੁੰਦੇ ਘੁੰਮਣ ਲਈ, ਇੱਧਰ ਉੱਧਰ ਸੈਰਾ ਕਰਦੇ ਫਿਰਦੇ ਹੁਣ, ਤਾਂ ਕਰਕੇ ਆਪਾਂ ਉਹਦੇ ਅੰਦਰ ਇਲੈਕਟ੍ਰੋਨਸ ਨੂੰ ਦਿਖਾਉਂਦੇ ਆ ਕਿ ਆ ਮੈਟਲ ਹੈ ਤੇ ਮੈਟਲ 'ਚ ਫ੍ਰੀ ਇਲੈਕਟ੍ਰੋਨ ਹੈਗੇ ਨੇ। ਠੀਕ ਹੈ। ਹੁਣ ਜੇ ਮੈਂ ਕਹਾਂ ਕਿ ਮੈਂ ਇੱਕ ਇਲੈਕਟ੍ਰਿਕ ਫੀਲਡ ਰੀਜਨ ਦੇ ਵਿੱਚ ਲਿਆ ਕੇ ਇਹਨੂੰ ਰੱਖ ਦਵਾਂ ਤਾਂ ਨਾਲ ਹੀ ਸਾਰੇ ਇਲੈਕਟ੍ਰੋਨ, ਮੰਨ ਲਓ ਇਲੈਕਟ੍ਰਿਕ ਫੀਲਡ ਇੱਧਰ ਨੂੰ ਆ, ਤਾਂ ਮਹਿਕਦੀਪ ਕੀ ਹੋਊਗਾ? ਇਲੈਕਟ੍ਰੋਨਸ ਤੇ ਫੋਰਸ ਲੱਗੂਗਾ। ਹਾਂਜੀ ਸਰ। ਇਲੈਕਟ੍ਰੋਨ ਸਾਰੇ ਕਿੱਧਰ ਇਕੱਠੇ ਹੋਣਗੇ? ਇੱਕ ਲੈਫਟ ਸਾਈਡ ਤੇ, ਹਨਾ? ਤੇ ਇੱਧਰ ਪਾਸੇ ਕਿਹੜਾ ਚਾਰਜ ਆ ਜਾਊਗਾ? ਪੋਜ਼ਿਟਿਵ ਚਾਰਜ। ਤਾਂ ਆਪਾਂ ਇਹ ਚਾਰजेस ਦੀ ਸੈਪਰੇਸ਼ਨ ਹੋ ਗਈ, ਤਾਂ ਨੈਗੇਟਿਵ ਦਾ ਸੈਂਟਰ ਮੰਨ ਲਈਏ ਜੇ ਇੱਥੇ ਕਿਤੇ ਆ ਗਿਆ ਤੇ ਪੋਜ਼ਿਟਿਵ ਦਾ ਸੈਂਟਰ ਇੱਥੇ ਕਿਤੇ ਆ ਗਿਆ, ਤਾਂ ਬਣ ਗਈ ਨਾ ਡਾਈਪੋਲ। ਠੀਕ ਹੈ, ਡਾਈਪੋਲ ਬਣ ਗਈ। ਫਿਰ ਆ ਨੈਗੇਟਿਵ ਚਾਰਜ ਇੱਧਰ ਇਕੱਠਾ ਹੋ ਗਿਆ, ਇੱਧਰ ਪੋਜ਼ਿਟਿਵ ਇਕੱਠਾ ਹੋ ਗਿਆ। तो जिन्ना ज्यादा चार्ज होवे ते जिन्ना ज्यादा दूरी ते इकट्ठा होवे, आपां कहने उन्नी वधिया डायपोल बनी है। इस चीज नूं मापदे किवें आ? इस चीज नूं मापण लई साडे कोल इक क्वांटिटी आ जिहड़ी हर डायपोल दे नाल एसोसिएटेड हुंदी है, ओनू बोलदे ने इलैक्ट्रिक डायपोल मोमेंट। इलैक्ट्रिक डायपोल मोमेंट ये बोलते हैं। पहली गल तो यह समझ लो कि इट इज अ वैक्टर क्वांटिटी। एक वैक्टर क्वांटिटी होंदी है क्योंकि ਇਹਦੇ ਨਾਲ ਸਾਨੂੰ ਆ ਵੀ ਪਤਾ ਲੱਗਦਾ ਕਿ ਪੋਲਰਾਈਜੇਸ਼ਨ ਕਿਹੜੀ ਦਿਸ਼ਾ 'ਚ ਹੋਈ ਹੈ। ਜਿਵੇਂ ਕਿ ਮੰਨ ਲਓ ਕੋਈ ਫਿਰ ਉਹ ਮੋਲੀਕਿਊਲ ਜਾਂ ਸੌਰੀ ਉਹ ਸਮਝ ਲਓ ਜਿਵੇਂ ਮੈਂ ਹੁਣੇ ਪਿਛਲਾ ਕੇਸ ਕਹਿ ਰਿਹਾ ਸੀ, ਤੇ ਜੇ ਇਹਨੂੰ ਇਲੈਕਟ੍ਰਿਕ ਫੀਲਡ ਇਧਰ ਨੂੰ ਅਪਲਾਈ ਕਰ ਦਵਾਂ ਇਲੈਕਟ੍ਰਿਕ ਫੀਲਡ, ਤਾਂ ਇਹਦੇ ਸਾਰੇ ਇਲੈਕਟ੍ਰੋਨ ਥੱਲੇ ਇਕੱਠੇ ਹੋਣਗੇ ਨਾ ਮਹਿਕਦੀਪ? ਠੀਕ ਆ ਨਾ ਗੱਲ? ਤੇ ਜੇ ਇਸੇ ਨੂੰ
ਇਲੈਕਟ੍ਰਿਕ ਫੀਲਡ ਇੱਧਰ ਨੂੰ ਅਪਲਾਈ ਕਰ ਦਵਾਂ ਤਾਂ ਇਲੈਕਟ੍ਰੋਨ ਕਿੱਧਰ ਇਕੱਠੇ ਹੋਣਗੇ, ਇੱਧਰ ਇਕੱਠੇ लेफ्ट ਹੋਣਗੇ। साइड ਹੁਣ ਹੋਇਆ ਤਾਂ ਦੋਨੋਂ ਪਾਸੇ ਪੋਲਰਾਈਜੇਸ਼ਨ ਹੀ ਹੈ ਨਾ, ਦੋਨੋਂ ਪਾਸੇ ਡਾਈਪੋਲ ਬਣੀ ਹੈ, हाँ जी ਪਰ सर ਡਾਈਪੋਲ ਦੀ ਪੋਲਰਾਈਜੇਸ਼ਨ ਦੀ ਦਿਸ਼ਾ ਅਲੱਗ-ਅਲੱਗ ਹੈ। ਜਿਵੇਂ ਕਿ ਜੇ ਮੈਂ ਇੱਥੇ ਲਾ ਲਵਾਂ ਵੀ ਆ ਇੱਕ ਮੈਟੈਲਿਕ ਸਫੀਅਰ ਲੈ ਲਓ ਤੁਸੀਂ, ਉਹੀ ਜਿਵੇਂ ਮੈਂ ਹੁਣੀ ਗੱਲ ਕਰ ਰਿਹਾ ਸੀ, ਇੱਧਰ ਨੂੰ ਇਲੈਕਟ੍ਰਿਕ ਫੀਲਡ ਦੇ ਦੇਵਾਂਗਾ ਤਾਂ ਇੱਧਰ ਸਾਰੇ ਇਲੈਕਟ੍ਰੋਨ ਇਕੱਠੇ ਹੋਣਗੇ ਨਾ। हाँ जी सर ਤਾਂ ਇਹਨਾਂ ਤਿੰਨਾਂ ਹੀ ਕੇਸਾਂ ਦੇ ਵਿੱਚ ਕਿਉਂਕਿ ਉਹ ਜਿਹੜਾ ਪੋਲਰਾਈਜ਼ ਹੋਣਾ ਹੁੰਦਾ ਹੈ, ਕਿਸੇ ਵੀ ਦਾ ਡਾਈਪੋਲ ਬਣਨਾ ਹੁੰਦਾ ਆ, ਉਹ ਆਪਣੇ ਆਪ 'ਚ ਇੱਕ ਦਿਸ਼ਾ ਦੇ ਨਾਲ ਜੁੜੀ ਹੋਈ ਚੀਜ਼ ਹੈ ਨਾ, ਕਿ ਕਿਹੜੀ ਦਿਸ਼ਾ 'ਚ ਪੋਲਰਾਈਜ਼ ਹੋਇਆ ਤੇ ਉਹ ਡਾਈਪੋਲ ਕਿਸ ਦਿਸ਼ਾ 'ਚ ਪਿਆ ਹੋਇਆ। ਤਾਂ ਇਸ ਨੂੰ ਅਸੀਂ ਜੋੜਦੇ ਹਾਂ ਇੱਕ ਵੈਕਟਰ ਕੁਆਂਟੀਟੀ ਦੇ ਨਾਲ, ਤੇ ਇਹਨੂੰ ਵੈਕਟਰ ਕੁਆਂਟੀਟੀ ਨੂੰ ਬੋਲਦੇ ਹਾਂ ਪੀ ਵੈਕਟਰ। ਗੱਲ ਕਲੀਅਰ ਹੋਈ? ਠੀਕ ਹੈ ਜੀ ਗੱਲ। ਤੇ ਹਮੇਸ਼ਾ Yes, ਅਸੀਂ sir. ਜੋ ਹਾਂਜੀ P sir. ਵੈਕਟਰ ਦੀ ਡਾਇਰੈਕਸ਼ਨ ਲੈਣੇ ਆ ਨਾ, P ਵੈਕਟਰ ਦੀ ਡਾਇਰੈਕਸ਼ਨ ਹਮੇਸ਼ਾ ਆਪਾਂ 네ਗੇਟਿਵ ਤੋਂ ਪੋਜ਼ਿਟਿਵ ਵੱਲ ਨੂੰ ਲੈਣੇ ਆ ਹਮੇਸ਼ਾ। ਆ P ਵੈਕਟਰ ਦੀ ਡਾਇਰੈਕਸ਼ਨ ਹੋਗੀ, ਆ P ਵੈਕਟਰ ਦੀ ਡਾਇਰੈਕਸ਼ਨ ਹੋਗੀ। ਹੁਣ ਤੁਹਾਨੂੰ ਪਤਾ ਹੈ ਇੱਥੇ ਬਾਈ ਚਾਂਸ E ਦੀ ਡਾਇਰੈਕਸ਼ਨ ਚ ਆ ਰਿਹਾ, ਇਹ ਜ਼ਰੂਰੀ ਨਹੀਂ ਹੈ, ਮਤਲਬ ਆਪਾਂ ਜਸਟ ਵੈਸੇ ਕਰਕੇ we always take the direction of dipole moment is direction of P vector is always from negative to positive charge। ਇਹ ਗੱਲ ਕਦੀ ਨਾ ਭੁੱਲਿਓ। ਇਹ ਇਲੈਕਟ੍ਰਿਕ ਫੀਲਡ ਲਾਈਨ ਵਾਂਗੂ ਨਾ ਸੋਚਣ ਲੱਗ ਜਿਓ ਵੀ ਪੋਜ਼ਿਟਿਵ ਤੋਂ ਨਿਕਲਦੀ ਹੈ ਜੀ ਨੈਗੇਟਿਵ ਤੇ ਜਾਂਦੀ ਹੈ, ਇਹ ਕੁਝ ਹੋਰ ਹੈ। ਤੇ ਇਹ ਆ ਵੀ ਨਾ ਸੋਚੋ ਕਿ E ਦੀ ਡਾਇਰੈਕਸ਼ਨ ਚ ਹਮੇਸ਼ਾ ਆ ਰਹੀ ਹੈ, ਤਾਂ ਇਸ ਕੇਸ ਮੈਂ ਵੈਸੇ ਕਰਤਾ ਤੁਹਾਨੂੰ, ਬਾਕੀ ਤੁਸੀਂ ਡਾਈਪੋਲ ਮੋਮੈਂਟ ਨੂੰ ਇੱਕ ਸੈਪਰੇਟ ਕੁਆਂਟੀਟੀ ਦੀ ਤਰ੍ਹਾਂ ਹੀ ਡੀਲ ਕਰੋਗੇ। ਦੱਸੋ ਗੱਲ ਕਲੀਅਰ ਹੋਈ ਸਭ ਨੂੰ? ਯੈਸ ਸਰ। तो पोलराइजेशन किवें हुई है इस गल ਨੂੰ ਮੈਂ ਮਿਟੇ ਦਿੰਦਾ ਕਿਉਂਕਿ ਮੈਂ ਇਸ ਗੱਲ 'ਚ ਇੰਟਰਸਟਡ ਨਹੀਂ ਸੀਗਾ, ਮੈਂ ਸਿਰਫ ਤੁਹਾਨੂੰ ਸਮਝਾ ਰਿਹਾ ਸੀ। ਤਾਂ ਇਹਨੂੰ ਛੱਡ ਦਿਓ ਤੁਸੀਂ ਬਸ ਆ ਦੇਖੋ ਕਿ ਡਾਈਪੋਲ ਮੋਮੈਂਟ ਦੀ ਡਾਇਰੈਕਸ਼ਨ ਕਿਹੜੀ ਅਲੱਗ-ਅਲੱਗ ਬਣੀ ਹੈ। ਕਲੀਅਰ ਹੈ? ਤੇ ਬੰਦਾ ਪੁੱਛੂਗਾ ਵੀ ਇਹਦਾ ਮੈਗਨੀਟਿਊਡ Yes, sir. ਕਿੰਨਾ ਹੁੰਦਾ ਹੈ? ਇਹਦਾ ਮੈਗਨੀਟਿਊਡ ਵੀ ਹੁੰਦਾ ਹੈ। ਇਹਦਾ ਜਿਹੜਾ ਮੈਗਨੀਟਿਊਡ ਹੁੰਦਾ ਆ ਉਹ ਕਿਹਦੇ ਬਰਾਬਰ ਹੁੰਦਾ? ਆਈਦਰ ਚਾਰਜ ਦੋਨਾਂ 'ਚ ਜਿਹੜਾ ਮਰਜ਼ੀ ਚਾਰਜ ਦਾ ਮੈਗਨੀਟਿਊਡ ਲੈ ਲਓ ਤੇ ਉਹਨੂੰ ਗੁਣਾ ਕਰ ਦਿਓ ਉਹਦੀ ਕਿਹਦੇ ਨਾਲ? Distance। 12 ना ਹਾਂ ਲੈਂਥ ਨਾਲ, ਬਿਲਕੁਲ 12 ਨਾਲ, ਲੈਂਥ ਆਫ ਡਾਈਪੋਲ। ਇਹਦੇ ਨਾਲ ਕੀ ਜਿੰਨੀ ਜ਼ਿਆਦਾ ਲੈਂਥ ਹੋਊਗੀ, ਜਿੰਨਾ ਜ਼ਿਆਦਾ ਚਾਰਜ ਸੈਪਰੇਟ ਹੋਣੇ, ਉਨੀ ਜ਼ਿਆਦਾ ਡਾਈਪੋਲ ਮੋਮੈਂਟ ਆਊਗੀ। ਆਪਾਂ ਕਹਾਂਗੇ ਬੜੀ ਸਟਰੋਂਗ ਪੋਲਰਾਈਜੇਸ਼ਨ ਹੋਈ ਆ, ਤੇ ਇਹਨੂੰ ਕੀ ਕਹਾਂਗੇ Q × 2L। ਬਸ ਡਾਇਰੈਕਸ਼ਨ ਆ ਪਤਾ ਲੱਗ ਗਈ, ਮੈਗਨੀਟਿਊਡ ਆ ਪਤਾ ਲੱਗ ਗਿਆ, ਤਾਂ ਸਾਰਾ ਕੁਝ ਪਤਾ ਲੱਗ ਗਿਆ ਵੇ ਵੈਕਟਰ ਕੁਆਂਟੀਟੀ ਹੈਗੀ ਹੈ। ਕੋਈ ਡਾਊਟ? ਸਰ ਹਾਂਜੀ ਸਰ ਜਿੱਦਾਂ ਸਰ ਇੱਕ ਪਾਸੇ ਚਾਰਜ Q ਹੈ ਤਾਂ ਦੂਸਰੇ ਪਾਸੇ 2Q ਹੈ, ਤਾਂ ਫਿਰ ਆਪਾਂ ਸਰ ਕਿਹੜਾ ਚਾਰਜ ਲਾਵਾਂਗੇ? ਦੱਸਦਾ ਮੈਂ, ਦੇਖੋ ਜੇ ਇੱਕ ਪਾਸੇ ਚਾਰਜ Q ਹੈ ਦੂਜੇ ਪਾਸੇ 2Q ਹੈ, ਇਹਨਾਂ 'ਚ ਕੋਈ ਨੈਗੇਟਿਵ ਨਹੀਂ ਹੈਗਾ ਹੈ? ਦੋਨੋਂ ਹਾਂਜੀ ਸਰ, ਪੋਜ਼ਿਟਿਵ ਨੇ, ਨੈਗੇਟਿਵ ਕੋਈ ਵੀ ਨਹੀਂ ਹੈਗਾ ਨੈਗੇਟਿਵ। ਸਰ ਨਹੀਂ ਸਰ, -Q ਹੈ ਤਾਂ ਉਹ ਸਰ +2Q ਹੈ। ਹਾਂ ਹੁਣ ਇਹਦੇ 'ਚ ਕੀ ਹੈ, ਇਹਨੂੰ ਤੂੰ ਐ ਸੋਚ ਸਕਦਾ ਕਿ ਇਹ ਬੇਸਿਕਲੀ ਕੀ ਆ, ਇੱਕ ਤਾਂ ਇਹ ਡਾਈਪੋਲ ਆ, ਜਿਵੇਂ ਇਹਨੂੰ ਤੂੰ -Q ਲੈ ਲਾ, ਇਹਨੂੰ ਤੂੰ ਲੈ ਲਾ +Q ਤੇ +Q, ਠੀਕ ਆ? ਹਾਂਜੀ ਸਰ। ਮਤਲਬ ਇਹ 'ਚ ਇੱਕ ਤਾਂ ਡਾਈਪੋਲ ਆ, ਇੱਕ ਚਾਰਜ ਆ, ਆਹ ਵਾਲਾ ਹਾਂਜੀ ਸਰ। ਇੱਕ ਡਾਈਪੋਲ ਆ ਇਹ 'ਚ ਬਸ ਕੱਲੀ, ਤੇ ਇਹ 'ਚ ਚਾਰਜ ਫਿਰ ਤੂੰ Q × 2L ਹੀ ਕਰੇਗਾ, ठीक है? एक डाइपोल है तो एक पॉइंट ਓਕੇ चार्ज, तो हमेशा ये इक्वल एंड ऑपोजिट चार्जेस तो ही बनती है। ठीक है गल? ਠੀਕ ਹੈ। अच्छा तू एनु ऐ भी कर सकदा, देख इधर -2Q कर दे ते नाल कर दे +Q, तुम्हें लगी गल? वही गल बन गई ना, -Q ਹਾਂਜੀ ਸਰ। तो फिर आ एक डाइपोल है आ वाली, तो एक आ वाला चार्ज है, ਹਾਂਜੀ तो चाहे तो आ वाली डाइपोल आ वाला चार्ज ले ला, तो चाहे आ वाली डाइपोल ते आ वाला चार्ज, दोनों करके इलेक्ट्रिक फील्ड वगैरह या जो भी होगा सेम होगा। ਓਕੇ ਸਰ। तो सिंपल जी गल है कि जे कोई बहुत ध्यान ना समझे इस गल को, मैं ये करके इलैक्ट्रिक फील्ड वाला एक्सप्रैशन कराना सी, पर हुण मैं नहीं कराऊंगा क्योंकि वो इन्नी काली च इस तरह मैं फाहा नहीं बटना ਉਹਦਾ हो पाना नहीं। मान लो आ एक वैसे है, बोलो बोलो
ਆ ਪੁਆਇੰਟ ਤੇ ਨਾ ਇਸ ਜਗ੍ਹਾ ਤੇ ਮੰਨ ਲਓ ਇੱਕ ਚਾਰਜ ਪਿਆ ਆ +2 ਕੂਲਮ ਤੇ ਇਸ ਪੁਆਇੰਟ ਤੇ ਇੱਕ ਚਾਰਜ ਪਿਆ ਆ -2 ਕੂਲਮ ਤੇ ਮੈਨੂੰ ਕਿਸੇ ਨੇ ਕਿਹਾ ਵੀ ਤੁਸੀਂ ਦੱਸੋ ਇਹਦੀ p ਵੈਕਟਰ ਕੀ ਹੈ ਤੇ ਡਿਸਟੈਂਸਸ ਜਿਹੜੇ ਨੇ ਸਾਰੇ ਆ ਮੀਟਰ ਚ ਨੇ ਤੇ ਮੰਨ ਲਓ ਆ ਕੋਈ ਵੀ 1 ਯੂਨਿਟ ਜੇ ਚੱਕਦੇ ਹੋ ਤੁਸੀਂ ਤਾਂ ਬੇਸਿਕਲੀ 1 ਮੀਟਰ ਹੈ ਠੀਕ ਹੈ ਜੀ ਤੇ ਤੁਸੀਂ ਮੈਨੂੰ ਦੱਸੋ ਵੀ ਇਹਦਾ p ਵੈਕਟਰ ਕਿਵੇਂ ਲਿਖੋਗੇ ਵੈਕਟਰ ਫਾਰਮ ਚ ਦੱਸ ਸਕਦਾ ਕੋਈ -10 i cap ਬਿਲਕੁਲ ਠੀਕ -10 i cap ਕਿਵੇਂ ਆਇਆ ਦੇਖੋ ਸਾਰੇ ਜਣੇ ਪਹਿਲਾਂ ਤਾਂ ਇਹਦਾ ਦੇਖੋ ਮੈਗਨੀਟਿਊਡ ਲਿਖਣਾ ਪੈਣਾ ਆ ਫਿਰ ਲਿਖਾਂਗੇ ਆਪਾਂ ਡਾਇਰੈਕਸ਼ਨ ਦੋਨੇ ਗੱਲਾਂ ਤਾਂ ਜ਼ਰੂਰੀ ਹੁੰਦੀਆਂ ਨੇ ਹਨਾ ਤੇ ਮੈਂ ਮੈਗਨੀਟਿਊਡ ਲਈ ਆਈਦਰ ਚਾਰਜ ਕਿਉਂਕਿ ਮੈਗਨੀਟਿਊਡ ਤਾਂ ਚਾਰਜ ਦਾ ਮੈਗਨੀਟਿਊਡ ਲੈਣਾ ਸੀ ਗੁਣਾ ਉਹਦੇ ਚ ਡਿਸਟੈਂਸ ਕਿੰਨਾ ਆ 5 ਮੀਟਰ ਆ ਆਪਣਾ ਆ ਗਈ ਮੈਗਨੀਟਿਊਡ ਤੇ ਡਾਇਰੈਕਸ਼ਨ ਕੀ ਆ ਗਈ -i cap ਆ ਜੂਗੀ -10 i cap ਦੱਸੋ ਕੋਈ ਪ੍ਰੋਬਲਮ ਹਿਮਾਨੀ No, sir. ਗੁਰਕੀਰਤ ਸਮਝ ਲੱਗੀ ਗੱਲ ਹਾਂਜੀ ਸਰ ਠੀਕ ਹੈ ਤੇ ਇਹਨੂੰ ਜੇ ਮੈਂ ਵੈਕਟਰ ਫਾਰਮ 'ਚ ਇੱਥੇ ਦਿਖਾਣਾ ਚਾਹਾਂ ਤਾਂ ਹੁਣ ਮੈਂ ਵੈਕਟਰ ਫਾਰਮ 'ਚ ਇੱਥੇ ਦਿਖਾਉਣ ਦੇ ਲਈ ਜੇ ਮੈਂ ਯੂਨਿਟ ਵਾਈਜ਼ ਚੱਲਾਂ -10 i cap ਤਾਂ ਇਹਦੀ ਮੈਂ ਇੱਥੋਂ ਸ਼ੁਰੂ ਕਰਕੇ ਇੱਥੇ ਖਤਮ ਨਹੀਂ ਕਰਾਂਗਾ ਬਲਕਿ ਇਹਨੂੰ ਮੈਂ ਇਹਦੀ ਪੋਜੀਸ਼ਨ ਕਿਹੜੀ ਦੱਸਾਂਗਾ ਦੇਖੋ ਪੋਜੀਸ਼ਨ p ਵੈਕਟਰ ਦੀ ਮੈਂ ਲਵਾਂਗਾ ਇਹਦੇ ਇੱਥੇ ਆਊਗੀ ਇੱਥੇ 2.5 ਤੇ ਹਨਾ ਸੈਂਟਰ ਤੇ ਠੀਕ ਹੈ ਨਾ ਤੇ ਸੈਂਟਰ ਤੇ ਮੈਂ ਇਸ ਤਰ੍ਹਾਂ ਸ਼ੋ ਕਰੂੰਗਾ 10 ਯੂਨਿਟ ਵੱਡਾ ਜਿਹੜਾ ਹੋਊਗਾ ਮੇਰਾ ਜੋ ਮੈਂ ਡਰਾ ਕਰੂੰਗਾ this will be the p vector ਸਮਝ ਲੱਗੀ ਗੱਲ ਕਿ ਨਹੀਂ ਹਾਲਾਂਕਿ ਇਹ ਮੈਟਰ ਨਹੀਂ ਕਰਦਾ ਇਹ ਗੱਲਾਂ ਅੱਗੇ ਜਾ ਕੇ ਨਹੀਂ ਆਪਾਂ ਇਸ ਤਰ੍ਹਾਂ ਕਰਾਂਗੇ ਡਾਇਪੋਲਸ ਬਹੁਤ ਛੋਟੀਆਂ ਹੋਣਗੀਆਂ ਆ ਮੈਟਰ ਨਹੀਂ ਕਰੂਗਾ p ਨੂੰ ਇੱਕ ਵੈਕਟਰ ਦੀ ਤਰ੍ਹਾਂ ਟ੍ਰੀਟ ਕਰਕੇ ਇੱਕ ਪੁਆਇੰਟ ਤੇ ਹੀ ਐਕਸਪਲੇਨ ਕਰ ਦਾਂਗੇ ਕਿਉਂਕਿ ਇੰਨਾ 5 ਮੀਟਰ ਵਾਲਾ ਨਹੀਂ ਹੁੰਦਾ ਕੰਮ ਇਹ ਹਾਈਡਰੋਕਲੋਰਿਕ ਐਸਿਡ ਦੇ ਕਿਲੋ ਮੋਲੀਕਿਊਲ ਕਿੰਨਾ ਨਿੱਕਾ ਜਿਹਾ ਮੋਲੀਕਿਊਲ ਹੁੰਦਾ ਆ ਹਨਾ ਐਟੋਮਿਕ ਡਾਈਮੈਂਸ਼ਨਸ ਤੇ ਜਾਈ ਗੱਲਾਂ ਹੁੰਦੀਆਂ ਮੋਲੀਕੂਲਰ ਡਾਈਮੈਂਸ਼ਨਸ ਤੇ ਤਾਂ ਗੱਲਾਂ ਹੁੰਦੀਆਂ ਨੇ ਸਾਰੀਆਂ ਡਾਈਪੋਲ ਡੂਪੋਲ ਵਾਲੀਆਂ ਇਸ ਲਈ ਬਹੁਤ ਛੋਟੀ ਹੁੰਦੀ ਹੈ ਡਾਈਪੋਲ ਹਮੇਸ਼ਾ ਹੀ ਇਸ ਲਈ ਆਪਾਂ ਹਮੇਸ਼ਾ ਉਹੀ ਕਨਵੈਨਸ਼ਨਸ ਦੇ ਵਿੱਚ ਕੰਮ ਕਰਾਂਗੇ ਕਿ ਡਾਈਪੋਲ ਦੀ ਲੈਂਥ ਬਹੁਤ ਛੋਟੀ ਹੁੰਦੀ ਹੈ ਠੀਕ ਹੈ ਪਰ ਆਪਾਂ ਨੂੰ ਕੈਲਕੂਲੇਟ ਕਰਨ ਦਾ ਤਰੀਕਾ ਹੋਣਾ ਚਾਹੀਦਾ ਵੀ ਪਤਾ ਲੱਗ ਸਕੇ ਵੀ ਕਿਹੜੀ ਡਾਈਪੋਲ ਜ਼ਿਆਦਾ ਸਟਰੋਂਗ ਹੈ ਕਿਹਦੀ ਮੂਵਮੈਂਟ ਜ਼ਿਆਦਾ ਹੈ ਕਿਹਦੀ ਮੂਵਮੈਂਟ ਘੱਟ ਹੈ ਕੋਈ ਡਾਊਟ ਕਿਸੇ ਨੂੰ ਹਾਂਜੀ ਸਰ ਜੇ ਕਿਸੇ ਐਕਸਲ ਲਾਈਨ ਤੇ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਹੋਵੇ ਕਿਸੇ ਪੁਆਇੰਟ ਤੇ ਉਹਦਾ ਐਕਸਪ੍ਰੈਸ਼ਨ ਕੀ ਬਣੂਗਾ ਫਿਰ ਸੈਂਟਰ ਆਫ ਡਾਇਪੋਲ ਤੋਂ ਕੀ ਹੋਵੇ ਇੰਟੈਂਸਿਟੀ ਹਾਂਜੀ ਸਰ ਕੋਈ ਐਕਸਲ ਲਾਈਨ ਹੈ ਠੀਕ ਹੈ ਤੇ ਉਹਦੇ ਮਤਲਬ ਇੱਕ ਪੁਆਇੰਟ ਤੇ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਹੈ ਫਿਰ ਸਰ ਉਹਦਾ ਐਕਸਪ੍ਰੈਸ਼ਨ ਕੀ ਹੋਊਗਾ ਹਾਂ ਤਾਂ ਉਹ ਤਾਂ ਆਪਾਂ ਕੈਲਕੂਲੇਟ ਕਰਨਾ ਨਾ ਤਾਂ ਆਪਣੀ ਪੂਰੀ ਡੈਰੀਵੇਸ਼ਨ ਹੈ ਨਾ ਉਹੀ ਤਾਂ ਮੈਂ ਕਹਿ ਰਿਹਾ ਤੁਹਾਨੂੰ ਕਰਵਾਉਂਗਾ ਅਗਲੇ ਲੈਕਚਰ 'ਚ ਆਪਾਂ ਪੂਰੀ ਡਿਟੇਲ 'ਚ ਗੱਲ ਕਰਾਂਗੇ ਨਾ ਉਹਦੇ ਬਾਰੇ ਐਕਸੀਅਲ ਲਾਈਨ ਤੇ ਇਕੁਆਟੋਰੀਅਲ ਪਹਿਲੀ ਗੱਲ ਤਾਂ ਆਪਾਂ ਗੱਲ ਕਰਾਂਗੇ ਐਕਸੀਅਲ ਲਾਈਨ ਹੈ ਕਿਹੜੀ ਹੈ ਫਿਰ ਆਪਾਂ ਗੱਲ ਕਰਾਂਗੇ ਇਕੁਆਟੋਰੀਅਲ ਲਾਈਨ ਕਿਹੜੀ ਹੈ ਫਿਰ ਆਪਾਂ ਗੱਲ ਕਰਾਂਗੇ ਉੱਤੇ ਇਲੈਕਟ੍ਰਿਕ ਫੀਲਡ ਕਿੰਨਾ ਹੈ ਪੋਟੈਂਸ਼ੀਅਲ ਕਿੰਨਾ ਹੈ ਸਾਰੀਆਂ ਗੱਲਾਂ ਕਰਾਂਗੇ ਠੀਕ ਹੈ ਆਉਣ ਵਾਲੇ ਟਾਈਮ 'ਚ ਓਕੇ ਸਰ ਆਪਾਂ ਤਾਂ ਹਾਲੇ ਮੈਂ ਸਿਰਫ ਡਾਈਪੋਲ ਦੀ ਗੱਲ ਕਰ ਰਿਹਾ ਹਾਂ ਹੁਣ ਡਾਈਪੋਲ ਇੱਕ ਵੈਕਟਰ ਕੁਆਂਟੀਟੀ ਹੈ ਵੈਕਟਰ ਦੀ ਤਰ੍ਹਾਂ ਇਹਨੂੰ ਟ੍ਰੀਟ ਕੀਤਾ ਜਾ ਸਕਦਾ ਹੈ ਸੋ ਜੇ ਮੈਂ ਕਹਿੰਦਾ ਭਾਵੇਂ ਕਿ ਜੇ ਮੈਂ ਕਹਿ ਦੇਵਾਂ ਕਿ ਇੱਧਰ ਨੂੰ ਇੱਕ ਡਾਈਪੋਲ ਹੈਗੀ ਆ ਡਾਈਪੋਲ ਆ ਤੇ ਇਸ ਡਾਈਪੋਲ ਦੀ ਆ p ਵੈਕਟਰ ਆ ਸਮਝ ਲਓ ਇਹਦਾ ਮੈਗਨੀਟਿਊਡ ਜੋ ਵੀ ਹੋਵੇ ਮਤਲਬ ਡਾਇਰੈਕਸ਼ਨ ਤੁਹਾਨੂੰ ਦਿਖ ਰਹੀ ਹੈ ਤੇ ਮੈਂ ਇਸ ਡਾਈਪੋਲ ਨੂੰ ਚਾਹਾਂ ਤਾਂ ਇਸ ਤਰ੍ਹਾਂ ਵੰਡ ਕੇ ਦੇਖ ਸਕਦਾ ਵਾਂ ਵੀ ਜੇ ਇਹਦੇ ਨਾਲ ਐਂਗਲ ਥੀਟਾ ਆ ਤਾਂ ਇਸ ਡਾਈਪੋਲ ਦਾ ਇੱਕ ਕੰਪੋਨੈਂਟ ਇਸ ਦਿਸ਼ਾ 'ਚ ਹੋਏਗਾ ਇੰਨਾ ਇੱਕ ਹੋਏਗਾ ਇਸ ਦਿਸ਼ਾ 'ਚ ਇਧਰ ਵਾਲਾ ਕਿੰਨਾ ਆਏਗਾ ਬਲਜੀਤ ਪਤਾ ਹੈ ਗੱਲ ਹਾਂਜੀ ਸਰ ਬਸ ਕਹਿਣ ਦਾ ਭਾਵ ਹੈ ਕਿ ਹੁਣ p ਵੈਕਟਰ ਤੋਂ ਤੁਹਾਨੂੰ ਸਮਝ ਆ ਜਾਣੀ ਚਾਹੀਦੀ ਹੈ ਨਾ ਕਿਸੇ ਬੱਚੇ ਨੂੰ ਜੇ ਇਹ p ਵੈਕਟਰ ਦੱਸਿਆ ਜਾ ਰਿਹਾ ਉਹਦੇ ਦਿਮਾਗ 'ਚ ਇਹ ਚੱਲਣਾ ਚਾਹੀਦਾ ਵੀ ਆਹ p ਵੈਕਟਰ ਹੈ ਕਹਿਣ ਦਾ ਭਾਵ ਹੈ ਇੱਥੇ ਕਿਤੇ ਕਿਹੜਾ ਚਾਰਜ ਹੋਊਗਾ ਇੱਥੇ ਕੀ ਚਾਰਜ ਹੋਊਗਾ ਹਾਂ ਪੋਜ਼ਿਟਿਵ ਨੈਗੇਟਿਵ ਠੀਕ ਹੈ ਸੋ ਹੁਣ ਇੱਥੇ ਜਦੋਂ ਆ p cos θ ਬਣਾਇਆ ਮਤਲਬ ਇਸੇ ਦੀ ਜਗ੍ਹਾ ਥੋੜਾ ਇਹਦੇ ਚਾਰਜ ਰੱਖਿਆ ਜਾਵੇ ਤਾਂ ਇੱਥੇ ਆ ਬਣੂਗੀ ਡਾਈਪੋਲ ਇਸੇ q ਵਿੱਚ ਥੋੜਾ ਜਿਹਾ ਇੱਧਰ ਬਿਜੀ ਹੋ ਗਿਆ ਥੋੜਾ ਜਿਹਾ ਉਧਰ ਬਿਜੀ ਹੋ ਗਿਆ ਉਸ q + q ਨਾਲ ਤਾਂ ਇਹਨਾਂ ਦੋਨਾਂ ਨੂੰ ਮਿਲਾ ਕੇ ਆਹੀ ਡਾਈਪੋਲ ਮੂਵਮੈਂਟ ਬਣੀ ਗੱਲ ਸਮਝ ਲੱਗ ਰਹੀ ਹੈ ਹਾਂਜੀ ਸਰ ਇਸ ਤਰ੍ਹਾਂ ਸੋਚ ਕੇ ਚੱਲਾਂਗੇ ਆਪਾਂ ਹੁਣ ਜਿਵੇਂ ਫੋਰ ਐਗਜ਼ਾਮਪਲ ਆਪਾਂ ਗੱਲ ਕਰੀਏ ਕਿਸੇ ਜਗ੍ਹਾ ਤੇ 2q ਚਾਰਜ ਹੈ ਮੰਨ ਲਓ ਇਸ ਜਗ੍ਹਾ ਤੇ 2q ਚਾਰਜ ਹੈ +2q
ਤੇ ਇੱਥੋਂ ਮੰਨ ਲਓ a ਦੂਰੀ ਤੇ ਇੱਥੇ a ਦੂਰੀ ਤੇ ਇੱਥੇ ਇੱਕ ਚਾਰਜ ਹੈਗਾ -q, a ਦੂਰੀ ਤੇ ਇੱਧਰ ਪਾਸੇ ਵੀ ਚਾਰਜ ਹੈਗਾ -q, ਇਹਨਾਂ 'ਚ ਐਂਗਲ ਹੈਗਾ ਮੰਨ ਲਓ ਥੀਟਾ। ਮੈਨੂੰ ਕੋਈ ਪੁੱਛ ਰਿਹਾ ਇਸ ਸਿਸਟਮ ਦਾ ਡਾਈਪੋਲ ਮੋਮੈਂਟ ਦੱਸੋ ਕਿੰਨਾ ਹੈ ਇਸ ਸਿਸਟਮ ਦਾ, ਤਾਂ ਮੈਂ ਕੀ ਕਰੂੰਗਾ, ਮੈਂ +2q ਵਿੱਚੋਂ ਇੱਕ +q ਇਹਦੇ ਨਾਲ ਬਿਜ਼ੀ ਕਰ ਦੂੰਗਾ, ਇੱਕ ਇਹਦੇ ਨਾਲ ਬਿਜ਼ੀ ਕਰ ਦੂੰਗਾ, ਤਾਂ ਮੇਰਾ ਜਿਹੜਾ ਆਹ ਵਾਲਾ -q ਤੇ ਆਹ ਵਾਲਾ +q ਇੱਕ ਲੈ ਲਵਾਂਗਾ, ਉਹਦੇ ਕਰਕੇ ਡਾਈਪੋਲ ਇੱਧਰ ਨੂੰ ਆਏਗੀ ਕਿ ਨਹੀਂ ਆਏਗੀ ਨਾ, ਹਾਂਜੀ ਸਰ। where p is equal to q into a, q a ਹੀ ਹੋਊਗਾ ਨਾ, ਇਹਦੇ a ਲੈਂਥ ਹੈ ਉਹਦੀ, ਬਸ ਜਿਹਨੇ 2l ਨਹੀਂ ਲਿਖਣਾ। ਹਾਂਜੀ ਤੇ ਦੂਜੇ ਪਾਸੇ ਆ +q ਆ -q ਤਾਂ ਦੂਜੀ ਡਾਈਪੋਲ ਇੱਧਰ ਨੂੰ ਆਏਗੀ ਨਾ, ਦੇਖੋ ਕਿੰਨਾ, ਦੇਖੋ ਹਾਂਜੀ ਸਰ। ਤਾਂ ਫਿਰ ਇਹਨਾਂ 'ਚ ਐਂਗਲ ਕਿੰਨਾ ਆਏਗਾ, थीटा बाय ਥੀਟਾ ਸਰ ਥੀਟਾ ਹੀ ਆਏਗਾ, ਜਿਹੜਾ ਥੀਟਾ ਇੱਥੇ ਆ ਰਿਹਾ ਸੀ। ਹੁਣ ਆ ਦੇਖਣਾ ਆ -q +q ਵਾਲੀ p ਇੱਧਰ ਨੂੰ ਆ ਗਈ, ਇਹਦੀ ਕਰਕੇ p ਇੱਧਰ ਨੂੰ ਆ ਗਈ, ਤੇ ਦੋਨਾਂ ਐਂਗਲ थीटा सेम ਤੇ ਨੈਟ ਡਾਈਪੋਲ ਮੋਮੈਂਟ ਫਿਰ ਕਿੱਧਰ ਨੂੰ ਆਏਗੀ ਇਸ ਮੋਲੀਕਿਊਲ ਦੀ, ਜਾਂ ਇਸ अपवर्ड। ਆ ਆਊਗੀ ਨਾ। हाँ जी सर। ਹੁਣ ਆ ਪਤਾ ਲੱਗ ਗਿਆ ਸਾਨੂੰ ਵੀ ਆਹ ਡਾਈਪੋਲ ਮੋਮੈਂਟ ਹੈ ਇਹਦੀ, ਤੇ ਆ ਆਊਗੀ ਕਿੰਨੀ, ਪਹਿਲੇ ਦਾ ਮੈਗਨੀਟਿਊਡ ਸਰ ਦਾ ਸਕੁਅਰ ਜਮਾ 2 ਗੁਣਾ ਪਹਿਲੇ ਦਾ ਮੈਗਨੀਟਿਊਡ ਦੂਜੇ ਦਾ ਮੈਗਨੀਟਿਊਡ cos ਆਫ ਐਂਗਲ ਬਿਟਵੀਨ them। ਇਹਨੂੰ ਸੋਲਵ ਕਰ ਲਓ, ਬਸ ਜੋ ਆਏਗਾ ਉਹ ਆਨਸਰ ਹੈ, ਤੇ p ਦੀ ਵੈਲਿਊ ਆ ਕੀ ਹੋਏ ਬਾਅਦ ਪੁੱਟ ਕਰ ਦਿਓ। ਸਮਝ ਲੱਗੀ ਗੱਲ। ਯੈਸ ਸਰ। ਹੁਣ ਜਿਹੜਾ ਪਾਣੀ ਦਾ ਮੋਲੀਕਿਊਲ ਹੁੰਦਾ ਹੈ ਉਹ ਵੀ ਇਦਾਂ ਦੀ ਡਾਈਪੋਲ ਹੁੰਦੀ ਹੈ, ਔਰ ਜੇ ਦੇਖਣਾ ਪੈਂਦਾ ਆਪਾਂ ਨੂੰ ਪਾਣੀ ਦੇ ਮੋਲੀਕਿਊਲਸ ਕੀ ਹੁੰਦਾ ਆ, ਆਕਸੀਜਨ ਹੁੰਦੀ ਆ, ਜਸਨਜੋਤ ਹਾਂਜੀ ਸਰ। ਪਾਣੀ ਦੇ ਮੋਲੀਕਿਊਲ ਚ ਕਿੰਨੇ ਬੌਂਡ ਪੇਅਰ ਹੁੰਦੇ ਆ ਤੇ ਕਿੰਨੇ ਲੋਨ ਪੇਅਰ ਹੁੰਦੇ ਆ, ਸਰ 2 ਬੌਂਡ ਪੇਅਰ 2 ਲੋਨ ਪੇਅਰ। ਹਾਂ ਬਿਲਕੁਲ ਕਰੈਕਟ। ਬੌਂਡ ਪੇਅਰ ਜਿਹੜੇ ਆਕਸੀਜਨ ਦੇ ਹਾਈਡਰੋਜਨ ਨਾਲ ਬਣੇ ਹੋਏ ਨੇ, ਤੇ ਜਿਹੜੇ 2 ਲੋਨ ਪੇਅਰ ਉੱਪਰ ਪਏ ਨੇ ਉਹਦੇ, ਹਨਾ। ਹਾਈਬ੍ਰਿਡਾਈਜੇਸ਼ਨ ਕਿਹੜੀ ਹੁੰਦੀ ਹੈ ਇਹ ਚ, ਯਾਦ ਆ, ਚਲੋ ਮੈਂ ਬਣਾ ਦਿੰਦਾ ਫਿਲਹਾਲ। ਹਾਈਡਰੋਜਨ ਤੇ ਹਾਈਡਰੋਜਨ ਬੌਂਡ ਚ ਆ ਐਂਗਲ ਕਿੰਨਾ ਹੁੰਦਾ ਦੱਸ ਸਕਦਾ ਕੋਈ, 104.5 ਡਿਗਰੀ। 104.5 ਡਿਗਰੀ, ਯੈਸ। ਅਮੋਨੀਆ ਵਿੱਚ ਕਿਉਂਕਿ ਇੱਕ ਹੀ ਲੋਨ ਪੇਅਰ ਹੁੰਦਾ ਹੈ ਉੱਪਰ ਤੇ ਬਾਕੀ ਬੌਂਡ ਪੇਅਰ ਹੁੰਦੇ ਨੇ, ਹਨਾ, ਤਾਂ ਇਸ ਲਈ ਅਮੋਨੀਆ 'ਚ ਐਂਗਲ ਜਿਹੜਾ ਉਹ ਕੱਟ ਕੇ ਕਿੰਨਾ ਹੋ ਜਾਂਦਾ, 107 ਡਿਗਰੀ ਹੋ ਜਾਂਦਾ ਸ਼ਾਇਦ, ਇਹ 'ਚ 104.5, ਅਦਰਵਾਈਜ਼ 109 ਹੁੰਦਾ ਨਾ Yes. ਜੇ ਸਾਰੇ ਉਹ ਹੁਣ। ਚਲੋ ਮੈਂ ਉਹ 'ਚ ਨਹੀਂ ਜਾਂਦਾ। ਆਕਸੀਜਨ ਦੇ ਉੱਪਰ ਕਿਹੜਾ ਚਾਰਜ ਹੁੰਦਾ ਦੱਸੋ, ਨੈਗੇਟਿਵ ਕਿ ਪੋਜ਼ਿਟਿਵ, ਸਰ ਨੈਗੇਟਿਵ। ਨੈਗੇਟਿਵ। ਪੋਜ਼ਿਟਿਵ ਤੇ ਇਧਰ ਨੈਗੇਟਿਵ। ਸੋ ਨੈਗੇਟਿਵ ਟੂ ਪੋਜ਼ਿਟਿਵ ਕਹਿਣ ਦਾ ਭਾਵ ਇੱਥੇ ਜੇ ਇਸ ਪੁਆਇੰਟ ਤੋਂ ਮੈਂ p ਬਣਾਵਾਂ, p ਇੱਧਰ ਨੂੰ ਬਣੂਗੀ ਨਾ, ਇੱਕ ਦੂਜੀ p ਇੱਧਰ ਨੂੰ ਬਣੂਗੀ, ਹਾਂਜੀ ਸਰ। ਤੇ ਫਿਰ ਇਹਨਾਂ ਦਾ ਰਿਜ਼ਲਟੈਂਟ ਐ ਕਹਿਣ ਦਾ ਭਾਵ ਮੋਲੀਕਿਊਲ ਦੀ ਜਿਹੜੀ ਡਾਈਪੋਲ ਮੋਮੈਂਟ ਹੁੰਦੀ ਹੈ ਇਸ ਦਿਸ਼ਾ 'ਚ ਹੁੰਦੀ ਹੈ ਅਸਲ ਵਿੱਚ, ਰਿਜ਼ਲਟੈਂਟ। ਸਮਝ ਲੱਗੀ ਗੱਲ। ਯੈਸ ਸਰ। ਉਹ ਥੀਟਾ ਥੂਟਾ ਵਰਤ ਕੇ ਉਹ ਕੱਢੀ ਜਾ ਸਕਦੀ ਹੈ, ਜਸ ਮੈਂ ਤੁਹਾਨੂੰ ਐਸੇ ਦੱਸ ਰਿਹਾ, ਬਾਕੀ ਤਾਂ ਕੋਈ ਗੱਲ ਨਹੀਂ। ਤੇ ਇਹਦੇ ਰਿਲੇਟਡ ਤੁਸੀਂ ਆਪਣੀ ਬੁਕਲੈਟ ਵਿੱਚੋਂ ਪੜ੍ਹੋਗੇ, ਨਿਊਮੈਰੀਕਲਸ ਵੀ ਕਰੋਗੇ। ਇੱਕ ਨਿਊਮੈਰੀਕਲ ਮੈਂ ਕਰਵਾ ਦਿੰਦਾ, ਤੁਹਾਡੀ ਬੁਕਲੈਟ ਦਾ ਹੀ ਨਿਊਮੈਰੀਕਲ ਹੈ, ਤੇ ਬੁਕਲੈਟ 'ਚ ਵੀ ਕੀਤਾ ਹੋਇਆ, ਉਹ ਵੀ ਦੇਖਿਓ, ਸਮਝ ਆਊਗਾ ਤੁਹਾਨੂੰ। ਤੇ ਮੈਂ ਤੁਹਾਨੂੰ ਹੋਰ ਇਸ ਤਰ੍ਹਾਂ ਸਿੱਧੇ ਵੈਕਟਰ ਦੇ ਦੇਸੀ ਉਹਦੇ ਨਾਲ ਚੱਲਣਾ ਵਾ, ਤੇ ਆਪਾਂ ਕਰਕੇ ਦੇਖਦੇ ਹਾਂ ਕਿਵੇਂ ਹੋਊਗਾ। ਉਹ ਵੀ ਤੁਸੀਂ ਸਾਰਿਆਂ ਨੇ ਕਰਨਾ ਵਾ, ਤੁਸੀਂ ਆਪਣੇ ਆਪ ਕਰਿਓ। ਆਪਾਂ ਲਿਖਦੇ ਕੁਐਸਚਨ, ਬਸ ਆਖਰੀ ਕੁਐਸਚਨ ਆ ਵੀ, ਬਹੁਤੇ ਬੇਸਬਰੇ ਨਾ ਹੋਇਓ, ਪੂਰੀ ਗੱਲ ਸੁਣ ਕੇ ਜਾਇਓ, ਬਸ ਆਖਰੀ ਗੱਲ ਹੀ ਹੈ, ਉਸ ਤੋਂ ਬਾਅਦ ਮੈਂ ਅੱਗੇ ਅਗਲੀ ਕਲਾਸ 'ਚ ਹੀ ਕਰੂੰਗਾ ਤੁਹਾਡੇ ਨਾਲ ਗੱਲ। ਫਾਈਂਡ net dipole moment of this charge configuration। ठीक है जी। कन्फिगरेशन की है, देखो कन्फिगरेशन आया है, जसजोत है थे। यस सर। आ सवाल तेरा तू उधर पूछ रहा सी डाउट क्लास जो मैं ਤੁਹਾਡੀ ਲਗਾ ਰਿਹਾ ਸੀ ਫॉलो ਅਪ ਕਲਾਸ। यस सर। ਉਦੋਂ ਮੈਨੂੰ ਸਮਝ ਨਹੀਂ ਆ ਰਹੀ ਸੀ ਤੂੰ ਕੀ ਕਹਿ ਰਿਹਾ ਸੀ, ਤੇ ਮੈਂ ਉਹ ਤੈਨੂੰ ਹੁਣ ਚੱਜ ਨਾਲ ਸਮਝਾ ਰਿਹਾ, ਤਾਂ ਗੱਲ ਸੁਣ ਲੈ ਧਿਆਨ ਨਾਲ। यस सर। ਆ ਹੈਗੀ ਮੰਨ ਲਓ 2q ਚਾਰਜ,
ਇਹ a ਦੂਰੀ ਤੇ ਇੱਧਰ ਹੈਗਾ ਆ 4q ਚਾਰਜ, a ਦੂਰੀ ਤੇ ਉੱਪਰ ਇੱਥੇ ਵੀ a ਦੂਰੀ ਆ, ਇਹ ਹੈਗਾ ਜੀ -5q ਚਾਰਜ। ਸਭ ਤੋਂ ਨੀਚੇ a ਦੂਰੀ ਤੇ ਹੈਗਾ ਇੱਥੇ -q ਚਾਰਜ। ਤੇ ਉਹ ਕਹਿ ਰਹੇ ਆ ਸਿਸਟਮ ਦੀ ਨੈਟ ਡਾਈਪੋਲ ਮੋਮੈਂਟ ਪਤਾ ਕਰਕੇ ਦਿਖਾਓ ਸੋਲੂਸ਼ਨ। ਹੁਣ ਸਿੰਪਲ ਜੀ ਗੱਲ ਆਪਾਂ ਬਿਲਕੁਲ ਸਿੱਧੇ ਦੇਸੀ ਤਰੀਕੇ ਨਾਲ ਕਰਨ ਦੀ ਕੋਸ਼ਿਸ਼ ਕਰਦੇ ਆ ਇਹਨੂੰ, ਠੀਕ ਹੈ, ਕਿਉਂਕਿ ਡਾਇਰੈਕਸ਼ਨ ਇਹ ਚੋਂ ਨਿਕਲ ਜਾਣਗੀਆਂ। ਮਰਜ਼ੀ ਹੈ ਤੁਹਾਡੀ, ਤੁਸੀਂ ਜਿਵੇਂ ਮਰਜ਼ੀ ਡਾਈਪੋਲ ਬਣਾਓ, ਜਿਵੇਂ ਮਰਜ਼ੀ ਡਾਈਪੋਲ ਬਣਾਓ, ਬਸ ਕੁਝ ਗੱਲਾਂ ਦਾ ਖਿਆਲ ਰੱਖਦੇ ਹੋ। ਮੈਨੂੰ ਇਹ ਲੱਗ ਰਿਹਾ ਵੀ ਸਭ ਤੋਂ ਪਹਿਲਾਂ 4q ਤੇ ਇਹ -4q ਕੱਢ ਕੇ ਇਹਦੀ ਡਾਈਪੋਲ ਬਣਾ ਲਵਾਂ ਤਾਂ ਕਿ ਆਹ ਕੰਮ ਇਹ ਖਤਮ ਹੋ ਜਾਵੇ, ਹੈ ਨਾ? ਗੱਲ ਠੀਕ ਹੈ ਬਲਜੀਤ? ਹਾਂਜੀ ਸਰ। ਇਹ ਚੋਂ -5q ਜਿਹੜਾ ਹੈ ਇਹ ਚੋਂ -4q ਇੱਧਰ ਬਿਜ਼ੀ ਕਰ ਦਿੰਦੇ ਆ, ਇੱਥੇ ਕੱਲਾ -q ਖਾਲੀ ਰਹਿ ਜਾਣਾ ਫਿਰ ਪੁਆਇੰਟ ਚਾਰਜ, ਠੀਕ ਹੈ? ਹਾਂਜੀ ਸਰ। ਆਹ ਜਿਹੜੀ ਇਹਦੀ ਲੈਂਥ ਹੈਗੀ, ਆਹ ਡਾਈਪੋਲ ਦੀ ਲੈਂਥ ਕਿੰਨੀ ਬਣੂਗੀ? √2a ਬਣੂਗੀ। ਹਾਂਜੀ ਸਰ। ਕਹਿਣ ਦਾ ਭਾਵ ਜੇ ਮੈਂ ਇੱਕ ਹੀ ਪੁਆਇੰਟ ਤੋਂ ਡਰਾ ਕਰਨਾ ਚਾਹਾਂ ਤਾਂ ਆਹ ਡਾਈਪੋਲ ਮੈਂ ਇੱਧਰ ਨੂੰ ਡਰਾ ਕਰ ਸਕਦਾ? ਹਾਂਜੀ ਸਰ। ਤੇ ਇਹਦੀ ਡਾਈਪੋਲ ਦੀ ਚਾਰਜ ਲਊਂਗਾ 4q ਤੇ ਲੈਂਥ ਲਊਂਗਾ √2a, ਹੈ ਨਾ? ਹਾਂਜੀ ਸਰ। ਬਸ ਆ ਮੈਂ ਜਿੱਧਰ ਨੂੰ ਡਰਾ ਕੀਤੀ ਐਂਗਲ ਨੂੰ ਰਿਵਾਜ ਦੇਖਦੇ ਆ। ਇਹਦੇ ਨਾਲ ਕੀ ਹੋਇਆ, ਇਸ ਜਗ੍ਹਾ ਤੇ -4q ਬਿਜ਼ੀ ਹੋ ਗਿਆ, ਇੱਧਰ ਇੱਥੇ ਕੱਲਾ ਕਿੰਨਾ ਰਹਿ ਗਿਆ ਦੱਸੋ? -4q ਤਾਂ ਬਿਜ਼ੀ ਹੋ ਗਿਆ, ਇੱਥੇ ਕਿੰਨਾ ਰਹਿ ਗਿਆ ਕੱਲਾ? -q। ਹੁਣ ਦੱਸੋ ਕੀ ਕਰੀਏ? ਇਸ -q ਦੀ ਇਸ -q ਨਾਲ ਕੁਝ ਨਹੀਂ ਕਰ ਸਕਦਾ ਮੈਂ, ਕਿਉਂਕਿ ਡਾਈਪੋਲ ਬਣਾਉਣਾ ਮੈਂ ਨਾ। ਇਸ -q ਦਾ ਆਹ ਵਾਲੇ +2q ਵਿੱਚੋਂ ਐਡ ਕਰਦੇ ਆ, ਇੱਕ +q ਨਾਲ ਉਹਨੂੰ ਬਿਜ਼ੀ ਕਰ ਦਿੰਦੇ ਆ, ਇੱਕ +q ਨਾਲ ਥੱਲੇ ਨੂੰ ਬਿਜ਼ੀ ਕਰ ਦਿੰਦੇ ਇਹਨੂੰ, ਹਨਾ? ਹਾਂਜੀ ਸਰ। ਤਾਂ ਜਦੋਂ ਆਹ ਵਾਲਾ -q ਤੇ ਆਹ ਵਾਲਾ +q ਹੋਊਗਾ ਤਾਂ ਆਹ ਡਾਈਪੋਲ ਇਸ ਡਾਇਰੈਕਸ਼ਨ 'ਚ ਆਊਗਾ ਕਿ ਨਹੀਂ? ਹਾਂਜੀ ਸਰ। ਤੇ ਕਿੰਨਾ ਆਊਗਾ? q √2a। ਤਾਂ ਆਹ ਵਾਲਾ ਜਿਹੜਾ ਹੋਊਗਾ ਇਹ ਪਹਿਲੇ ਵਾਲੇ ਨਾਲ ਕਿੰਨੇ ਐਂਗਲ ਤੇ ਹੋਊਗਾ? ਦੇਖੋ ਆ a ਆ ਹੈਨਾ, ਆ 90 ਹੈ, ਆ ਦੋਨੋਂ ਬਰਾਬਰ ਐਂਗਲ ਤੇ 45 ਨਹੀਂ ਹੋਊਗਾ ਉੱਪਰਲਾ ਐਂਗਲ? ਯੈਸ ਸਰ। ਤੇ ਆ ਵੀ ਤਾਂ 45 ਹੋਊਗਾ ਕਿ ਨਹੀਂ ਇੱਧਰਲਾ ਵੀ? ਯੈਸ ਸਰ। ਇਹ ਪਰਪੈਂਡੀਕੂਲਰ ਜੇ ਆਣ ਕੇ ਕਹਿੰਦਾ ਬਾਬਾ ਇੱਧਰ ਨੂੰ ਨਹੀਂ ਆ ਜਾਊਗਾ ਸਿੱਧੇ ਸਿੱਧੇ? ਤੇ ਇਹ ਮੈਂ ਥੋੜਾ ਛੋਟਾ ਬਣਾਇਆ ਜਾਣਬੁੱਝ ਕੇ, ਕਿਉਂਕਿ ਮੈਨੂੰ ਸੀਗਾ ਕਿ ਇਹਦਾ ਮੈਗਨੀਟਿਊਡ ਦਿਖਤਾ ਰਿਹਾ ਉਹਦੇ ਨਾਲ ਛੋਟਾ ਆ, ਇੱਧਰ ਨੂੰ ਆ ਗਿਆ। ਕਲੀਅਰ ਆ ਗੱਲ ਕਿ ਨਹੀਂ ਦੱਸੋ? Yes, ਯੈਸ ਸਰ। ਹੁਣ ਇੱਕ ਡਾਈਪੋਲ ਕਿਹੜਾ ਰਹਿ ਗਿਆ? ਆਹ ਵਾਲਾ ਰਹਿ ਗਿਆ, ਇੱਕ ਇੱਧਰ ਨੂੰ ਰਹਿ ਗਿਆ। ਇਹ ਇੱਧਰ ਨੂੰ ਨਹੀਂ ਰਹਿ ਗਿਆ, ਉਲਟਾ ਦੇਖੋ, ਇੱਧਰ ਨੂੰ ਨਹੀਂ ਹੈ, ਦੇਖੋ ਇੱਧਰ ਨੂੰ ਹੈ। ਯੈਸ ਸਰ। ਤੇ ਇਹ ਵੀ ਪਹਿਲਾਂ ਜਿੰਨਾ ਹੀ ਆ ਨਾ? ਯੈਸ ਸਰ। ਪਹਿਲਾਂ ਜਿੰਨਾ ਹੀ ਆ, ਤਾਂ ਇਸੇ ਜਗ੍ਹਾ ਤੋਂ ਐ ਨਾ ਬਣਾ ਦਵਾਂ ਇੱਧਰ ਨੂੰ, ਦਿਖ ਰਿਹਾ ਨਾ? ਆਪੋਜ਼ਿਟ ਹੀ ਹੈ ਨਾ ਇਹਦੇ, ਆ ਥੱਲੇ ਨੂੰ ਆ ਉੱਪਰ ਨੂੰ, ਆਪੋਜ਼ਿਟ ਇੱਕ ਜਗ੍ਹਾ ਤੇ ਬਣਾ ਦੇਣਾ ਮੈਂ। ਯੈਸ ਸਰ। ਯੈਸ। ਮੈਂ ਸਾਰੇ ਡਾਈਪੋਲ ਇੱਕ ਹੀ ਪੁਆਇੰਟ ਤੋਂ ਡਰਾ ਕਰਤੇ, ਵੈਕਟਰ ਵੁਕਟਰ ਬਾਅਦ ਚ ਦੇਖਣੇ ਆਸਾਨ ਹੋ ਜਾਂਦੇ ਨੇ। ਹੁਣ ਤੁਸੀਂ ਮੈਨੂੰ ਇਹ ਦੱਸੋ ਵੀ ਇਹਨੂੰ ਕਿਵੇਂ ਹੱਲ ਕੀਤਾ ਜਾਵੇ? ਬਲਜੀਤ ਜਾਂ ਜਸ਼ਨਜੋਤ ਤੁਸੀਂ ਦੱਸੋ ਮੈਨੂੰ ਆਈਡੀਆ ਦੇ। ਬੋਲੋ ਬਈ ਬਲਜੀਤ। ਹਾਂਜੀ ਸਰ। ਕੋਈ ਆਈਡੀਆ ਨਹੀਂ ਆ ਰਿਹਾ ਦਿਮਾਗ 'ਚ ਕੋਈ? ਆ ਦੇਖਣਾ, ਆ ਦੋਨੋਂ ਆਪੋਜ਼ਿਟ ਨਹੀਂ ਹੈਗੇ ਇੱਕ ਦੂਜੇ ਦੇ, ਆਹ ਵਾਲੇ ਦੋਨੋਂ ਹੈ। ਹਾਂਜੀ ਸਰ। ਤੇ ਇਹਨਾਂ ਨੂੰ ਘਟਾ ਦਿੰਦੇ ਆ, ਸਿੱਧੀ ਸਿੱਧੀ ਗੱਲ ਆ। ਫਿਰ ਗੱਲ ਕੀ ਹੈ ਸਾਰੀ ਇੱਧਰ ਨੂੰ ਆ ਜਾਣੀ ਹੈ ਬਸ। ਤੇ ਕਿੰਨੀ ਆ ਜਾਣੀ? ਇਹਨੂੰ ਘਟਾ ਦੇ ਤਾਂ ਆ ਜਾਊਗਾ 3√2a ਨਹੀਂ ਆ ਜਾਊਗਾ? ਯੈਸ ਸਰ। 3q ਹਨਾ? ਤੇ ਆਹ ਵਾਲਾ ਇੱਧਰ ਨੂੰ ਹੈਗਾ ਹੀ ਹੈ q√2a। ਤਾਂ ਇਹਨਾਂ ਦੋਨਾਂ ਨੂੰ ਸੌਖਾ ਹਾਂਜੀ ਨਹੀਂ, ਸਰ। 90 ਡਿਗਰੀ ਤੇ ਹੈਗੇ ਨੇ, ਆਊਗਾ ਆਨਸਰ ਫਿਰ। ਤੇ ਯੈਸ ਸਰ। ਨੈਟ ਡਾਈਪੋਲ ਮੋਮੈਂਟ ਦੀ ਮੈਗਨੀਟਿਊਡ ਦੀ ਗੱਲ ਕਰ ਰਿਹਾ ਨਾ, ਮੈਗਨੀਟਿਊਡ ਕੱਲਾ ਮੈਗਨੀਟਿਊਡ ਦੱਸ ਰਿਹਾ ਮੈਂ। ਕਿੰਨਾ ਆ ਜਾਊਗਾ? 3 3 3 9 9 2 18 a² q² ਜਮਾ 2a² q²। ਹਾਂ ਦੋ 20 ਨੂੰ ਲਿਖ ਦਿਓ ਤੁਸੀਂ 2√5 qa ਆਨਸਰ। ਤੇ ਆ ਇਹਦੀ ਨੈਟ ਡਾਇਰੈਕਸ਼ਨ ਆਈ ਹੈ, ਤੇ ਉਹ ਉੱਥੇ i ਕੈਪ j ਕੈਪ k ਕੈਪ ਲੈ ਕੇ ਕੀਤੀ ਹੋਈ ਹੈ, ਉਹ ਵੀ ਕਰਕੇ ਦੇਖਿਓ। ਉਹਦੇ ਬਾਰੇ ਮੈਂ ਤੁਹਾਨੂੰ ਫਿਰ ਦੱਸ ਦੂੰਗਾ, ਕੋਈ ਡਾਊਟ ਹੋਇਆ ਤਾਂ ਅਗਲੀ ਕਲਾਸ 'ਚ, ਤੇ ਉੱਥੇ ਸ਼ੁਰੂ ਕਰਾਂਗੇ ਆਪਾਂ। ਫਿਰ ਆਪਾਂ ਇਹਨਾਂ ਦੇ ਇਲੈਕਟ੍ਰਿਕ ਫੀਲਡਸ ਨੂੰ ਮੇਜਰ ਕਰਨਾ ਸਿੱਖਾਂਗੇ। ਹਾਂਜੀ ਠੀਕ ਹੈ ਜੀ ਗੱਲ। ਅੱਜ ਦਾ ਲੈਕਚਰ ਬਹੁਤ ਚੰਗੀ ਤਰ੍ਹਾਂ ਕਰਿਓ, ਬੜਾ ਇੰਪੋਰਟੈਂਟ ਸੀਗਾ। ਸਾਰੇ ਜਣੇ ਇਹਨੂੰ ਅੱਜ ਦਾ ਦਿਨ 'ਚ ਹੀ ਰਿਵਾਈਜ਼ ਕਰ ਲਓ, ਬੁਕਲੈਟ ਪੜ੍ਹ ਲਓ, HC ਵਰਮਾ ਦੀ ਐਕਸਰਸਾਈਜ਼ ਦੇ ਪਹਿਲੇ ਜਿਹੜੇ ਕੁਐਸਚਨ ਤੁਹਾਨੂੰ ਕਹੇ ਆ 40 ਉਹ ਕਰ ਲਓ।
ਤੇ ਪ੍ਰੈਕਟਿਸ ਸ਼ੀਟਸ ਨਾਲ ਦੀ ਨਾਲ ਪਹਿਲੀ ਦੂਜੀ ਤੀਜੀ ਸੋਲਵ ਕਰ ਲਓ, ਚੌਥੀ ਦੀ ਚਲੋ ਆਪਣਾ ਕੰਟੈਂਟ ਹੁਣ ਅਗਲੇ ਲੈਕਚਰ ਚ ਆਊਗਾ, 1-2 ਲੈਕਚਰ ਚ, ਠੀਕ ਹੈ। ਥੈਂਕ ਯੂ। Thank Thank you. you, sir. Thank you, sir.